पूज पूज के पुतानू खुद ही ने बुत बन गए लोग ना खुशबू दिंदे ना शाम पत चढ़ी रुत बन गए लोग पत चढ़ी रुत बन गए लोग। ਸਾਇੰਸ ਟੈਕਨੋਲੋਜੀ ਦੇ ਵਿੱਚ ਐਲੋਪੈਥੀ ਨੂੰ ਕਿਹਾ ਜਾਂਦਾ ਕਿ ਐਲੋਪੈਥੀ ਸਭ ਤੋਂ ਸੁਪੀਰੀਅਰ ਆ, ਆਯੁਰਵੈਦਿਕ ਤੇ ਹੋਮੋਪੈਥੀ ਇਹ ਤੇ ਜੀ ਇਹ ਉਸ ਲੈਵਲ ਦੀਆਂ ਨਹੀਂ ਹੈ। ਤੁਸੀਂ ਫਿਰ ਇਸ ਦੌਰ ਦੇ ਵਿੱਚ ਹੋਮੋਪੈਥੀ ਵਾਲੀ ਲਾਈਨ 'ਚ ਕਿਵੇਂ ਜਾਣ ਬਾਰੇ ਸੋਚਿਆ? ਹਰ ਮਾਂ ਪਿਓ ਦਾ ਸੁਪਨਾ ਹੁੰਦਾ ਜੀ ਬਿਲਕੁਲ ਵੀ ਮੇਰਾ ਪੁੱਤ ਜਿਹੜਾ ਹੈ ਉਹ ਮੇਰੇ ਜਿਹੜੀ ਹੈਗੀ ਆ ਮੇਰੇ ਵਰਗਾ ਹੋਵੇ ਤਾਂ ਜਿਹੜਾ ਮੇਰੇ ਕੰਮ ਨੂੰ ਅੱਗੇ ਲੈ ਕੇ ਜਾਵੇ। ਸੋ ਮੇਰੇ ਮਾਂ ਪਿਓ ਦਾ ਵੀ ਇਹ ਸੁਪਨਾ ਸੀ ਵੀ ਮੈਂ ਹੋਮੋਪੈਥ ਡਾਕਟਰ ਬਣਾ। ਲੋਕਾਂ ਦੇ ਮਨਾਂ 'ਚ ਇਹ ਬਹੁਤ ਗੱਲਾਂ ਜਿਹੜੀਆਂ ਘਰ ਘਰ ਗਈਆਂ ਕਿ ਹੋਮੋਪੈਥੀ ਦੇ ਸਿਰਫ ਜੀ ਮਿੱਠੀਆਂ ਗੋਲੀਆਂ, ਇਹ ਤੇ ਜੀ ਇੱਕ ਜਾਦੂ ਟੂਣੇ ਵਾਲਾ ਕੰਮ ਹੈ ਜੀ। ਇੱਥੋਂ ਹੋਮੋਪੈਥੀ ਸ਼ੁਰੂ ਹੋਈ ਸੀ ਜਰਮਨ ਦੇ ਵਿੱਚ ਜੀ, ਉੱਥੇ ਵੀ ਅੱਜ ਹੋਮੋਪੈਥੀ बैन हो चुकी है। इंग्लैंड अमेरिका तक होम्योपैथी है जी बैन हो चुकी है क्योंकि उत्थे दियां जिहड़ियां सरकारां ने ओह जिहड़ियां एलोपैथी सिस्टम दे अंदर इन्ना उलझ चुकियां ने कि होम्योपैथी नूं प्रमोट ही नहीं कर रही। अज दे दौर दे विच जिहड़ी कविशरी आ मैनूं लगदा अपने तौर ते कि उस लैवल ते प्रमोट नहीं हो रही जिस लैवल ते अज कोई मंडी च गीत चल रहा, कोई दो गाना चल रहा। विशरी नूं सिर्फ ਜਾਂ ਤਾਂ ਨਗਰ ਕੀਰਤਨ ਜਾਂ ਜੋੜ ਮੇਲਿਆਂ ਤੇ ਜਾਂ ਕਈ ਮਤਲਬ ਕਿ ਸੰਸਥਾਵਾਂ ਨੇ ਜਿੱਥੇ ਕਵਿਸ਼ਰੀ ਦੇ ਮੁਕਾਬਲੇ ਹੁੰਦੇ ਸਿਰਫ ਉੱਥੋਂ ਤੱਕ ਕਵਿਸ਼ਰੀ ਸੀਮਿਤ ਹੋ ਗਈ ਹੈ ਜੀ, ਕਿਉਂਕਿ ਇਹ ਲੋਕ ਕਲਾਵਾਂ ਸੀ। ਅੱਗੇ ਸੱਥਾਂ ਦੇ ਵਿੱਚ ਅਖਾੜੇ ਲੱਗਦੇ, ਕਿੰਨੇ ਕਿੰਨੇ ਹਜ਼ਾਰ ਲੋਕ ਕਵਿਸ਼ਰੀ ਸੁਣਦੇ। ਅਣਖ ਆਬਰੂ ਵਾਲੀ ਧਰਤੀ ਬਣ ਗਈ ਕੈਰਾਂ ਦੀ, ਅਣਖ ਆਬਰੂ ਵਾਲੀ ਧਰਤੀ ਬਣ ਗਈ ਕੈਰਾਂ ਦੀ, ਉਦਮ ਸਿੰਘ ਲੱਭਦਾ ਫਿਰਦਾਰ ਹੈ ਡਰਾਂ ਦੀ, ਉਦਮ ਸਿੰਘ ਲੱਭਦਾ ਫਿਰਦਾਰ ਹੈ ਡਰਾਂ ਦੀ। ਅੱਜ ਦਾ ਸਮਾਂ ਬਦਲ ਗਿਆ। ਅੱਜ ਦੀ ਜਿਹੜੀ ਯੰਗ ਜਨਰੇਸ਼ਨ ਆ ਉਹ ਤਾਂ ਫਿਰ ਜਿਹੜੀ ਹੈਗੀ ਉਕਸਾਊ ਜਿਹੜੇ ਗਾਣੇ ਨੇ ਉਹ ਸੁਣ ਕੇ ਜ਼ਿਆਦਾ ਮਤਲਬ ਖੁਸ਼ ਨੇ। ਬਾਕੀ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਵੀ ਬਹੁਤ ਜ਼ਿਆਦਾ ਕੀਤਾ ਜਾਂਦਾ। ਭੁੱਲੀ ਜਾਏ 84 ਨਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਗਤਾਰ ਵਿਰਕ ਇੱਕ ਵਾਰੀ ਫੇਰ ਲੈ ਕੇ ਹਾਜ਼ਰ ਹਾਂ TV 16 ਟੋਰਾਂਟੋ ਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਜਿਸ ਦਾ ਨਾਂ ਹੈ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਜੇ ਪਰਮਾਤਮਾ ਕਿਸੇ ਬੰਦੇ ਨੂੰ ਇੱਕ ਕਲਾ ਬਖਸ਼ਦਾ, ਇੱਕ ਕਲਾ ਦਿੰਦਾ ਤਾਂ ਅਸੀਂ ਉਹਨੂੰ ਕਲਾਕਾਰ ਕਹਿ ਦਿੰਦੇ ਹਾਂ। ਪਰ ਜੇ ਕਿਸੇ ਬਸ਼ਰ ਨੂੰ, ਜੇ ਕਿਸੇ ਸ਼ਖਸ ਨੂੰ, ਜੇ ਕਿਸੇ ਇਨਸਾਨ ਨੂੰ ਕਲਾਵਾਂ ਦਾ ਟੋਕਰਾ ਭਰ ਕੇ ਦੇ ਦੇ ਰੱਬ, ਤੇ ਫਿਰ ਉਸ ਬੰਦੇ ਨੂੰ ਕੀ ਕਿਹਾ ਜਾ ਸਕਦਾ? ਜਾਂ ਇੰਝ ਕਿਹਾ ਜਾਏ ਕਿ ਜਿਹੜਾ ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਹੋਵੇ ਉਹਨੂੰ ਕਲਾਕਾਰ ਤਾਂ ਨਹੀਂ। ਫਿਰ ਸ਼ਾਇਦ ਮੇਰੀ ਡਿਕਸ਼ਨਰੀ 'ਚ ਤਾਂ ਉਹ ਸ਼ਬਦ ਨਹੀਂ ਕਿ ਮੈਂ ਕਿਸੇ ਨਾਂ ਨਾਲ ਸੰਬੋਧਨ ਕਰ ਸਕਾਂ। ਸੋ ਅੱਜ ਜਿਸ ਸ਼ਖਸੀਅਤ ਦੇ ਨਾਲ ਮੈਂ ਤੁਹਾਡੀ ਸਤਿ ਸ਼੍ਰੀ ਅਕਾਲ ਕਰਾਉਣ ਜਾ ਰਿਹਾ, ਉਹ ਸ਼ਖਸੀਅਤ ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਆ। ਪੇਸ਼ੇ ਵਜੋਂ ਉਹ ਇੱਕ ਹੋਮਿਓਪੈਥੀ ਡਾਕਟਰ ਨੇ, ਅਤੇ ਜਿਹੜਾ ਉਹਨਾਂ ਦਾ ਸਰੋਕਾਰ ਆ, ਜਿਹੜੇ ਉਹਨਾਂ ਦੇ ਸ਼ੌਂਕ ਨੇ, ਜਿਹੜੀ ਉਹਨਾਂ ਦੀ ਹੌਬੀ ਆ, ਉਹ ਬਿਲਕੁਲ ਇਸ ਪੇਸ਼ੇ ਦੇ ਉਲਟ ਦੂਜੇ ਪਾਸੇ ਸਾਹਿਤ ਪੜ੍ਹਨ, ਸਾਹਿਤ ਸਿਰਜਣਾ, ਸੰਗੀਤ ਦੇ ਨਾਲ ਪਿਆਰ ਅਤੇ ਸੰਗੀਤ ਗਾਉਣ ਨਾਲ ਆ। ਅਤੇ ਅਜਿਹੀ ਸ਼ਖਸੀਅਤ ਮੈਨੂੰ ਲੱਗਦਾ ਜਦੋਂ ਦਰਸ਼ਕਾਂ ਦੇ ਸਾਹਮਣੇ ਮੈਂ ਰੂਬਰੂ ਕਰਦਾ ਤਾਂ ਉਹ ਸ਼ਖਸੀਅਤ ਪ੍ਰਤੀ, ਉਸ ਸ਼ਖਸੀਅਤ ਦੇ ਲਈ, ਉਸ ਸ਼ਖਸੀਅਤ ਬਾਰੇ ਜਾਣਨ ਲਈ ਤੁਹਾਡੇ ਵਿੱਚ ਵੀ ਜ਼ਰੂਰ ਉਤਸੁਕਤਾ ਜਾਗ ਪੈਂਦੀ ਆ। ਅਤੇ ਮੈਂ ਜ਼ਿਆਦਾ ਕੁਛ ਗੱਲਾਂ ਨਾ ਕਹਿੰਦਾ ਹੋਇਆ ਸਿੱਧਾ ਤੁਹਾਡੀ ਸਤਿ ਸ਼੍ਰੀ ਅਕਾਲ ਕਰਾਉਣਾ, ਕਿਉਂਕਿ ਇੰਨਾ ਲੰਮਾ ਵਕਫਾ ਚੰਗਾ ਨਹੀਂ ਹੁੰਦਾ। ਸੋ ਤੁਹਾਡੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਅਤੇ ਸਕਰੀਨ ਦੇ ਉੱਤੇ ਦੂਜੇ ਪਾਸੇ ਲੈ ਕੇ ਆ ਰਿਹਾ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਿਆਰੇ ਦਰਸ਼ਕੋ, ਡਾਕਟਰ ਸਾਹਿਬ ਨੂੰ ਮੈਂ ਤੁਹਾਡੇ ਰੂਬਰੂ ਅੱਜ ਜਦੋਂ ਕਰਨ ਲੱਗਾ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੋ ਰਹੀ ਹੈ, ਮਾਣ ਮਹਿਸੂਸ ਵੀ ਹੋ ਰਿਹਾ ਕਿ ਮੈਂ ਉਹ ਸ਼ਖਸੀਅਤ, ਉਹ ਪਰਸਨੈਲਿਟੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਜਿਹੜੀ ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਆ। ਅਤੇ ਡਾਕਟਰ ਸਾਹਿਬ, ਸਾਡੇ TV 16 ਟੋਰਾਂਟੋ ਦੇ ਦਰਸ਼ਕ ਜਿਹੜੇ ਆ ਉਹਨਾਂ ਦੇ ਮਨਾਂ 'ਚ ਬਹੁਤ ਸਾਰੇ ਸਵਾਲ ਇਸ ਵਕਤ ਮੈਨੂੰ ਲੱਗਦਾ ਕਿ ਉਹ ਨਿਕਲ ਰਹੇ ਨੇ ਕਿ ਮੈਂ ਤੁਹਾਨੂੰ ਉਹ ਸਾਰੀਆਂ ਗੱਲਾਂ ਪੁੱਛਾਂ ਜਿਹੜੀਆਂ ਉਹਨਾਂ ਦੇ ਮਨ ਦੇ ਵਿੱਚ ਨੇ। ਅਤੇ ਅੱਜ ਮੈਂ ਇਹੀ ਜ਼ਰੀਆ ਬਣਨਾ ਤੁਹਾਡੇ ਅਤੇ ਦਰਸ਼ਕਾਂ ਦੇ ਵਿਚਕਾਰ ਕਿ ਉਹਨਾਂ ਦੇ ਮਨ ਦੀਆਂ ਗੱਲਾਂ ਮੈਂ ਤੁਹਾਡੇ ਤੋਂ ਪੁੱਛਣੀਆਂ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੀ ਮੁੱਢਲੀ ਸਿੱਖਿਆ ਜਿਹੜੀ ਆ ਅਤੇ ਪਰਿਵਾਰਕ ਪਿਛੋਕੜ, ਉਹਦੇ ਬਾਰੇ ਸਾਡੇ ਦਰਸ਼ਕ, ਕਿਉਂਕਿ ਬਹੁਤ ਕੁਛ ਉਹਨਾਂ ਦੇ ਮਨਾਂ 'ਚ ਹੁੰਦਾ ਤੁਹਾਡੇ ਬਾਰੇ ਜਾਣਨ ਲਈ। ਸਭ ਤੋਂ ਪਹਿਲਾਂ ਤਾਂ
TV 16 ਟੋਰਾਂਟੋ ਦੀ ਸਮੂਹ ਟੀਮ ਤੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਸਰੋਤਿਆਂ ਦੇ ਰੂਬਰੂ ਮੈਨੂੰ ਕਰ ਰਹੇ ਹੋ। ਜਿਹੜੀ ਗੱਲ ਹੈ ਮੁੱਢਲੀ ਪੜ੍ਹਾਈ ਦੀ, ਮੇਰੀ ਮੁੱਢਲੀ ਪੜ੍ਹਾਈ ਮੈਂ ਆਪਣੀ 8ਵੀਂ ਤੱਕ ਦੀ ਜਿਹੜੀ ਹੈਗੀ ਆ ਵਿੱਦਿਆ ਉਹ ਸਰਕਾਰੀ ਹਾਈ ਸਕੂਲ ਪਿੰਡ ਟੱਲੇਵਾਲ ਤੋਂ ਕੀਤੀ। 9ਵੀਂ ਕਲਾਸ ਦੇ ਵਿੱਚ ਮੈਂ ਸਰਕਾਰੀ ਹਾਈ ਸਕੂਲ ਲੜਕਿਆਂ ਦਾ ਬਰਨਾਲੇ ਉੱਥੇ ਦਾਖਲਾ ਲੈ ਲਿਆ। 9ਵੀਂ ਅਤੇ 10ਵੀਂ ਦੀ ਜਿਹੜੀ ਮੇਰੀ ਪੜ੍ਹਾਈ ਆ ਉਹ ਸਰਕਾਰੀ ਹਾਈ ਸਕੂਲ ਬਰਨਾਲਾ ਤੋਂ। ਇੱਕ ਡਾਕਟਰ ਸਾਹਿਬ, ਜਿਹੜੇ ਮੇਰੇ ਮਨ 'ਚ ਸਵਾਲ ਅਕਸਰ ਵੀ ਜਦੋਂ ਮੈਂ ਤੁਹਾਡੇ ਵਰਗੀ ਪਰਸਨੈਲਿਟੀ ਨਾਲ ਗੱਲਬਾਤ ਕਰਦਾ ਹੁੰਦਾ ਜੀ, ਤੇ ਜਿਹੜਾ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਬੱਚਿਆਂ ਦੇ ਕਨਵੈਂਟ ਸਕੂਲਾਂ ਬਾਰੇ ਸੋਚਦੇ ਹਾਂ, ਜਿਹੜੇ ਦੌਰ 'ਚ ਤੁਸੀਂ ਪੜ੍ਹ ਕੇ ਆਏ ਹੋ ਪਿੰਡਾਂ ਵਾਲੇ ਸਕੂਲਾਂ 'ਚ ਮੇਰੇ ਖਿਆਲ, ਤੇ ਉਹਨਾਂ ਨੂੰ ਜ਼ਿਆਦਾਤਰ ਅਸੀਂ ਕਹਿੰਦੇ ਕਿ ਤੱਪੜਾਂ ਵਾਲੇ ਸਕੂਲ ਸੀ। ਕੀ ਤੁਹਾਡੇ ਕੋਲ ਵੀ ਕੋਈ ਤਜਰਬਾ ਹੈ ਤੱਪੜਾਂ ਵਾਲੇ ਸਕੂਲਾਂ ਦਾ? ਦੇਖੋ, ਕਹਿਣ ਨੂੰ ਤੱਪੜਾਂ ਵਾਲੇ ਸਕੂਲ ਸੀ ਜੀ, ਪਰ ਮੈਂ ਬੜੇ ਮਾਣ ਨਾਲ ਕਹਿ ਸਕਦਾ ਵੀ ਜਿਹੜੇ ਮੈਨੂੰ ਟੀਚਰ ਮਿਲੇ, ਜਿਹੜੇ ਮੈਨੂੰ ਸਕੂਲ ਮਿਲੇ, ਉਹ ਕਹਿਣ ਨੂੰ ਸਰਕਾਰੀ ਸਕੂਲ ਸੀ, ਪਰ ਉਹਨਾਂ ਦੇ ਵਿੱਚ ਜਿਹੜੀ ਪੜ੍ਹਾਈ ਸੀ ਉਹ ਬਹੁਤ ਉੱਚ ਪਾਏ ਦੀ ਸੀਗੀ ਜੀ। ਮੈਂ 8ਵੀਂ ਤੱਕ ਜ਼ਿਕਰ ਕੀਤਾ ਵੀ ਪਿੰਡ ਪੜ੍ਹਿਆ, ਤੇ 9ਵੀਂ 10ਵੀਂ ਹਾਲਾਂਕਿ ਆਪਾਂ ਕਹਿੰਦੇ ਬੋਰਡ ਦੀ ਕਲਾਸ ਹੁੰਦੀ ਆ, ਤੇ ਸਾਨੂੰ ਬਹੁਤ ਪਿਆਰੇ ਟੀਚਰ ਮਿਲੇ ਜੀ, ਜਿਨ੍ਹਾਂ ਨੇ ਸਾਨੂੰ ਮਤਲਬ ਕਿ ਬਹੁਤ ਵਧੀਆ ਤਨਦੇਹੀ ਨਾਲ ਪੜ੍ਹਾਇਆ, ਤੇ ਅਸੀਂ ਬਹੁਤ ਵਧੀਆ ਨੰਬਰ ਲੈ ਕੇ ਮੈਂ 10ਵੀਂ ਕਲਾਸ ਦੇ ਵਿੱਚੋਂ ਪਾਸ ਹੋਇਆ ਸੀਗਾ। ਸੋ ਕਹਿਣ ਨੂੰ ਤੱਪੜ ਵਾਲੇ ਸਕੂਲ ਨੇ, ਉੱਥੇ ਬਹੁਤ ਵਧੀਆ ਟੀਚਰ ਅੱਜ ਵੀ ਹੈਗੇ ਨੇ ਤੇ ਪਹਿਲਾਂ ਵੀ ਸੀ, ਤੇ ਉਹ ਸਕੂਲਾਂ ਦਾ ਜਿਹੜੇ ਕਨਵੈਂਟ ਸਕੂਲ ਆ ਗਏ, ਉਹ ਬਸ ਉਹਨਾਂ ਦਾ ਇੱਕ ਜਿਹੜਾ ਆਪਾਂ ਕਹਿ ਦਿੰਦੇ ਹਾਂ ਵੀ ਦਿਖਾਵਾ ਜ਼ਿਆਦਾ ਗਾ, ਪਰ ਜਿਹੜੀ ਐਜੂਕੇਸ਼ਨ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚ ਵੀ ਬਹੁਤ ਉੱਚ ਪਾਏ ਦੀ ਹੈ, ਅੱਜ ਵੀ ਹੈ। ਸੋ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਤੋਂ ਬਾਅਦ ਤੁਹਾਡੀ ਅੱਗੇ ਹਾਇਰ ਐਜੂਕੇਸ਼ਨ ਆ, ਉਹਦੇ ਬਾਰੇ ਵੀ ਸਾਨੂੰ ਕੋਈ ਦੱਸੋ, ਕਿੱਥੋਂ ਤੇ ਕਿਵੇਂ ਪ੍ਰਾਪਤ ਕੀਤੀ? ਜੀ, ਮੈਂ +2 ਮੈਡੀਕਲ SD ਕਾਲਜ ਬਰਨਾਲਾ ਤੋਂ ਕਰਨ ਤੋਂ ਬਾਅਦ ਫਿਰ ਮੈਂ ਜਿਹੜੀ ਸੀ ਮੇਰਾ ਹੋਮਿਓਪੈਥੀ ਵੱਲ ਜਿਹੜਾ ਹੈ ਸੀ ਝੁਕਾਅ ਸੀਗਾ ਜੀ, ਤੇ ਉਹਦੇ ਲਈ ਜਿਹੜੀ ਹੋਮਿਓਪੈਥੀ ਦੀ ਡਿਗਰੀ BHMS ਦੀ ਜਿਹੜੀ ਸੀ ਉਹ ਮੈਂ ਹੋਮਿਓਪੈਥਿਕ ਮੈਡੀਕਲ ਕਾਲਜ ਅਬੋਹਰ ਤੋਂ ਕੀਤੀ, ਤੇ ਉਸ ਤੋਂ ਬਾਅਦ MD ਦੀ ਡਿਗਰੀ ਗੁਰੂ ਨਾਨਕ ਦੇਵ ਹੋਮਿਓਪੈਥਿਕ ਮੈਡੀਕਲ ਕਾਲਜ ਲੁਧਿਆਣਾ ਤੋਂ ਕਰਨ ਤੋਂ ਬਾਅਦ ਮੈਂ ਡਾਕਟਰ ਬਣ ਗਿਆ। ਅੱਛਾ ਡਾਕਟਰ ਸਾਹਿਬ, ਜਿਵੇਂ ਮੈਂ ਪਹਿਲਾਂ ਦਰਸ਼ਕਾਂ ਨੂੰ ਵੀ ਦੱਸ ਚੁੱਕਾ ਕਿ ਤੁਸੀਂ ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਹੋ ਜੀ। ਤੁਹਾਡੀ ਜਿਹੜੀ ਪਰਸਨੈਲਿਟੀ ਆ, ਕਿਉਂਕਿ ਪਰਤ ਦਰ ਪਰਤ ਮੈਂ ਗੱਲਾਂ ਦਰਸ਼ਕਾਂ ਨੂੰ ਦੱਸੂਗਾ, ਤੇ ਤੁਹਾਡੀ ਹਰ ਕਲਾ ਦੇ ਉੱਤੋਂ ਪਰਦਾ ਚੁੱਕੂਗਾ ਕਿਹੜੀ ਕਲਾ, ਤੇ ਉਸ ਕਲਾ ਬਾਰੇ ਮੈਂ ਸਵਾਲ ਵੀ ਕਰੂੰਗਾ ਜੀ। ਇੱਕ ਹੋਮਿਓਪੈਥੀ ਦਾ ਤੁਸੀਂ ਸਬਜੈਕਟ ਲਿਆ, ਇੱਕ ਹੋਮਿਓਪੈਥੀ ਡਾਕਟਰ ਬਣਨ ਵੱਲ ਤੁਸੀਂ ਆਪਣਾ ਪੂਰੀ ਐਨਰਜੀ ਲਾਈ ਜੀ, ਜਦੋਂ ਕਿ ਅੱਜ ਦਾ ਜਿਹੜਾ ਦੌਰ ਆ ਉਹ ਐਲੋਪੈਥੀ ਦਾ ਮੰਨਿਆ ਜਾਂਦਾ ਜੀ। ਸਾਇੰਸ ਟੈਕਨੋਲੋਜੀ ਦੇ ਵਿੱਚ ਐਲੋਪੈਥੀ ਨੂੰ ਕਿਹਾ ਜਾਂਦਾ ਕਿ ਐਲੋਪੈਥੀ ਸਭ ਤੋਂ ਸੁਪੀਰੀਅਰ ਆ, ਆਯੁਰਵੈਦਿਕ ਤੇ ਹੋਮਿਓਪੈਥੀ ਇਹ ਤੇ ਜੀ ਇਹ ਉਸ ਲੈਵਲ ਦੀਆਂ ਨਹੀਂ ਆ। ਤੁਸੀਂ ਫਿਰ ਇਸ ਦੌਰ ਦੇ ਵਿੱਚ ਹੋਮਿਓਪੈਥੀ ਵਾਲੀ ਲਾਈਨ 'ਚ ਕਿਵੇਂ ਜਾਣ ਬਾਰੇ ਸੋਚਿਆ? ਜੀ, ਮੇਰੇ ਪਿਤਾ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਉਹ ਖੁਦ ਹੋਮਿਓਪੈਥ ਨੇ, ਉਹ ਰਜਿਸਟਰਡ ਹੋਮਿਓਪੈਥ ਨੇ ਜੀ। ਸੋ ਘਰ ਦੇ ਵਿੱਚ ਸਾਡੀ ਕਲੀਨਿਕ ਸੀ ਤੇ ਪੇਸ਼ੈਂਟ ਆਉਂਦੇ ਸੀ, ਤੇ ਅਸੀਂ ਜਦੋਂ ਮੈਂ ਛੋਟਾ ਸੀਗਾ, ਲਗਭਗ ਹੋ ਸਕਦਾ ਮੈਂ 5ਵੀਂ ਕਲਾਸ 'ਚ ਹੀ ਹੋਊਗਾ, ਜਦੋਂ ਮੈਂ ਡੈਡੀ ਦੇ ਨਾਲ ਬੈਠਣ ਲੱਗ ਗਿਆ ਸੀ, ਪੁੜੀਆਂ ਬੰਨ੍ਹਣ ਲੱਗ ਗਿਆ। ਸੋ ਮਰੀਜ਼ ਆਉਂਦੇ, ਦੁਖੀ ਤੋਂ ਦੁਖੀ ਮਰੀਜ਼ ਆਉਂਦਾ, ਜਦੋਂ ਉਹਨੇ ਫਿਰ ਅਗਲੀ ਵਾਰ ਆ ਕੇ ਕਹਿਣਾ ਮੈਨੂੰ ਇੰਨਾ ਫਰਕ ਪੈ ਗਿਆ, ਮੈਨੂੰ ਆਹ ਪ੍ਰੋਬਲਮ ਸੀ, ਇਹ ਮੈਂ ਠੀਕ ਹੋ ਗਿਆ। ਸੋ ਮੈਂ ਵੀ ਸੋਚਣਾ ਵੀ ਇਹ ਹੋਮਿਓਪੈਥੀ ਹੈ ਜਿਹੜੀ ਕਮਾਲ ਆ। ਬਾਕੀ ਹਰ ਮਾਂ ਪਿਓ ਦਾ ਸੁਪਨਾ ਹੁੰਦਾ ਗਾ ਵੀ ਮੇਰਾ ਪੁੱਤ ਜਿਹੜਾ ਹੈ ਉਹ ਮੇਰੇ ਜਿਹੜੀ ਹੈਗੀ ਆ ਮੇਰੇ ਵਰਗਾ ਹੋਵੇ, ਤਾਂ ਜਿਹੜਾ ਮੇਰੇ ਕੰਮ ਨੂੰ ਅੱਗੇ ਲੈ ਕੇ ਜਾਵੇ। ਸੋ ਮੇਰੇ ਮਾਂ ਪਿਓ ਦਾ ਵੀ ਇਹ ਸੁਪਨਾ ਸੀ ਵੀ ਮੈਂ ਹੋਮਿਓਪੈਥ ਡਾਕਟਰ ਬਣਾ। ਸੋ ਮੇਰਾ ਵੀ ਇਹ ਸੀਗਾ ਸੁਪਨਾ ਵੀ ਮੈਂ ਹੋਮਿਓਪੈਥ ਡਾਕਟਰ ਬਣਾ, ਕਿਉਂਕਿ ਹੋਮਿਓਪੈਥੀ ਹੈ ਜਿਹੜੀ ਅੱਜ, ਬੇਸ਼ੱਕ ਐਲੋਪੈਥੀ ਸਿਸਟਮ ਹੈ ਜਿਹੜਾ ਮੈਡੀਸਨ ਦਾ ਉਹ ਠੀਕ ਆ ਵੀ ਬਹੁਤ ਸਾਰੇ ਹੱਥ ਕੰਡੇ ਅਪਣਾ ਕੇ ਉੱਪਰ ਆ ਰਿਹਾ, ਪਰ ਹੋਮਿਓਪੈਥੀ ਦੇ ਬਾਨੀ ਡਾਕਟਰ ਸੈਮੂਅਲ ਹਨੀਮੈਨ ਇੱਕ ਖੁਦ ਐਲੋਪੈਥ ਸਨ, ਜਰਮਨ ਦੇ ਰਹਿਣ ਵਾਲੇ। ਉਹਨਾਂ ਨੇ ਜਦੋਂ ਦੇਖਿਆ ਸੀਗਾ, ਖੁਦ ਉਹਨਾਂ ਨੇ ਦੇਖਿਆ ਸੀ ਵੀ ਐਲੋਪੈਥੀ ਸਿਸਟਮ ਜਿੱਥੇ ਤੱਕ ਉਹਦੀ ਪਹੁੰਚ ਹੋਣੀ ਚਾਹੀਦੀ ਹੈ ਨਹੀਂ ਹੈ, ਉਹ ਜਿੱਥੋਂ ਐਲੋਪੈਥੀ ਖਤਮ ਹੁੰਦੀ ਹੈ ਹੋਮਿਓਪੈਥੀ ਉੱਥੋਂ ਸ਼ੁਰੂ ਹੁੰਦੀ ਹੈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਗਾ ਮੈਂ ਹੋਮਿਓਪੈਥੀ ਨੂੰ ਚਾਅ ਨਾਲ ਪੜ੍ਹਿਆ, ਤੇ ਹੁਣ ਮੈਂ ਚਾਅ ਨਾਲ ਹੀ ਹੋਮਿਓਪੈਥੀ ਜਿਹੜਾ ਕਰ ਰਿਹਾ। ਅੱਛਾ ਡਾਕਟਰ ਸਾਹਿਬ, ਇੱਕ ਚਲੋ ਹੁਣ ਜਦੋਂ ਡਾਕਟਰੀ ਕਿੱਤੇ ਬਾਰੇ ਗੱਲ ਚੱਲ ਹੀ ਪਈ ਆ, ਤੇ ਤੁਹਾਡੇ ਜਿਹੜੀ ਹੋਮਿਓਪੈਥੀ ਦੀ ਪ੍ਰੈਕਟਿਸ ਆ, ਇਸ ਪ੍ਰੈਕਟਿਸ ਦੇ ਦੌਰਾਨ ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆਉਂਦੇ ਆ, ਵੱਖਰੀਆਂ ਡਿਜ਼ੀਜ਼ ਲੈ ਕੇ, ਵੱਖਰੀਆਂ ਬਿਮਾਰੀਆਂ ਲੈ ਕੇ ਜੀ। ਤੁਹਾਨੂੰ ਕਦੀ ਕੋਈ ਲੱਗਿਆ ਕਿ ਜਿਹੜਾ ਬੰਦਾ ਐਲੋਪੈਥੀ ਤੋਂ ਅੱਕ ਕੇ ਫਿਰ ਤੁਹਾਡੇ ਕੋਲ ਆਇਆ ਹੋਵੇ, ਕੋਈ ਇਹੋ ਜਿਹਾ ਕੁਝ ਕੇਸ? ਹਾਂ, ਬਹੁਤ ਹੁੰਦਾ। ਬਹੁਤ ਸਾਰੇ ਮਰੀਜ਼ ਤਾਂ ਸਾਡੇ ਕੋਲੇ ਸਿੱਧੇ ਆ ਜਾਂਦੇ ਨੇ ਹੋਮਿਓਪੈਥੀ ਦੇ ਵਿੱਚ, ਜਿਨ੍ਹਾਂ ਨੂੰ ਗਿਆਨ ਹੈ ਜੀ।
ਜਿਹੜੇ ਮਰੀਜ਼ਾਂ ਦੇ ਮਨਾਂ 'ਚ ਕਾਹਲ ਹੁੰਦੀ ਆ ਜਾਂ ਜਿਨ੍ਹਾਂ ਨੂੰ ਹੋਮੋਪੈਥੀ ਬਾਰੇ ਗਿਆਨ ਨਹੀਂ ਹੈ ਜਾਂ ਜਿਹੜੇ ਹੋਰ ਲੋਕਾਂ ਦੇ ਆਖੇ ਲੱਗ ਕੇ ਵੀ ਉਹਨਾਂ ਦੇ ਮਨ ਦੇ ਵਿੱਚ ਛੇਤੀ ਠੀਕ ਹੋਣ ਦੀ ਇੱਕ ਕਾਹਲ ਹੁੰਦੀ ਹੈ ਵੀ ਮੇਰਾ ਰੋਗ ਤੋਂ ਕਿਵੇਂ ਨਾ ਕਿਵੇਂ ਛੁਟਕਾਰਾ ਹੋਵੇ, ਛੇਤੀ ਹੋਵੇ, ਜਦੋਂ ਉਹ ਨਹੀਂ ਹੋ ਪਾਉਂਦੇ ਤਾਂ ਫਿਰ ਉਹ ਹੋਮੋਪੈਥੀ ਦੇ ਵਿੱਚ ਆਉਂਦੇ ਨੇ। ਬੇਸ਼ੱਕ ਉਹ ਮੇਰੇ ਕੋਲ ਆਉਂਦੇ ਜਾਂ ਕਿਸੇ ਵੀ ਹੋਮੋਪੈਥੀ ਡਾਕਟਰ ਕੋਲੇ ਜਾਂਦੇ ਨੇ ਤਾਂ ਉਹਦੇ ਵਿੱਚ ਜਿਹੜਾ ਹੈ ਬਿਮਾਰੀ, ਉਹਨੂੰ ਅਸੀਂ ਕਹਿੰਦੇ ਕਰੋਨਿਕ ਡਿਜ਼ੀਜ਼, ਉਹ ਬਿਮਾਰੀ ਜਿਹੜੀ ਹੁੰਦੀ ਆ ਉਹ ਕਰੋਨਿਕ ਬਣ ਚੁੱਕੀ ਹੁੰਦੀ ਆ। ਸੋ ਉਹ ਜਿੰਨੀ ਬਿਮਾਰੀ ਪੁਰਾਣੀ ਹੁੰਦੀ ਜਾਂਦੀ ਆ ਤਾਂ ਨੈਚੁਰਲੀ ਆ ਵੀ ਉਹ ਫਿਰ ਠੀਕ ਹੋਣ ਦੇ ਲਈ ਟਾਈਮ ਲਊਗੀ। ਇਸੇ ਕਰਕੇ ਕਿਹਾ ਜਾਂਦਾ ਵੀ ਹੋਮੋਪੈਥੀ ਜਿਹੜੀ ਹੈਗੀ ਆ ਉਹ ਹੌਲੀ ਇਲਾਜ ਕਰਦੀ ਆ, ਹੋਮੋਪੈਥੀ ਟਾਈਮ ਲੈਂਦੀ ਆ। ਐਸੀ ਗੱਲ ਨਹੀਂ ਹੈ, ਹੋਮੋਪੈਥੀ ਉੱਥੇ ਟਾਈਮ ਲੈਂਦੀ ਆ ਜਿੱਥੇ ਬਿਮਾਰੀ ਬਹੁਤ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ। ਸੋ ਜਿਹੜੇ ਲੋਕ ਹੋਮੋਪੈਥੀ ਨਾਲ ਆਲਰੇਡੀ ਜੁੜੇ ਹੋਏ ਨੇ, ਜਦੋਂ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਹੋਮੋਪੈਥ ਕੋਲੇ ਆਉਂਦੇ, ਬਹੁਤ ਛੇਤੀ ਠੀਕ ਹੋ ਜਾਂਦੇ ਜੀ। ਇੱਕ ਡਾਕਟਰ ਸਾਹਿਬ, ਕਿਉਂਕਿ ਕੁਝ ਗੱਲਾਂ ਮੈਂ ਤੁਹਾਡੇ ਕੀਤੇ ਬਾਰੇ ਤਾਂ ਕਲੀਅਰ ਕਰਨੀ ਚਾਹੁੰਦਾ ਕਿਉਂਕਿ ਲੋਕਾਂ ਦੇ ਮਨਾਂ 'ਚ ਇਹ ਬਹੁਤ ਗੱਲਾਂ ਜਿਹੜੀਆਂ ਘਰ ਘਰ ਗਈਆਂ ਕਿ ਹੋਮੋਪੈਥੀ ਦੇ ਸਿਰਫ ਜੀ ਮਿੱਠੀਆਂ ਗੋਲੀਆਂ, ਇਹ ਤੇ ਜੀ ਇੱਕ ਜਾਦੂ ਟੂਣੇ ਵਾਲਾ ਕੰਮ ਹੈ ਜੀ, ਇਹ ਜੀ ਇਹਦੇ 'ਚ ਭਾਵੇਂ ਜੋ ਮਰਜ਼ੀ ਕਈ ਜਾਣ ਡਾਕਟਰ, ਬੰਦਾ ਕਈ ਵਾਰੀ ਆਪੇ ਠੀਕ ਹੋ ਜਾਂਦਾ। ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇੱਕ ਪ੍ਰੋਪੋਗੰਡਾ ਵੀ ਆ ਹੋਮੋਪੈਥੀ ਨੂੰ ਪਿੱਛੇ ਰੱਖਣ ਦਾ ਤੇ ਐਲੋਪੈਥੀ ਅੱਗੇ ਜਾਣ ਦਾ ਕੁਝ? ਬਿਲਕੁਲ ਹੈ ਜੀ। ਜਿਹੜੀਆਂ ਸੋ ਕਾਲਡ ਐਲੋਪੈਥੀ ਸਿਸਟਮ ਦੇ ਵਿੱਚ ਵੱਡੀਆਂ ਕੰਪਨੀਆਂ ਨੇ ਜੀ, ਉਹ ਆਪਣੇ ਡਾਕਟਰਸ ਨੂੰ ਤੇ ਆਪਣੀਆਂ ਜਿਹੜੀਆਂ ਹੈਗੀਆਂ ਸਰਕਾਰਾਂ ਨੂੰ ਬਹੁਤ ਵੱਡਾ ਬੈਨੀਫਿਟ ਦਿੰਦੀਆਂ ਨੇ। ਸੋ ਇਸ ਕਰਕੇ ਜਿੱਥੋਂ ਹੋਮੋਪੈਥੀ ਸ਼ੁਰੂ ਹੋਈ ਸੀ ਜਰਮਨ ਦੇ ਵਿੱਚ, ਉੱਥੇ ਵੀ ਅੱਜ ਹੋਮੋਪੈਥੀ ਬੈਨ ਹੋ ਚੁੱਕੀ ਆ। ਇੰਗਲੈਂਡ, ਅਮਰੀਕਾ ਤੱਕ ਹੋਮੋਪੈਥੀ ਆ ਜਿਹੜੀ ਬੈਨ ਹੋ ਚੁੱਕੀ ਆ, ਕਿਉਂਕਿ ਉੱਥੇ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਜਿਹੜੀਆਂ ਐਲੋਪੈਥੀ ਸਿਸਟਮ ਦੇ ਅੰਦਰ ਇੰਨਾ ਉਲਝ ਚੁੱਕੀਆਂ ਨੇ ਕਿ ਉਹ ਹੋਮੋਪੈਥੀ ਨੂੰ ਪ੍ਰਮੋਟ ਹੀ ਨਹੀਂ ਕਰ ਰਹੀਆਂ ਜੀ। ਇੰਡੀਆ ਦੇ ਵਿੱਚ ਹੋਮੋਪੈਥੀ ਅੱਜ ਜੇ ਅਸੀਂ ਕਹੀਏ ਤਾਂ ਬਰਾਬਰ ਦੇ ਉੱਤੇ ਚੱਲ ਰਹੀ ਆ। ਇੱਥੋਂ ਦੀਆਂ ਸਰਕਾਰਾਂ ਜਿੰਨਾ ਹਜੇ ਕਰਨਾ ਚਾਹੀਦਾ ਉਹਨਾਂ ਤਾਂ ਨਹੀਂ, ਪਰ ਸਹਿਯੋਗ ਦੇ ਰਹੀਆਂ ਨੇ। ਪਾਕਿਸਤਾਨ ਦੇ ਵਿੱਚ ਵੀ ਹੋਮੋਪੈਥੀ ਹੈ ਜਿਹੜੀ ਉਹ ਬਹੁਤ ਹਾਈ ਲੈਵਲ ਤੇ ਚੱਲ ਰਹੀ ਹੈ। ਸੋ ਇਸ ਤਰ੍ਹਾਂ ਜਿਹੜੀ ਹੈਗੀ ਆ ਕਿ ਵੀ ਹੋਮੋਪੈਥੀ ਸਿਸਟਮ ਹੈ ਜਿਹੜਾ ਉਸ ਨੂੰ ਉੱਚਾ ਚੁੱਕਣ ਲਈ ਜਿੱਥੇ ਸਰਕਾਰਾਂ ਦਾ ਰੋਲ ਚਾਹੀਦਾ, ਉੱਥੇ ਹੋਮੋਪੈਥ ਨੇ ਜਿਹੜੇ ਖੁਦ ਉਹ ਪਰਪੱਕ ਹੋਣੇ ਚਾਹੀਦੇ ਆ ਤਾਂ ਕਿ ਉਹ ਰਿਜ਼ਲਟ ਦੇਣ। ਤੇ ਜੇ ਰਿਜ਼ਲਟ ਮਿਲਣਗੇ ਤਾਂ ਨੈਚੁਰਲੀ ਆ ਜਿਹੜਾ ਪੇਸ਼ੈਂਟ ਆ ਉਹ ਹੋਮੋਪੈਥੀ ਵੱਲ ਹੀ ਆਵੇਗਾ। ਤੇ ਇੱਕ ਡਾਕਟਰ ਸਾਹਿਬ ਜਿਹੜੀ ਮੈਨੂੰ ਹੋਰ ਗੱਲ ਦੱਸਿਓ ਕਿ ਆਮ ਕਰਕੇ ਜਦੋਂ ਅਸੀਂ ਕੁਝ ਗੱਲਾਂ ਬੜੀਆਂ ਬੇਬਾਕੀ ਵਾਲੀਆਂ ਕਰਨੀਆਂ ਨੇ ਪੈਣੀਆਂ ਨੇ ਆਪਾਂ ਨੂੰ, ਕਿਉਂਕਿ ਦਰਸ਼ਕਾਂ ਦੇ ਮਨਾਂ 'ਚ ਜਿਹੜੇ ਸਵਾਲ ਅਸੀਂ ਉਹ ਕਰਨੇ ਆ। ਜਿਵੇਂ ਐਲੋਪੈਥੀ ਦੇ ਵਿੱਚ ਹੁੰਦਾ ਕਿ ਕਮਿਸ਼ਨ ਸਿਸਟਮ ਹੁੰਦਾ ਜੀ, ਕਿ ਡਾਕਟਰ ਦਾ ਅੱਗੇ ਦੀ ਅੱਗੇ ਹਿੱਸਾ, ਅੱਗੇ ਦੀ ਅੱਗੇ ਹਿੱਸਾ। ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਪਹਿਲੀ ਕਿ ਇੱਕ ਪੂਰਾ ਪ੍ਰੋਪੋਗੰਡਾ ਜੀ। ਕੀ ਹੋਮੋਪੈਥੀ ਦੇ ਵਿੱਚ ਵੀ ਕੁਝ ਇਹੋ ਜਿਹਾ ਹੁੰਦਾ ਜਿਹੜਾ ਕੁਝ ਕਿਸੇ ਲੈਵਲ ਤੇ ਆ ਕੇ ਬੰਦਾ ਕਰ ਸਕਦਾ ਹੋਵੇ? ਹੋਮੋਪੈਥੀ ਦੇ ਵਿੱਚ ਕਮਿਸ਼ਨ ਲੈਵਲ ਬਿਲਕੁਲ ਨਹੀਂ ਹੈ। ਮੈਂ ਤੁਹਾਨੂੰ ਦੱਸਦਾ, ਸਾਡੇ ਸੀਨੀਅਰ ਡਾਕਟਰਸ ਨੇ, ਅਸੀਂ ਕਈ ਵਾਰ ਕੋਈ ਕੇਸ ਅੜ ਜਾਂਦਾ, ਨਹੀਂ ਪਤਾ ਲੱਗਦਾ, ਅਸੀਂ ਉਹਨਾਂ ਦੇ ਕੋਲੇ ਤੋਰਦੇ ਹਾਂ ਜੀ। ਸੋ ਸਾਡਾ ਸੀਨੀਅਰ ਡਾਕਟਰ ਕੀ ਆ, ਉਹ ਕੇਸ ਨੂੰ ਪੂਰੀ ਤਰ੍ਹਾਂ ਕੰਸਲਟ ਕਰਕੇ ਉਹ ਇਹ ਆਖ ਦਿੰਦੇ ਨੇ ਵੀ ਜਾ ਭਾਈ ਤੂੰ ਆਪਦੇ ਪੁਰਾਣੇ ਡਾਕਟਰ ਜਿੱਥੋਂ ਦਵਾਈ ਲੈ ਰਿਹਾ ਉੱਥੋਂ ਦਵਾਈ ਖਾ, ਮੇਰੀ ਉਹਨਾਂ ਨਾਲ ਗੱਲ ਹੋ ਗਈ, ਜੇ ਕੋਈ ਗੱਲ ਹੋਈ ਤਾਂ ਤੂੰ ਦੁਬਾਰਾ ਕਰਵਾ ਦਿਆ ਕਰੇ। ਮਤਲਬ ਕਿ ਸਾਡੇ ਜਿਹੜੇ ਸੀਨੀਅਰ ਡਾਕਟਰ ਆ ਉਹ ਉਲਝਾਉਂਦੇ ਨਹੀਂ ਹੈ। ਹਾਂ, ਕਈ ਵਾਰ ਸਾਨੂੰ ਆਪ ਹੀ ਕਹਿਣਾ ਪੈਂਦਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਕੇਸ ਹੁੰਦਾ ਗਾ, ਚਲੋ ਹੁਣ ਤਾਂ ਅਸੀਂ ਜਿਵੇਂ ਕਹਿੰਦੇ ਹੁੰਦੇ ਆ ਵੀ ਤਜਰਬਾ ਹੋ ਗਿਆ। ਜਦੋਂ ਨਵੇਂ ਆਏ ਸੀ ਕਈ ਵਾਰ ਕੋਈ ਇਸ ਤਰ੍ਹਾਂ ਦਾ ਕੇਸ ਆਉਂਦਾ ਸੀ, ਸਾਨੂੰ ਬਿਲਕੁਲ ਡਿਸਕਸ ਕਰਨਾ ਪੈਂਦਾ ਸੀ। ਸਾਡੇ ਸੀਨੀਅਰ ਦਿੱਲੀ, ਬੰਬੇ ਜਾਂ ਸਾਡੇ ਜਿਹੜੇ ਟੀਚਰ ਨੇ ਲੁਧਿਆਣਾ ਹੋਰ, ਅਸੀਂ ਉਹਨਾਂ ਨਾਲ ਡਿਸਕਸ ਕਰਦੇ ਸੀ। ਸੋ ਕਦੇ ਵੀ ਸਾਨੂੰ ਉਹਨਾਂ ਨੇ ਉਲਝਾਇਆ ਨਹੀਂ ਹੈ, ਸਗੋਂ ਇਹ ਕਹਿ ਦਿੰਦੇ ਵੀ ਚਲੋ ਹੁਣ ਤੁਹਾਨੂੰ ਮੈਂ ਰਾਹ ਪਾਤਾ, ਅੱਗੇ ਤੁਸੀਂ ਚੱਲਣਾ ਹੈ। ਅਸੀਂ ਫਿਰ ਜ਼ੋਰ ਦੇ ਕੇ ਕਹਿੰਦੇ ਵੀ ਨਹੀਂ ਜੀ, ਇਹ ਕੇਸ ਜਿਹੜਾ ਹੈਗਾ ਵੀ ਤੁਸੀਂ ਹੋਈ ਇਹਨੂੰ ਅੱਗੇ ਫੋਲੋ ਅਪ ਕਰੋ। ਸਾਡੇ ਜ਼ੋਰ ਪਾਉਣ 'ਤੇ ਉਹ ਕਰਦੇ ਸੀ। ਇਸ ਤਰ੍ਹਾਂ ਦਾ ਕਮਿਸ਼ਨ ਸਿਸਟਮ ਹੋਮੋਪੈਥੀ ਦੇ ਵਿੱਚ ਹਾਲੇ ਤੱਕ ਤਾਂ ਹੈ ਨਹੀਂ, ਅਤੇ ਮੈਂ ਰੱਬ ਅੱਗੇ ਅਰਦਾਸ ਕਰਾਂ ਵੀ ਇਹ ਜਿਹਾ ਕਮਿਸ਼ਨ ਹੈ ਜਿਹੜਾ ਹੈ ਉਹ ਪੈਦਾ ਵੀ ਨਾ ਹੋਵੇ। ਐਲੋਪੈਥੀ ਸਿਸਟਮ ਦੇ ਵਿੱਚ ਇਹ ਜਿਹੜਾ ਹੈਗਾ ਗਾ ਬਹੁਤ ਜ਼ਿਆਦਾ ਹੱਦ ਤੱਕ ਪੈਦਾ ਹੋ ਚੁੱਕਿਆ ਗਾ, ਉਸ ਕਰਕੇ ਇਹ ਕਿੱਤਾ ਜਿਹੜਾ ਹੈ ਬਦਨਾਮ ਹੋ ਚੁੱਕਿਆ। ਅੱਛਾ, ਹੋਮੋਪੈਥੀ ਬਾਰੇ ਕਿਉਂਕਿ ਇਹ ਵੀ ਦਰਸ਼ਕਾਂ ਦੇ ਮਨਾਂ 'ਚ ਸਵਾਲ ਆਉਂਦਾ ਕਿ ਜਿਹੜੇ ਹੋਮੋਪੈਥੀ ਡਾਕਟਰ ਨੇ ਉਹ ਸਵਾਲ ਬਹੁਤ ਪੁੱਛਦੇ ਆ ਜੀ। ਕਈ ਗੱਲਾਂ ਜਿਹੜੀਆਂ ਹੁੰਦੀਆਂ ਉਹ ਪੇਸ਼ੈਂਟ ਨਹੀਂ ਸ਼ੇਅਰ ਕਰਨਾ ਚਾਹੁੰਦਾ ਹੁੰਦਾ, ਉਹਦੀਆਂ ਨਿੱਜੀ ਗੱਲਾਂ ਹੁੰਦੀਆਂ ਨੇ, ਕਿਉਂਕਿ ਐਲੋਪੈਥੀ ਵਾਲੇ ਕੋਈ ਗੱਲ ਨਹੀਂ ਪੁੱਛਦੇ। ਉਹ ਤਾਂ ਤੁਹਾਨੂੰ ਤੁਹਾਡੀ ਬਿਮਾਰੀ ਪੁੱਛੀ ਤੇ ਟੈਸਟ ਕਰਾਏ ਤੇ ਉਦੋਂ ਬਾਅਦ ਤੁਹਾਨੂੰ ਦਵਾਈ ਦੇ ਦਿੱਤੀ। ਪਰ ਉਹਨਾਂ ਦਾ ਕਈਆਂ ਦਾ ਮਨਾਂ 'ਚ ਹੁੰਦਾ ਕਿ ਅਸੀਂ ਕਈ ਗੱਲਾਂ ਜਿਹੜੀਆਂ ਅਸੀਂ ਨਹੀਂ ਦੱਸਣਾ ਚਾਹੁੰਦੇ ਹੁੰਦੇ, ਤੇ ਹੋਮੋਪੈਥੀ ਵਾਲੇ ਤੇ ਸਾਡੇ ਜੀ ਪੂਰੇ ਪੋਤੜੇ ਫੋਲ ਦਿੰਦੇ ਆ ਤੇ ਫਿਰ ਸਾਨੂੰ ਦਵਾਈ ਦਿੰਦੇ। ਅਜਿਹਾ ਜੇ ਹੁੰਦਾ ਤੇ ਉਹਦੇ ਪਿੱਛੇ ਕੀ ਕਾਰਨ ਹੈ? ਹੋਮੋਪੈਥੀ ਦੇ ਵਿੱਚ ਜਦੋਂ ਡਾਕਟਰ ਹੈਨੇਮੈਨ ਸਾਹਿਬ ਨੇ ਫਿਲਾਸਫੀ ਲਿਖੀ ਆ ਤਾਂ ਉਹਦੇ ਵਿੱਚ ਲਿਖਿਆ ਵੀ ਅਸੀਂ ਜਿਹੜਾ ਹੈਗਾ ਆਦਮੀ ਨੂੰ ਠੀਕ ਕਰਨਾ ਜੀ, ਟ੍ਰੀਟ ਦਾ ਮੈਨ ਨਾਟ ਦਾ ਡਿਜ਼ੀਜ਼।
ਅਸੀਂ ਕਿਸੇ ਬਿਮਾਰੀ ਨੂੰ ਠੀਕ ਨਹੀਂ ਕਰਨਾ, ਅਸੀਂ ਮਰੀਜ਼ ਨੂੰ ਠੀਕ ਕਰਨਾ, ਬੰਦੇ ਨੂੰ ਠੀਕ ਕਰਨਾ। ਐਲੋਪੈਥੀ ਦੇ ਵਿੱਚ ਹੈ ਜਿਹੜੀ ਹੈਗੀ ਆ ਰੋਗ ਬਨਾਮ ਦਵਾਈ ਹੈ, ਹੋਮਿਓਪੈਥੀ ਦੇ ਵਿੱਚ ਰੋਗੀ ਬਨਾਮ ਦਵਾਈ ਹੈ। ਸੋ ਰੋਗੀ ਨੂੰ ਸਮਝਣ ਦੇ ਲਈ ਤਾਂ ਸਾਨੂੰ ਉਹਦੇ ਮਨ ਤਨ ਉਹਦੀ ਜਿਹੜੀਆਂ ਹੈਗੀਆਂ ਗੱਲਾਂ ਬਾਤਾਂ ਤੋਂ ਸਾਨੂੰ ਉਹਦਾ ਜਿਹੜਾ ਹੈ ਸਾਰਾ ਹਿਸਟਰੀ ਲੈਣੀ ਪੈਂਦੀ ਹੈ। ਹੁਣ ਤੁਸੀਂ ਗੱਲ ਕੀਤੀ ਹੈ ਵੀ ਕਈ ਜਿਹੜੇ ਲੋਕ ਨੇ ਉਹ ਆਪਣਾ ਛਪਾਉਂਦੇ ਆ, ਸੋ ਇਹ ਵੀ ਸਾਡੇ ਲਈ ਇੱਕ ਬਹੁਤ ਵਧੀਆ ਲਾਹੇਵੰਦ ਚੈਲੰਜ ਵੀ ਆ ਤੇ ਸਾਡੇ ਲਈ ਇੱਕ ਲਾਹੇਵੰਦ ਰਿਊਬਰਿਕ ਬਣਦਾ। ਅਸੀਂ ਉਹਨੂੰ ਸਿਕ੍ਰੀਟਿਵ ਲੈਂਦੇ ਹਾਂ। ਸਾਡੀਆਂ ਮੈਡੀਸਨਸ ਨੇ, ਬਹੁਤ ਸਾਰੇ ਲੋਕ ਖੁੱਲੇ ਡੁੱਲੇ ਸੁਭਾਅ ਵਾਲੇ ਹੁੰਦੇ ਨੇ, ਉੱਥੇ ਸਾਡੀਆਂ ਮੈਡੀਸਨ ਹੋਰ ਨੇ। ਬਹੁਤ ਸਾਰੇ ਲੋਕ ਰਿਜ਼ਰਵ ਨੇ, ਉੱਥੇ ਸਾਡੀਆਂ ਮੈਡੀਸਨ ਹੋਰ ਨੇ। ਫਿਰ ਸਾਨੂੰ ਇਹ ਦੇਖਣਾ ਪੈਂਦਾ ਵੀ ਇਹ ਰਿਜ਼ਰਵ ਕਿਉਂ ਹੈ, ਜੇ ਖੁੱਲਾ ਡੁੱਲਾ ਕਿ ਸੱਚਮੁੱਚ ਹੀ ਖੁੱਲਾ ਡੁੱਲਾ, ਜਾਂ ਸਾਡੇ ਕੋਲੇ ਆ ਕੇ ਮਤਲਬ ਕਿ ਉਹ ਆਪਦਾ ਜਿਹੜਾ ਹੈਗਾ ਛੁਪਾ ਰਿਹਾ ਕੁਛ। ਇਹ ਹੋਠੋਂ पे मुस्कुराहटें सीने में गम लिए जीता है कौन यारो जैसे कि हम जिए। कई ऐसे भी ਹੁੰਦੇ ਆ ਵੀ ਉਹ ਅੰਦਰ ਗਮ ਹੁੰਦਾ, ਉੱਪਰੋਂ ਉੱਪਰੋਂ ਹੱਸ ਰਹੇ ਨੇ, ਸਾਨੂੰ ਉਹ ਵੀ ਦੇਖਣਾ ਪੈਂਦਾ। ਬਸ ਜਦੋਂ ਹੋਮਿਓਪੈਥ ਦੀ ਇਹ ਪਕੜ ਹੋ ਗਈ ਤੇ ਬਸ ਉਹ ਫਿਰ ਜਿਹੜਾ ਹੈਗਾ ਮਤਲਬ ਹੀ ਨਹੀਂ। ਬੇਸ਼ੱਕ ਉਹ ਕੈਂਸਰ ਹੈ, ਬੇਸ਼ੱਕ ਉਹ ਬੁਖਾਰ ਹੈ, ਬੇਸ਼ੱਕ ਉਹ ਟਾਈਫਾਇਡ ਹੈ, ਬੇਸ਼ੱਕ ਟੀਵੀ ਜੋ ਵੀ ਹੈ, ਫਿਰ ਉਹ ਬਿਲਕੁਲ ਕਿਉਰ ਹੋਵੇਗਾ ਹੀ ਹੋਵੇਗਾ। ਗੱਲ ਇੱਥੇ ਆ, ਮੈਂ ਅਕਸਰ ਕਹਿੰਦਾ ਹੁੰਦਾ ਵੀ ਹੋਮਿਓਪੈਥੀ ਮਾੜੀ ਨਹੀਂ ਹੈ, ਹੋਮਿਓਪੈਥ ਮਾੜਾ ਹੋ ਸਕਦਾ ਗਾ। ਬਿਮਾਰੀ ਉਹ ਠੀਕ ਨਹੀਂ ਹੁੰਦੀ ਜਾਂ ਤਾਂ ਡਾਕਟਰ ਬੁੱਝ ਨਾ ਸਕੇ ਜਾਂ ਮਰੀਜ਼ ਦੱਸ ਨਾ ਸਕੇ। ਕਿਤੇ ਨਾ ਕਿਤੇ ਥੋੜਾ ਮੋਟਾ ਜਿਹੜਾ ਹੈਗਾ ਅੜਚਨ ਆਉਂਦੀ ਆ। ਮਰੀਜ਼ ਦੱਸਣ ਵਾਲਾ ਹੋਵੇ ਤੇ ਡਾਕਟਰ ਦਿਲ ਦੀਆਂ ਬੁੱਝਣ ਵਾਲਾ ਹੋਵੇ, ਸੋ ਫਿਰ ਹੋਮਿਓਪੈਥੀ ਜਿਹੜੀ ਹੈਗੀ ਆ ਬਿਲਕੁਲ ਕੰਮ ਕਰਦੀ ਹੈ। ਤੇ ਅਸੀਂ ਤਾਂ ਅਜਮਾ ਕੇ ਦੇਖਿਆ ਹੋਇਆਗਾ, ਜਿਵੇਂ ਕਹਿੰਦੇ ਆ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਇੱਕ ਜਿਵੇਂ ਡਾਕਟਰ ਸਾਹਿਬ ਕਹਿੰਦੇ ਆ ਕਿ ਤੁਸੀਂ ਗੱਲ ਸੁਣੀ ਹੈ, ਕਹਾਵਤ ਹੈ ਕਿ ਡਾਕਟਰ ਦੇ ਵਕੀਲ ਕੋਲੋਂ ਕੁਝ ਨਹੀਂ ਲੁਕਾਉਣਾ ਚਾਹੀਦਾ। ਤੁਹਾਡੀ ਮੈਨੂੰ ਗੱਲ ਬਹੁਤ ਸੋਹਣੀ ਲੱਗੀ ਕਿ ਜਿਹੜੀ ਹੋਮਿਓਪੈਥੀ ਆ ਉਹ ਬੰਦੇ ਨੂੰ ਠੀਕ ਕਰਦੀ ਆ। ਜਦੋਂ ਬੰਦਾ ਠੀਕ ਹੋ ਗਿਆ, ਰੋਗ ਆਪਣੇ ਆਪ ਹੀ ਠੀਕ ਹੋ ਜਾਣਾ। ਪਰ ਜਿਵੇਂ ਐਲੋਪੈਥੀ ਆ, ਇੱਕ ਹੋਰ ਜਿਹੜੀ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਕਿ ਜਦੋਂ ਕੋਈ ਪ੍ਰੈਗਨੈਂਸ ਵਾਲੀ ਕੋਈ ਸਥਿਤੀ ਆਉਂਦੀ ਆ, ਜਾਂ ਕੋਈ ਹਾਰਟ ਡਿਜ਼ੀਜ਼ ਆਉਂਦੀ ਆ, ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਡਿਜ਼ੀਜ਼ ਆਉਂਦੀ ਆ, ਇੱਕ ਸਰਜਰੀ ਦਾ ਬਹੁਤ ਰੁਝਾਨ ਚੱਲ ਗਿਆ। ਉਹਦੇ ਬਾਰੇ ਹੋਮਿਓਪੈਥੀ ਦੇ ਵਿੱਚ ਕੀ ਸੰਭਾਵਨਾਵਾਂ ਨੇ ਤੇ ਕੀ ਉਹਦੇ ਵਿੱਚ? ਬਿਲਕੁਲ ਸੰਭਾਵਨਾਵਾਂ ਨੇ। ਦੇਖੋ ਗੱਲ ਆ ਜਾਂਦੀ ਆ ਰਿਸਕ ਦੀ। ਹਾਈਲੀ ਰਿਸਕ ਕੇਸਿਸ ਨੇ ਜਿੱਥੇ, ਠੀਕ ਹੈ ਨਾ, ਉੱਥੇ ਬੇਸ਼ੱਕ ਕੋਈ ਵੀ ਪੈਥੀ ਆ। ਹਾਈ ਰਿਸਕ ਕੇਸਿਸ ਦੇ ਵਿੱਚ ਦੇਖੋ ਪੈਥੀਆਂ ਸਾਰੀਆਂ, ਅਸੀਂ ਇਹ ਕਹਿੰਦੇ ਪੈਥੀ ਕੋਈ ਵੀ ਮਾੜੀ ਨਹੀਂ ਹੈ। ਪੈਥ ਮਾੜਾ ਹੋ ਸਕਦਾ, ਪੈਥੀ ਕੋਈ ਵੀ ਮਾੜੀ ਨਹੀਂ ਹੈ। ਬਿਲਕੁਲ। ਜਿਹੜੀਆਂ ਇਲਾਜ ਬਣੇ ਨੇ ਉਹ ਮਨੁੱਖ ਨੂੰ ਬਚਾਉਣ ਲਈ ਬਣੇ ਨੇ। ਸੋ ਅਸੀਂ ਕਦੇ ਵੀ ਇਸ ਤਰ੍ਹਾਂ ਦਾ ਰਿਸਕ ਨਹੀਂ ਲੈ ਸਕਦੇ। ਕਿਸੇ ਨੂੰ ਮੰਨ ਲਓ ਮਾਇਓਕਾਰਡੀਅਲ ਇਨਫੈਕਸ਼ਨ ਅਸੀਂ ਕਹਿੰਦੇ ਹਾਂ, ਹਾਰਟ ਦਾ ਵੀ ਅਟੈਕ ਆ ਗਿਆ, ਠੀਕ ਹੈ ਨਾ, ਕਿਉਂਕਿ ਸਾਨੂੰ ਸਿਲੈਕਸ਼ਨ ਕਰਨ ਲਈ ਉਹਦੇ ਸਾਰੇ ਸਿੰਪਟਮ ਚਾਹੀਦੇ। ਆਬਜ਼ਰਵੇਸ਼ਨ ਬੇਸ਼ੱਕ ਅਸੀਂ ਉਸ ਸਮੇਂ ਵੀ ਆਬਜ਼ਰਵ ਕਰਦੇ ਹਾਂ, ਉਹ ਸਾਡੀ ਆਬਜ਼ਰਵੇਸ਼ਨ 'ਤੇ ਡਿਪੈਂਡ ਕਰਦਾ ਵੀ ਅਸੀਂ ਕਿੰਨਾ ਕੁ ਆਬਜ਼ਰਵ ਕਰਦੇ। ਜੇ ਤਾਂ ਹੋਮਿਓਪੈਥ ਫੁੱਲੀ ਆਬਜ਼ਰਵ ਕਰ ਸਕਦਾ ਉਸ ਕੇਸ ਨੂੰ, ਜਾਂ ਉਹਦੇ ਕੋਲ ਇੰਨੀ ਨੌਲੇਜ ਹੈ, ਕੀਨ ਪਾਵਰ ਹੈ ਉਹਦੇ ਕੋਲੇ, ਠੀਕ ਹੈ ਨਾ, ਫਿਰ ਤਾਂ ਅਸੀਂ ਉਸ ਨੂੰ ਉਸ ਸਟੇਜ ਤੋਂ ਵੀ ਕੱਢ ਸਕਦੇ ਹਾਂ। ਅਗਰ ਹੋਮਿਓਪੈਥ ਦੇ ਵਿੱਚ ਕੋਈ ਕਮੀ ਹੈ, ਉਹ ਧੱਕਾ ਕਰਦਾ, ਤਾਂ ਉੱਥੇ ਮਰੀਜ਼ ਦੀ ਜਾਨ ਨੂੰ ਖਤਰਾ ਹੈ। ਉੱਥੇ ਸਾਨੂੰ ਇਹ ਆ ਵੀ ਅਸੀਂ, ਕਿਉਂਕਿ ਸਾਡਾ ਮਿਸ਼ਨ ਹੈ ਮਨੁੱਖ ਨੂੰ ਬਚਾਉਣਾ, ਬਿਲਕੁਲ ਠੀਕ ਆ, ਅਸੀਂ ਉਸ ਨੂੰ ਉਸ ਸਟੇਜ ਦੇ ਵਿੱਚ ਜੇ ਕਿ ਉਹਦਾ ਕੋਈ ਹੁੰਦਾ ਸਰਜਰੀ ਹੁੰਦੀ ਹੈ ਤਾਂ ਉਹਨੂੰ ਕਰਵਾਉਣੀ ਜ਼ਰੂਰੀ ਹੈ। ਇਸੇ ਤਰ੍ਹਾਂ ਡਿਲੀਵਰੀ ਦੇ ਕੇਸਿਸ ਦੇ ਵਿੱਚ ਇਹ ਮੌਕਾ ਹੁੰਦਾ, ਕਈ ਵਾਰ 9 ਦੇ 9 ਮਹੀਨੇ ਕੇਸ ਵਧੀਆ ਚੱਲਦਾ ਹੁੰਦਾ ਗਾ, ਮੌਕੇ 'ਤੇ ਆ ਕੇ ਕੋਈ ਪ੍ਰੋਬਲਮ ਐਸੀ ਕ੍ਰੀਏਟ ਹੋ ਜਾਂਦੀ ਆ ਵੀ ਉੱਥੇ ਸਰਜਰੀ ਜ਼ਰੂਰੀ ਹੋ ਜਾਂਦੀ ਆ। ਪਰ ਸਾਰੇ ਕੇਸਿਸ ਦੇ ਵਿੱਚ ਸਰਜਰੀ ਕੋਈ ਜ਼ਰੂਰੀ ਨਹੀਂ ਹੈ। ਇੱਥੇ ਬਹੁਤ ਸਾਰੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇੰਨੇ ਸਰਜਰੀਅਨ ਕਰਨੇ ਆ, ਇੰਨੇ ਹਾਰਟ ਦੇ ਸਟੰਟ ਪਾਉਣੇ ਆ, ਬੇਸ਼ੱਕ ਮਰੀਜ਼ ਨੂੰ ਕੋਈ ਪ੍ਰੋਬਲਮ ਹੈ ਜਾਂ ਨਾ ਹੈ। ਸੋ ਇਹ ਜਿਹੜਾ ਰੁਝਾਨ ਆ, ਇਹਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ। ਸੋ ਬਾਕੀ ਜਿਹੜਾ ਹੈਗਾ ਗਾ ਉਹ ਤਾਲਮੇਲ ਕਰਕੇ ਚੱਲਿਆ ਜਾਂਦਾ ਹੈ, ਠੀਕ ਹੈ ਨਾ। ਉੱਥੇ ਗੱਲ ਆ ਜਾਂਦੀ ਹੈ ਵੀ ਅਸੀਂ ਮਨੁੱਖ ਨੂੰ ਕਿਵੇਂ ਨਾ ਕਿਵੇਂ ਉਸ ਪ੍ਰੋਬਲਮ ਚੋਂ ਕੱਢਣਾ, ਉਸ ਨੂੰ ਬਚਾਉਣਾ। ਜੀ, ਇੱਕ ਬੜੀ ਵਧੀਆ ਗੱਲ ਕੀਤੀ ਜਾਂਦੀ ਸੀ ਡਾਕਟਰ ਸਾਹਿਬ ਕਿ ਟੀਚਰ ਤੇ ਡਾਕਟਰ ਇਹ ਪੇਸ਼ੇ ਨਹੀਂ ਨੇ ਅਸਲ 'ਚ। ਇਹ ਅਸਲ 'ਚ ਲੋਕ ਸੇਵਾ ਲਈ ਪਰਮਾਤਮਾ ਨੇ ਤੁਹਾਨੂੰ ਸੇਵਾ ਲਾਈ ਹੈ। ਬਿਲਕੁਲ। ਅਧਿਆਪਕ ਜੇ ਅੱਜ ਜੇ ਪੜ੍ਹਾਈ ਜਾ ਰਹੀ ਆ, ਉਹਦਾ ਲੈਵਲ ਡਿੱਗ ਰਿਹਾ, ਉਹਦਾ ਮਿਆਰ ਡਿੱਗ ਰਿਹਾ, ਸਿੱਖਿਅਕ ਵਿਦਿਅਕ ਸੰਸਥਾਵਾਂ ਬੰਦ ਹੋ ਰਹੀਆਂ, ਜਾਂ ਡਾਕਟਰੀ ਪੇਸ਼ੇ ਦੇ ਬਾਰੇ ਲੋਕਾਂ ਦੇ ਮਨਾਂ 'ਚ ਇਹ ਜਿਹੜੀਆਂ ਧਾਰਨਾਵਾਂ ਬਣ ਰਹੀਆਂ ਨੇ, ਉਹਦੇ ਪਿੱਛੇ ਕੀ ਕਾਰਨ ਸੋਚਦੇ ਹੋ ਤੁਸੀਂ, ਕੀ ਕਾਰਨ ਹੋ ਸਕਦਾ? ਦੇਖੋ, ਪੂੰਜੀਵਾਦੀ ਯੁੱਗ ਦੇ ਵਿੱਚ ਅੱਜ ਹਰ ਬੰਦਾ ਜਿਹੜਾ ਹੈ ਉਹ ਪੈਸੇ ਦਾ ਪੁੱਤ ਬਣਿਆ ਹੋਇਆ ਗਾ। ਬੇਸ਼ੱਕ ਉਹ ਟੀਚਰ ਹੈ, ਬੇਸ਼ੱਕ ਉਹ ਡਾਕਟਰ ਹੈ। ਸੋ ਮੈਂ ਫਿਰ ਉੱਥੇ ਆਉਣਾ, ਹੋਮਿਓਪੈਥੀ ਦੇ ਬਾਨੀ ਡਾਕਟਰ ਸੈਮੂਅਲ ਹੈਨੇਮੈਨ ਨੇ ਜਦੋਂ ਫਿਲਾਸਫੀ ਲਿਖੀ ਆ ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਲਾਈਨ ਇਹ ਲਿਖੀ ਆ, ਦਾ ਮਿਸ਼ਨ ਆਫ ਦਾ ਫਿਜ਼ੀਸ਼ੀਅਨ। ਉਹਨਾਂ ਨੇ ਕਿਤੇ ਵੀ
ਡਾਕਟਰ ਨਹੀਂ ਕਿਹਾ, ਉਹਨਾਂ ਨੇ ਫਿਜ਼ੀਸ਼ੀਅਨ ਕਿਹਾ ਔਰ ਉਹਨਾਂ ਨੇ ਪੇਸ਼ਾ ਸ਼ਬਦ ਨਹੀਂ ਵਰਤਿਆ, ਉੱਥੇ ਉਹਨਾਂ ਨੇ ਮਿਸ਼ਨ ਸ਼ਬਦ ਵਰਤਿਆ। ਸੋ ਅਸੀਂ ਉਸੇ ਮਤਲਬ ਕਿ ਆਧਾਰ ਤੇ ਚੱਲਦੇ ਹੋਏ ਉਹਨਾਂ ਦੀ ਸੋਚ ਨੂੰ ਅਪਣਾਏ ਹੋਏ ਆ ਵੀ ਅਸੀਂ ਉਸ ਮਿਸ਼ਨ ਨੂੰ ਅੱਗੇ ਲੈ ਕੇ ਜਾਣਾਗਾ ਤੇ ਅਸੀਂ ਉਸ ਨੂੰ ਕਦੇ ਵੀ ਪੇਸ਼ਾ ਨਹੀਂ ਬਣਨ ਦੇਣਾ। ਤੇ ਅਸੀਂ ਡਾਕਟਰ ਤੇ ਫਿਜ਼ੀਸ਼ੀਅਨ ਦਾ ਮਤਲਬ ਇੱਕ ਹੀਲ ਟੂ ਸਿਕ ਮਤਲਬ ਕਿ ਜਿਹੜਾ ਇੱਕ ਰੋਗੀ ਆ ਉਹਨੂੰ ਅਸੀਂ ਉਸ ਰੋਗੀ ਨੂੰ ਤੰਦਰੁਸਤ ਕਰਨਾਗਾ। ਸੋ ਸਾਡਾ ਇਹ ਮਿਸ਼ਨ ਆ ਤੇ ਅਸੀਂ ਤਾਂ ਹੈਨੇਮੈਨ ਸਾਹਿਬ ਦੀ ਜਿਹੜੀ ਹੈਗੀ ਆ ਸੋਚ ਨੂੰ ਉਹਨਾਂ ਨੂੰ ਸਲਾਮ ਕਰਦੇ ਆ, ਉਹਨਾਂ ਦੇ ਉੱਤੇ ਫੁੱਲ ਚੜਾਉਣੇ ਆਗੇ। ਸੋ ਅਸੀਂ ਤਾਂ ਕਦੇ ਵੀ ਇਸ ਨੂੰ ਪੇਸ਼ਾ ਨਹੀਂ ਮੰਨਦੇ, ਅਸੀਂ ਤਾਂ ਮਿਸ਼ਨ ਮੰਨਦੇ ਹਾਂ। ਲੋਕ ਸੇਵਾ ਜਿਹੜਾ ਹੈ ਇਹ ਸਾਡਾ ਮੁੱਖ ਕਾਰਜ ਆ। ਇਹਨੂੰ ਚਾਹੇ ਤੁਸੀਂ ਇਹ ਕਹਿ ਲਓ ਵੀ ਅਸੀਂ ਸਾਹਿਤ ਨਾਲ ਜੁੜੇ ਹੋਏ ਹਾਂ ਹੋਣ ਕਰਕੇ ਤੇ ਮਤਲਬ ਕਿ ਸਾਡੇ ਮਨ 'ਚ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਆਉਂਦਾ ਵੀ ਇਹਨੂੰ ਅਸੀਂ ਇਹ ਜਿਹੇ ਪੇਸ਼ਾ ਲੈ ਕੇ। ਸੋ ਡਾਕਟਰ ਸਾਹਿਬ, ਸਾਹਿਤ ਦੇ ਨਾਲ ਤੁਹਾਡੀ ਜਿਹੜੀ ਸਾਂਝ ਆ ਉਹ ਕਿਵੇਂ ਸ਼ੁਰੂ ਹੋਈ? ਸਾਹਿਤ ਦੀ ਜਿਹੜੀ ਸਾਂਝ ਆ ਉਹ ਵੀ ਮੈਂ ਇਹ ਕਹੂੰਗਾ ਵੀ ਮੈਨੂੰ ਵਿਰਸੇ 'ਚ ਮਿਲੀ। ਮੇਰੇ ਪਿਤਾ ਡਾਕਟਰ ਸੰਪੂਰਨ ਸਿੰਘ ਖੁਦ ਸਾਹਿਤਕਾਰ ਨੇ ਤੇ ਕਵਿਸ਼ਰੀ ਵੀ ਕਰਦੇ ਨੇ, ਨਾਟਕਾਂ ਦੇ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਜੀ। ਸੋ ਮੈਂ ਛੋਟਾ ਹੁੰਦਾ ਹੀ ਇਹਨਾਂ ਦੇ ਨਾਲ, ਜਿਵੇਂ ਦੱਸਿਆ ਤੁਹਾਨੂੰ ਵੀ ਮੈਂ ਪੁੜੀਆਂ ਬੰਨ੍ਹਣ ਲੱਗ ਗਿਆ ਸੀ ਤੇ ਮੈਂ ਗਾਉਣ ਵੀ ਲੱਗ ਗਿਆ ਸੀਗਾ। ਜਿਹੜੀਆਂ ਬਾਲ ਸਭਾਵਾਂ ਹੁੰਦੀਆਂ ਸਾਡੇ ਸਕੂਲਾਂ ਦਾ ਇੱਕ ਅਹਿਮ ਹਿੱਸਾ ਨੇ ਜੀ। ਉੱਥੇ ਮੈਂ ਅਕਸਰ ਮਤਲਬ ਕਿ 8ਵੀਂ ਕਲਾਸ ਤੱਕ ਤਾਂ ਮੈਂ ਗਾਉਂਦਾ ਹੀ ਰਿਹਾ। ਉੱਥੇ ਹਫ਼ਤੇ ਜਾਂ 15 ਦਿਨਾਂ ਬਾਅਦ ਜਿਹੜੀ ਬਾਲ ਸਭਾ ਹੋਣੀ ਤਾਂ ਉੱਥੇ ਮੈਂ ਡੈਡੀ ਦਾ ਲਿਖਿਆ ਕੋਈ ਨਾ ਕੋਈ ਗੀਤ ਗਾਉਣਾ ਜਾਂ ਫਿਰ ਮੈਂ ਕੋਈ ਅਖਬਾਰ ਦੇ ਵਿੱਚੋਂ ਕਿਸੇ ਮੈਗਜ਼ੀਨ ਦੇ ਵਿੱਚੋਂ ਪੜ੍ਹ ਕੇ ਗੀਤ ਗਾਉਣਾ। ਉਹਨੂੰ ਤਰੰਨਮ ਦੇ ਵਿੱਚ ਮੈਂ, ਕਿਉਂਕਿ ਪਰਮਾਤਮਾ ਨੇ ਮੈਨੂੰ ਗਾਉਣ ਦੀ ਜੋ ਕਲਾ ਬਖਸ਼ੀ, ਸੋ ਉਹਦੇ ਨਾਲ ਫਿਰ ਜਦੋਂ ਤਾੜੀਆਂ ਵੱਜਣੀਆਂ ਤਾਂ ਮੇਰਾ ਉਤਸ਼ਾਹ ਹੋਰ ਵਧਣਾ। ਸੋ ਮੈਂ ਇਸ ਤਰ੍ਹਾਂ ਜੁੜਿਆ ਰਿਹਾ। ਫਿਰ ਸਾਡੇ ਪਿੰਡ ਸੰਤਾਂ ਦੀ ਵਰਸੀ, ਸੰਤ ਬਾਬਾ ਸੁੰਦਰ ਸਿੰਘ, ਸੰਤ ਬਾਬਾ ਲਾਲ ਸਿੰਘ ਜੀ ਦੀ ਵਰਸੀ ਮਨਾਈ ਜਾਂਦੀ ਹੈ। ਉੱਥੇ ਨਗਰ ਕੀਰਤਨ ਹੁੰਦਾ, ਢਾਡੀ ਜੱਥੇ ਆਉਂਦੇ ਤੇ ਉਹ ਜਦੋਂ 12 ਗਾਉਂਦੇ ਤਾਂ ਮੈਨੂੰ ਉਸ ਬਾਰ ਦੀ ਜਾਂ ਇੱਕ ਮਤਲਬ ਕਿ ਕਵਿਸ਼ਰੀ ਦੀ ਇੱਕ ਲਾਈਨ ਯਾਦ ਰਹਿ ਜਾਂਦੀ। ਬਾਕੀ ਦੀਆਂ ਫਿਰ ਮੈਂ ਆਪਦੇ ਕੋਲੋਂ ਜੋੜਦਾ ਗਾਉਂਦਾ ਰਹਿੰਦਾ। ਸੋ ਮੈਂ ਕਦੇ ਢਾਲ ਲੈਂਦਾ, ਭੰਨ ਲੈਂਦਾ, ਉਹਨਾਂ ਨੂੰ ਮੈਨੂੰ ਨਹੀਂ ਪਤਾ ਵੀ ਉਹ ਕੀ ਬਣਦਾ ਸੀ, ਮੈਂ ਉਹਨੂੰ ਗੁਣਗੁਣਾਉਂਦਾ ਰਹਿੰਦਾ। ਤੇ ਹੋਰ ਵੀ ਜਿਹੜਾ ਸੀਗਾ ਘਰ ਦੇ ਵਿੱਚ ਸਾਹਿਤਕ ਮਾਹੌਲ ਹੋਣ ਕਰਕੇ ਭਾਈ ਮੰਨਾ ਸਿੰਘ, ਉਦੋਂ ਨਾਟਕ ਪਿੰਡਾਂ ਦੇ ਵਿੱਚ ਬਹੁਤ ਹੁੰਦੇ ਸੀ, ਭਾਈ ਮੰਨਾ ਸਿੰਘ, ਸੰਤ ਰਾਮ ਉਦਾਸੀ ਸਾਡੇ ਵਰਲਡ ਦੀ ਜੋ ਸ਼ਖਸੀਅਤ ਨੇ, ਉਹ ਡੈਡੀ ਦੇ ਪਰਮ ਮਿੱਤਰ ਸਨ। ਉਹਨਾਂ ਦਾ ਘਰੇ ਆਉਣਾ ਸੋ ਉਹ ਮੇਰੇ ਲਈ ਬਹੁਤ ਲਾਹੇਵੰਦ ਹੋਇਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਸਾਹਿਤਕਾਰ, ਨਾਮਵਰ ਸਾਹਿਤਕਾਰ ਨੇ, ਉਹ ਅਕਸਰ ਘਰ ਦੇ ਵਿੱਚ ਆਉਂਦੇ, ਉਹਨਾਂ ਦੀ ਸੰਗਤ ਮਾਣਦੇ ਤੇ ਜਿਵੇਂ ਕਹਿੰਦੇ ਆ ਉਹਨਾਂ ਦਾ ਜੂਠਾ ਖਾ ਖਾ ਕੇ ਮੈਂ ਤਾਂ ਸਾਹਿਤਕਾਰ ਬਣ ਗਿਆ ਜੀ। ਤੇ ਦਰਸ਼ਕੋ, ਡਾਕਟਰ ਸਾਹਿਬ ਦੀ ਕਿਤਾਬ ਜਿਹੜੀ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲਿਆ, ਆਓ ਜਿਉਣਾ ਸਿੱਖੀਏ, ਬਹੁਤ ਵਧੀਆ। ਇੱਕ ਡਾਕਟਰ ਹੋਣ ਦੇ ਨਾਲ ਨਾਲ ਸਾਹਿਤ ਦੇ ਵਿੱਚ ਰੁਚੀ ਤੇ ਸਾਹਿਤ ਸਿਰਜਣਾ, ਸਾਹਿਤ ਪੜ੍ਹਨਾ ਹੋਰ ਗੱਲ ਆ, ਪਰ ਜਦੋਂ ਸਾਹਿਤ ਸਿਰਜਣਾ ਵਾਲੇ ਪਾਸੇ ਬੰਦਾ ਆਉਂਦਾ ਤਾਂ ਫਿਰ ਉਹਦਾ ਹੀ ਪਰਪੱਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਸਾਹਿਤ ਸਿਰਜਣ ਵਾਲੇ ਪਾਸੇ ਕਿਵੇਂ ਆਏ? ਮੈਂ ਤੁਹਾਨੂੰ ਦੱਸਿਆ ਵੀ ਮੈਂ ਗੀਤ ਗੁਣਗੁਣਾਉਂਦਾ ਲਿਖਣ ਲੱਗ ਗਿਆ। 10ਵੀਂ ਕਲਾਸ ਦੇ ਵਿੱਚ ਜਦੋਂ ਪੇਪਰ ਹੋਏ ਸੀਗੇ ਸੋ ਮੈਂ ਇੱਕ ਗੀਤ ਲਿਖਿਆ ਸੀ, ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਕੌਣ ਭੁਲਾ ਸਕਦਾ। ਉਹ ਮੈਂ, ਕਿਸੇ ਨੇ ਮੈਨੂੰ ਐਡਰੈਸ ਦਿੱਤਾ ਵੀ ਅੱਜ ਦੀ ਆਵਾਜ਼ ਅਖਬਾਰ ਵਾਲੇ ਨਵੇਂ ਲੇਖਕਾਂ ਨੂੰ ਬੜਾ ਮੌਕਾ ਦਿੰਦੇ ਆ। ਮੈਂ ਉਹ ਲਿਖ ਕੇ ਉਹਨਾਂ ਨੂੰ ਚਿੱਠੀ ਪਾ ਦਿੱਤੀ ਸੋ ਉਹਨਾਂ ਨੇ ਮੇਰਾ ਅਖਬਾਰ ਦੇ ਵਿੱਚ ਉਹ ਗੀਤ ਛਾਪ ਦਿੱਤਾ। ਸੋ ਮੈਨੂੰ ਬਹੁਤ ਜ਼ਿਆਦਾ ਹੌਸਲਾ ਆਇਆ। ਉਦੋਂ ਮੈਂ 10ਵੀਂ ਕਲਾਸ ਦੇ ਵਿੱਚ ਸੀ ਜਦੋਂ ਮੇਰਾ ਪਹਿਲਾ ਗੀਤ ਅਖਬਾਰ ਦੇ ਵਿੱਚ ਛਪਿਆ। ਸੋ ਸਭ ਤੋਂ ਵੱਧ ਖੁਸ਼ੀ ਮੇਰੇ ਮਾਤਾ ਪਿਤਾ ਨੂੰ ਹੋਈ। ਉਹਨਾਂ ਨੇ ਮਤਲਬ ਕਿ ਹਰੇਕ ਨੂੰ ਚੱਕ ਕੇ ਅਖਬਾਰ ਦਿਖਾਇਆ ਵੀ ਸਾਡੇ ਮੁੰਡੇ ਦਾ ਗੀਤ ਜਿਹੜਾ ਹੈ ਅਖਬਾਰ ਦੇ ਵਿੱਚ ਛਪਿਆ ਗਾ। ਸੋ ਬਸ ਫਿਰ ਉਹ ਦਿਨ ਤੋਂ ਬਾਅਦ ਅੱਜ ਦਾ ਦਿਨ ਆ, ਗੀਤ ਤਾਂ ਜਿਹੜੇ ਹੈਗੇ ਲਿਖੇ ਜਾਂਦੇ ਆ। ਪਰ ਜਦੋਂ ਮੈਂ ਹੋਮਿਓਪੈਥੀ ਡਿਗਰੀ ਕਰਨ ਉਪਰੰਤ ਆ ਕੇ ਪ੍ਰੈਕਟਿਸ ਦੇ ਵਿੱਚ ਆ ਗਿਆ ਤਾਂ ਜਦੋਂ ਮਰੀਜ਼ ਆਉਂਦੇ ਉਹ ਆਪਣਾ ਦੁੱਖ ਰੋਂਦੇ ਤਾਂ ਜਦੋਂ ਮੈਂ ਦੇਖਿਆ ਵੀ ਇਹ ਬਹੁਤ ਸਾਰੀਆਂ ਬਿਮਾਰੀਆਂ ਤਾਂ ਮਨੁੱਖ ਦੀ ਆਪਣੀ ਪੈਦਾਇਸ਼ ਹੀ ਹਨ, ਉਹਨਾਂ ਦਾ ਕਾਰਨ ਮਨੁੱਖ ਖੁਦ ਆ। ਬਿਲਕੁਲ। ਫਿਰ ਮੈਂ ਉਹਨੂੰ ਡੂੰਘਾਈ ਨਾਲ ਸੋਚਿਆ। ਸੋ ਫਿਰ ਉਹਦੇ ਵਿੱਚੋਂ ਜਿਹੜੀ ਹੈਗੀ ਆ ਇਹ ਆਓ ਜਿਉਣਾ ਸਿੱਖੀਏ ਪੁਸਤਕ ਜਿਹੜੀ ਹੈ ਉਹਦੀ ਸਿਰਜਣਾ ਹੋਈ। ਫਿਰ ਮੈਂ ਇੱਕ ਵਿਸ਼ੇ ਨੂੰ ਲੈ ਕੇ ਉਹਨੂੰ ਮਤਲਬ ਕਿ ਮਾਂ ਬੋਲੀ ਪੰਜਾਬੀ ਬਿਲਕੁਲ ਮਲਵਈ ਭਾਸ਼ਾ ਦੇ ਵਿੱਚ, ਬਹੁਤ ਸੌਖੀ ਭਾਸ਼ਾ ਦੇ ਵਿੱਚੋਂ ਮੈਂ ਇੱਕ ਲੇਖ ਮਤਲਬ ਕਿ ਲਿਖਦਾ ਸੀਗਾ। ਉਹਨੂੰ ਕੋਸ਼ਿਸ਼ ਕਰਦਾ ਸੀ ਵੀ ਉਹ ਸਾਇੰਟੀਫਿਕਲੀ ਵੀ ਸਹੀ ਹੋਵੇ ਤੇ ਲੋਕਾਂ ਦੇ ਵਿੱਚ ਉਹ ਗੱਲ ਵੀ ਜਾਵੇ। ਸੋ ਮੈਂ ਇਹਨੂੰ ਇੱਕ ਆਪਣਾ ਬੜਭਾਗ ਹੀ ਸਮਝੂਗਾ ਕਿ ਪੰਜਾਬੀ ਟ੍ਰਿਬਿਊਨ ਤੇ ਰੋਜ਼ਾਨਾ ਸਪੋਕਸਮੈਨ ਨੇ ਉਸ ਵਕਤ ਮੇਰੇ ਸਾਰੇ ਜਿਹੜੇ ਆਰਟੀਕਲ ਸੀਗੇ ਮੈਂ ਭੇਜਦਾ ਮਗਰੋਂ ਸੀ
ਤੇ ਆਰਟੀਕਲ ਪਹਿਲਾਂ ਛਪ ਜਾਂਦਾ ਸੀ ਵੀ ਆਏ ਹਫਤੇ ਪੰਜਾਬੀ ਟ੍ਰਿਬਿਊਨ ਵਰਗੇ ਅਖਬਾਰ ਦੇ ਵਿੱਚ ਮੇਰਾ ਛਪਣਾ ਬਿਲਕੁਲ ਬਿਲਕੁਲ ਮੇਰੇ ਲਈ ਇੱਕ ਬਹੁਤ ਹੀ ਮਤਲਬ ਕਿ ਮੈਂ ਆਪਣੇ ਆਪ ਨੂੰ ਬੜਭਾਗਾ ਸਮਝਾਂਗਾ। ਮੈਂ ਧੰਨਵਾਦ ਕਰਦਾ ਉਸ ਵੇਲੇ ਦੇ ਜਿਹੜੇ ਐਡੀਟਰ ਸਨ, ਸਿੱਧੂ ਦਮਦਮੀ ਜੀ ਸੀ, ਉਹਨਾਂ ਤੋਂ ਬਾਅਦ ਵਰਿੰਦਰ ਵਾਲੀਆ ਜੀ ਆਏ, ਉਹਨਾਂ ਤੱਕ ਮੈਂ ਮਤਲਬ ਕਿ ਬਹੁਤ ਵਧੀਆ ਛਪਦਾ ਰਿਹਾ ਜੀ। ਚਲੋ ਉਸ ਤੋਂ ਬਾਅਦ ਅਖਬਾਰ ਦੇ ਸੰਪਾਦਕ ਚੇਂਜ ਹੁੰਦੇ ਨੇ, ਚਲੋ ਮੇਰਾ ਵੀ ਥੋੜ੍ਹਾ ਜਿਹਾ ਲਿਖਣ ਦਾ ਰੁਝਾਨ ਘਟਿਆ, ਪਰ ਮੈਂ ਉਹ ਕਿਤਾਬ ਦੇ ਵਿੱਚ ਜਿਹੜੇ ਸੀਗੇ 48 ਲੇਖ ਸ਼ਾਮਲ ਕੀਤੇ। ਤੋ ਤੁਸੀਂ ਇਹ ਦੇਖੋ ਵੀ 1 ਮਹੀਨੇ ਦੇ ਵਿੱਚ 4 ਛਪਦੇ ਆ, ਸੋ ਕਿੰਨੇ ਲਗਾਤਾਰਤਾ ਨਾਲ ਮੈਂ ਛਪਦਾ ਰਿਹਾ। 12 ਮਹੀਨੇ ਸਾਲ ਦੇ ਵਿੱਚ ਤੁਹਾਡੀ ਕਿਤਾਬ ਬਣ ਗਈ, ਉਹ ਕਿਤਾਬ ਬਣੀ। ਤੇ ਉਸ ਤੋਂ ਇਲਾਵਾ ਇੱਕ ਲੇਖ ਨੂੰ ਕਈ ਵਾਰ ਉਹ ਦੁਬਾਰਾ ਵੀ ਉਹਨਾਂ ਨੇ ਰਿਪੀਟ ਵੀ ਕੀਤਾ, ਜਿਹੜਾ ਉਹਨਾਂ ਨੂੰ ਵਧੀਆ ਲੱਗਿਆ। ਸੋ ਪਾਠਕਾਂ ਦੇ ਜਿਹੜੇ ਸੀਗੇ ਮੈਨੂੰ ਮਤਲਬ ਕਿ ਫੋਨ ਆਉਂਦੇ ਜਾਂ ਚਿੱਠੀਆਂ ਆਉਂਦੀਆਂ, ਉਹਦੇ ਨਾਲ ਮੇਰਾ ਹੌਸਲਾ ਹੋਰ ਵਧਿਆ। ਸਭ ਤੋਂ ਵੱਡੀ ਗੱਲ ਮੈਂ ਉਹਦੇ ਵਿੱਚ ਇਹ ਪੇਸ਼ ਕੀਤੀ ਵੀ ਜਿਹੜੇ ਰੋਗ ਨੇ ਉਹ ਕੋਈ ਉੱਪਰੋਂ ਨਹੀਂ ਆਉਂਦੇ, ਇਹ ਮਨੁੱਖ ਖੁਦ ਉਹਨਾਂ ਲਈ ਜ਼ਿੰਮੇਵਾਰ ਹੈ। ਸਾਡਾ ਖਾਣ ਪੀਣ, ਸਾਡਾ ਰਹਿਣ ਸਹਿਣ, ਇਸ ਤੋਂ ਵੀ ਬਾਅਦ ਵੀ ਜਿਹੜੀ ਸਾਡੀ ਮਾਨਸਿਕਤਾ, ਜਿਹੜੀ ਸਾਡੀ ਸੋਚਣੀ ਆ, ਜਦੋਂ ਉਹ ਪੋਲਿਊਟ ਹੋਣੀ ਸ਼ੁਰੂ ਹੁੰਦੀ ਆ, ਸੋ ਉਦੋਂ ਸਾਡੇ ਅੰਦਰ ਜਿਹੜੇ ਵਿਕਾਰ ਪੈਦਾ ਹੁੰਦੇ ਨੇ। ਗੱਲ ਉੱਥੇ ਆ ਕਾਮ, ਕ੍ਰੋਧ, ਲੋਭ, ਉਹ ਹੰਕਾਰ 'ਚੋਂ ਹੀ ਨਿਕਲਦੀ ਹੈ ਗੱਲ ਤਾਂ। ਉਹ ਵਿਕਾਰ ਆ ਜਿਹੜੇ, ਉਹੀ ਸਾਡੀਆਂ ਬਿਮਾਰੀਆਂ ਬਣਦੀਆਂ ਨੇ। ਸੋ ਉਹ ਬਹੁਤ ਸਰਲ ਭਾਸ਼ਾ ਦੇ ਵਿੱਚ ਕਿਤਾਬ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ। 3 ਵਾਰ ਉਹ ਪ੍ਰਕਾਸ਼ਕ ਨੇ ਉਹ ਕਿਤਾਬ ਜਿਹੜੀ ਹੈ ਛਾਪੀ ਹੈ, ਅਤੇ ਅੱਜ ਵੀ ਉਹ ਕਿਤਾਬ ਹੈ ਜਿਹੜੀ ਵਧੀਆ ਵਿਕ ਰਹੀ ਹੈ। ਸੋ ਉਸ ਤੋਂ ਇਲਾਵਾ ਜਿਹੜੇ ਹੈ ਮੈਂ ਸਿੱਖ ਇਤਿਹਾਸ ਦਾ ਵੀ ਇੱਕ ਵਿਦਿਆਰਥੀ ਹਾਂ ਜੀ। ਉਹਦੇ ਨਾਲ ਵੀ ਮੈਨੂੰ, ਕਿਉਂਕਿ ਗੁਰੂਆਂ ਨੇ ਇਤਿਹਾਸ ਸਿਰਜਿਆ, ਸੋ ਉਹਨੂੰ ਮੈਂ ਪੜ੍ਹਦਾ ਅਤੇ ਉਹ ਮੈਂ ਪੜ੍ਹ ਕੇ ਉਹਨੂੰ ਵੀ ਸਾਇੰਟੀਫਿਕਲੀ ਲਿਖਣ ਦੀ ਕੋਸ਼ਿਸ਼ ਕੀਤੀ ਆ। ਸੋ ਗੁਰੂ ਨਾਨਕ ਸਾਹਿਬ ਜੀ ਦਾ ਹੁਣ 550ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ, ਉਹਨਾਂ ਦੇ ਬਾਰੇ ਮੈਂ ਇੱਕ ਆਰਟੀਕਲ ਜੋ ਲਿਖਿਆ ਗਾ, ਗੁਰੂ ਨਾਨਕ ਇੱਕ ਮਹਾਨ ਚਿੰਤਕ ਜਾਂ ਕਰਾਮਾਤੀ ਪੁਰਸ਼ ਜੀ। ਸੋ ਸਾਡੇ ਲੋਕਾਂ ਨੇ ਉਹਨਾਂ ਨੂੰ ਇੱਕ ਕਰਾਮਾਤੀ ਪੁਰਸ਼ ਦੇ ਤੌਰ 'ਤੇ ਜਾਂ ਇੱਕ ਸਾਧੂ ਦੇ ਰੂਪ 'ਚ ਹੀ ਸਮਝਿਆ। ਅਸੀਂ ਕੋਸ਼ਿਸ਼ ਕੀਤੀ ਆ ਵੀ ਗੁਰੂ ਨਾਨਕ ਸਾਹਿਬ ਬਹੁਤ ਮਹਾਨ ਕ੍ਰਾਂਤੀਕਾਰੀ ਮਨੁੱਖ ਹੋਏ ਨੇ, ਮਹਾਂਪੁਰਸ਼ ਹੋਏ ਨੇ। ਸੋ ਉਹਨਾਂ ਦੀ ਜਿਹੜੀ ਬਾਣੀ ਹੈ ਉਹਨੂੰ ਸਿਰਫ ਪੜ੍ਹਨਾ ਹੀ ਨਹੀਂ ਚਾਹੀਦਾ, ਉਹਨੂੰ ਵਿਚਾਰ ਕੇ ਉੱਤੇ ਅਮਲ ਕਰਨਾ ਚਾਹੀਦਾ, ਫਿਰ ਸਾਡੇ ਜਿਹੜੇ ਦੁੱਖ ਨੇ ਉਹ ਦੂਰ ਹੋਣਗੇ। ਸੋ ਮੈਂ ਨਿਰੰਤਰ ਉਹ ਕਾਰਜ ਪ੍ਰਕਿਰਿਆ ਦੇ ਵਿੱਚ ਸਿੱਖ ਇਤਿਹਾਸ ਬਾਰੇ ਵੀ ਅਤੇ ਸਿਹਤ ਬਾਰੇ ਵੀ ਲਿਖਦਾ ਰਹਿਣਾ ਗਾ। ਦੋਸਤੋ ਬਹੁਤ ਵਧੀਆ ਗੱਲ ਹੈ ਕਿ ਜਦੋਂ ਇੱਕ ਡਾਕਟਰ ਜਦੋਂ ਸਾਹਿਤ ਰਚਦਾ, ਤਾਂ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਇਹਨਾਂ ਦਾ ਧਿਆਨ ਦੋਹਾਂ ਪਾਸੇ ਰਹਿੰਦਾ ਕਿ ਜਿਹੜੀ ਉਹ ਗੱਲ ਕਰ ਲੈ ਲੌਜੀਕਲੀ ਹੋਵੇ। ਔਰ ਆਓ ਜਿਉਣਾ ਸਿੱਖੀਏ ਤੋਂ ਬਾਅਦ ਕੋਈ ਕਿਤਾਬ ਦੇ ਰੂਪ ਦੇ ਵਿੱਚ ਤੁਹਾਡੇ ਆਰਟੀਕਲ ਆਏ ਹੋਣ ਜਾਂ ਕੋਈ ਕਿਤਾਬ ਆਈ ਹੋਵੇ? ਹਾਂ, ਕਿਤਾਬ ਆਈ ਤਾਂ ਨਹੀਂ, ਕਿਤਾਬ ਇੱਕ ਕੰਪਲੀਟ ਹੋਈ ਪਈ ਆ। ਉਹਦੇ ਵਿੱਚ ਵੀ ਆਰਟੀਕਲ ਨੇ ਜਿਹੜੇ ਸਮਾਜ ਨੂੰ ਸੇਧ ਦਿੰਦੇ ਨੇ ਜੀ। ਉਸ ਦਾ ਮੈਂ ਨਾਮ ਕਰਨਾ ਚਾਹਿਆ ਸੀ ਪੰਜਾਬੀਓ ਜਾਗਦੇ ਕੇ ਸੁੱਤੇ। ਸੋ ਉਹ ਹਜੇ ਲੇਖਕਾਂ ਨਾਲ ਵਿਚਾਰ, ਉਹਨਾਂ ਦੀ ਲੇਖਕਾਂ ਦੇ ਸਾਥ 'ਚ ਮੈਂ ਲੈ ਕੇ ਜਾਊਂਗੀ, ਉਹਦਾ ਨਾਮ ਇਹ ਸਹੀ ਹੈ ਕਿਉਂਕਿ ਉਹਦੇ ਵਿੱਚ ਪੰਜਾਬ ਦੇ ਆਰਥਿਕ, ਪੰਜਾਬ ਦੇ ਸਮਾਜਿਕ, ਧਾਰਮਿਕ ਹਾਲਾਤ ਜੋ ਬਦਲ ਰਹੇ ਨੇ ਜੀ, ਉਹਨਾਂ ਨੂੰ ਲੈ ਕੇ ਮੈਂ ਉਹ ਸਾਰੇ ਆਰਟੀਕਲ ਲਿਖੇ ਨੇ। ਅਤੇ ਮੇਰੇ ਲਈ ਇਹ ਵੀ ਮਾਣ ਦੀ ਗੱਲ ਆ ਵੀ ਉਹ ਆਰਟੀਕਲ ਵੀ ਅਖਬਾਰਾਂ ਦੇ ਵਿੱਚ ਛਪੇ ਹੋਏ ਨੇ, ਪੰਜਾਬੀ ਟ੍ਰਿਬਿਊਨ, ਸਪੋਕਸਮੈਨ, ਅਜੀਤ ਦੇ ਵਿੱਚ ਉਹ ਵੀ ਛਪੇ ਹੋਏ ਨੇ। ਮੈਂ ਆਪਦੇ ਵੱਲੋਂ ਉਹਨਾਂ 'ਚ ਗਲਤੀਆਂ ਕੱਢ ਚੁੱਕਿਆ ਕਿਉਂਕਿ ਜਦੋਂ ਕੋਈ ਆਰਟੀਕਲ ਅਖਬਾਰ ਦੇ ਵਿੱਚ ਛਪਦਾ, ਸਭ ਤੋਂ ਵੱਡੀ ਸਾਡੇ ਲਈ ਇਹ ਖੁਸ਼ੀ ਦੀ ਗੱਲ ਹੁੰਦੀ ਹੈ ਅਤੇ ਸਾਨੂੰ ਇੱਕ ਸੇਧ ਮਿਲਦੀ ਹੈ ਵੀ ਜੇਕਰ ਉਹਦੇ 'ਚ ਕੋਈ ਗਲਤੀ ਹੈ ਤਾਂ ਸਾਨੂੰ ਸਾਡੇ ਸਤਿਕਾਰਯੋਗ ਪਾਠਕ ਪਹਿਲਾਂ ਦੱਸ ਦਿੰਦੇ ਆ ਵੀ ਇੱਥੇ ਅਸੀਂ ਜਾਂ ਤਾਂ ਉਹ ਰਹਿ ਗਈ ਲਿਖਣ ਕਣੀਓ, ਕਿਤੇ ਭੁਲੇਖਾ ਖਾ ਗਏ, ਮਿਸਪ੍ਰਿੰਟ ਹੋ ਗਈ, ਤਾਂ ਮੇਰੀ ਇਹ ਕੋਸ਼ਿਸ਼ ਆ ਵੀ ਉਹ ਗਲਤੀਆਂ ਲਗਭਗ ਨਿਕਲ ਚੁੱਕੀਆਂ ਨੇ। ਡਾਕਟਰ ਸਾਹਿਬ, ਮੈਨੂੰ ਜੀ ਸਭ ਤੋਂ ਵਧੀਆ ਗੱਲ ਲੱਗੀ ਕਿ ਬਹੁਤ ਸਮਾਂ ਪਹਿਲਾਂ ਕਿਸੇ ਕਲਾਕਾਰ ਨੂੰ ਮੈਂ ਇੰਟਰਵਿਊ ਕਰ ਰਿਹਾ ਸੀ, ਉਹਨਾਂ ਦੱਸਿਆ ਕਿ ਜਿਹੜੀਆਂ ਹੁਣ ਅੱਜ ਕੱਲ੍ਹ ਆਡੀਓ ਕੈਸਟਸ ਆਉਂਦੀਆਂ, CD ਬਣਦੀਆਂ ਜੀ, ਪਹਿਲਾਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੀ 1-2 ਕੰਪਨੀਆਂ ਹੁੰਦੀਆਂ ਸੀ, ਜਿਵੇਂ HMV ਜੀ, ਜਿਹਨੂੰ ਕੁੱਤੇ ਵਾਲੀ ਕੰਪਨੀ ਕਹਿੰਦੇ ਹੁੰਦੇ ਸੀ, ਅਤੇ ਉਹ ਕਲਾਕਾਰ ਪਹਿਲਾਂ ਆਪਣਾ ਗੀਤ ਖਾੜਿਆਂ 'ਚ ਗਾਉਂਦਾ, ਜਦੋਂ ਲੋਕ ਉਹਨੂੰ ਪ੍ਰਵਾਨ ਕਰ ਲੈਂਦੇ, ਲੋਕ ਉਹ 'ਚ ਜੋ ਸੋਧ ਕਰਨੀ ਹੁੰਦੀ ਉਹਨੂੰ ਦੱਸਦੇ, ਫਿਰ ਉਸ ਗਾਣੇ ਨੂੰ ਰਿਕਾਰਡ ਕੀਤਾ ਜਾਂਦਾ। ਅਤੇ ਮੈਨੂੰ ਲੱਗਿਆ ਵੀ ਤੁਹਾਡੇ ਵਾਲੀ ਬਿਲਕੁਲ ਸੇਮ ਉਸੇ ਤਰ੍ਹਾਂ ਤੁਸੀਂ ਪਹਿਲਾਂ ਆਪਣਾ ਆਰਟੀਕਲ ਜਿਹੜਾ ਉਹ ਅਖਬਾਰ 'ਚ ਛਪਾਉਂਦੇ ਹੋ, ਪਾਠਕਾਂ ਦੇ ਵਿਊ ਆਉਂਦੇ ਆ, ਅਤੇ ਕਿਤਾਬ ਰੂਪ ਦੇਣ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਜਿਹੜੀਆਂ ਲੋੜੀਂਦੀਆਂ ਸੋਧਾਂ ਨੇ ਉਹ ਕਰ ਲੈਂਦੇ ਹੋ। ਬਿਲਕੁਲ, ਇਹ ਬਹੁਤ ਵਧੀਆ ਉਪਰਾਲਾ। ਮੈਂ ਤੁਹਾਨੂੰ ਇੱਕ ਬਹੁਤ ਨਿੱਕੀ ਜਿਹੀ ਗੱਲ ਹੈ ਪਰ ਉਹ ਗਲਤੀ ਬਹੁਤ ਵੱਡੀ ਸੀ। ਮੇਰਾ ਇੱਕ ਆਰਟੀਕਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਅਖਬਾਰ ਦੇ ਵਿੱਚ ਛਪਿਆ ਜੀ। ਇੱਕ ਮੇਰੇ ਪਾਠਕ ਦਾ ਫੋਨ ਆਇਆ, ਉਹਦੇ ਵਿੱਚ ਮੈਥੋਂ ਹੀ ਲਿਖਿਆ ਗਿਆ ਵੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਭੋਰਾ ਸਾਹਿਬ ਸਥਾਪਿਤ ਹੈ ਜੀ। ਹਾਲਾਂਕਿ ਉਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਥੜਾ ਸਾਹਿਬ ਹੈ। ਓਕੇ। ਉਹ ਮੈਨੂੰ ਪਾਠਕ ਨੇ ਮਜ਼ਾਕੀਆ ਲਹਿਜੇ 'ਚ ਕਿਹਾ, ਡਾਕਟਰ ਸਾਹਿਬ ਤੁਸੀਂ ਗੁਰੂ ਸਾਹਿਬ ਦਾ ਕਿਹੜਾ ਭੋਰਾ ਤਿਆਰ ਕਰਵਾ ਦਿੱਤਾ?
ਅੱਛਾ ਮੇਰੇ ਕੋਈ ਚੇਤੇ 'ਚ ਨਹੀਂ ਸੀ ਜੀ। ਸੋ ਮੈਂ ਕਿਹਾ ਜੀ ਕੋਈ ਕੀ ਗੱਲ ਹੋਈ। ਉਹਨਾਂ ਨੇ ਜੋ ਦੱਸਿਆ ਤੇ ਉਹ ਮੇਰੇ ਨਾਲ ਪਹਿਲਾਂ ਵੀ ਜੁੜੇ ਹੋਏ ਸੀਗੇ ਤੇ ਕਹਿੰਦੇ ਤੁਸੀਂ ਇਸ ਤਰ੍ਹਾਂ ਲਿਖਿਆ ਵੀ ਭੋਰਾ ਸਾਹਿਬ ਤਾਂ ਉੱਥੇ ਕੋਈ ਨਹੀਂ, ਗੁਰਦੁਆਰਾ ਸਾਹਿਬ ਦਾ ਥੜਾ ਸਾਹਿਬ ਆ। ਮੈਂ ਉਹਨੂੰ ਭੋਰਾ ਸਾਹਿਬ ਇਸ ਤਰ੍ਹਾਂ ਸਮਝਦਾ ਕਿਉਂਕਿ ਮੈਂ ਉੱਥੇ ਦਰਸ਼ਨ ਕੀਤੇ ਸੀ। ਉਹ ਗੁਰਦੁਆਰਾ ਸਾਹਿਬ ਭੋਰੇ ਦੇ ਰੂਪ 'ਚ ਬਣਿਆ ਹੋਣ ਕਰਕੇ ਮੇਰੇ ਦਿਮਾਗ 'ਚ ਉਹ ਭੋਰਾ ਹੀ ਫਿੱਟ ਹੋ ਗਿਆ। ਸੋ ਇਸ ਤਰ੍ਹਾਂ ਦੇ ਪਾਠਕ ਨੇ ਜਿਹੜੇ ਸਾਡੇ ਜਿਹੜੇ ਤਿਰਛੀ ਨਜ਼ਰ ਵਾਲੇ, ਜਿਹਨੂੰ ਅਸੀਂ ਬਾਜ ਅੱਖ ਵਾਲੇ ਕਹਿੰਦੇ ਆ, ਉਹ ਕੋਈ ਹੁੰਦਾ। ਵੈਸੇ ਤਾਂ ਬਹੁਤੇ ਸਾਰੇ ਪਾਠਕ ਤਾਂ ਸਾਨੂੰ ਇਸ ਤਰ੍ਹਾਂ ਮਿਲਦੇ ਆ, ਬਹੁਤ ਵਧੀਆ ਜੀ, ਬਹੁਤ ਵਧਾਈਆਂ ਜੀ। ਮੈਂ ਉਹਨਾਂ ਨੂੰ ਕਹਿਣਾ ਹੁੰਦਾ ਮੈਨੂੰ ਵੀ ਪਤਾ ਵੀ ਬਹੁਤ ਵਧੀਆ, ਵੀ ਤੂੰ ਮੇਰੀ ਘਾਟ ਦੱਸ, ਮੇਰੀ ਕੋਈ ਗਲਤੀ ਦੱਸ, ਕਿਉਂਕਿ ਇਹ ਕੱਲ ਨੂੰ ਇਹਨੇ ਇਤਿਹਾਸ ਬਣਨਾ। ਜੋ ਅਸੀਂ ਅੱਜ ਲਿਖਦੇ ਹਾਂ ਇਹਨੇ ਕੱਲ ਇਤਿਹਾਸ ਬਣਨਾ। ਆਉਣ ਵਾਲੀ ਪਨੀਰੀ ਨੇ ਇਹਦੇ ਚੋਂ ਪੜ੍ਹਨਾ, ਉਹਨਾਂ ਨੇ ਇਹੀ ਸੱਚ ਮੰਨਣਾ। ਸੋ ਜੇ ਕੋਈ, ਮੈਂ ਫਿਰ ਵੀ ਹਰੇਕ ਨਵੇਂ ਰਾਈਟਰ ਨੂੰ ਜੇ ਕੋਈ ਉਹਦੀ ਗਲਤੀ ਹੁੰਦੀ ਆ ਮੈਂ ਮੂੰਹ ਤੇ ਕਹਿ ਦਿੰਦਾ ਜੀ, ਠੀਕ ਆ, ਕਦੇ ਮੈਂ ਝਿਜਕਦਾ ਨਹੀਂ ਹਾਂ। ਸੋ ਮੈਂ ਆਪਦੇ ਸੀਨੀਅਰ ਨੂੰ ਵੀ ਕਹਿੰਦਾ ਹੁੰਦਾ ਵੀ ਮੇਰੇ ਵਿੱਚ ਜਦੋਂ ਤੁਹਾਨੂੰ ਕੋਈ ਮੇਰੇ ਕਿਸੇ ਆਰਟੀਕਲ 'ਚ, ਮੇਰੇ ਕਿਸੇ ਗੀਤ 'ਚ ਤੁਹਾਨੂੰ ਕੋਈ ਗੱਲ ਰੜਕੇ ਤਾਂ ਕਿਰਪਾ ਕਰਕੇ ਮੈਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰੋ, ਕਿਉਂਕਿ ਇਹਨਾਂ ਨੇ ਅੱਗੇ ਇਤਿਹਾਸ ਬਣਨਾ। ਦੋਸਤੋ ਤੁਸੀਂ ਜਦੋਂ ਹੁਣ ਸੁਣ ਰਹੇ ਹੋ ਤੇ ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਜਿਹੜੇ ਪਹਿਲੇ ਹੋਮੋਪੈਥੀ ਬਾਰੇ ਗੱਲ ਕਰ ਰਹੇ ਸੀ ਉਹ ਕੋਈ ਬੰਦੇ ਹੋਰ ਸੀ, ਤੇ ਜਿਹੜੇ ਸਾਹਿਤ ਦੀ ਇਸ ਵਿਧਾ ਬਾਰੇ ਗੱਲ ਕਰ ਰਹੇ ਨੇ ਇਹ ਬੰਦੇ ਹੋਰ ਨੇ। ਮੈਂ ਸ਼ੁਰੂ 'ਚ ਕਿਹਾ ਸੀ ਕਿ ਕਲਾ ਇੱਕ ਹੀ ਬੰਦੇ ਨੂੰ ਕਲਾਕਾਰ ਬਣਾਉਂਦੀ ਆ, ਪਰ ਜਦੋਂ ਬਹੁਤ ਸਾਰੀਆਂ ਕਲਾਵਾਂ ਹੋਣ ਫਿਰ ਉਹ ਬਸ਼ਰ, ਫਿਰ ਉਹ ਪਰਸਨੈਲਿਟੀ, ਫਿਰ ਉਹ ਸ਼ਖਸੀਅਤ ਇੱਕ ਵੱਖਰੀ ਤਰ੍ਹਾਂ ਦੀ ਹੋ ਜਾਂਦੀ ਹੈ। ਸੋ ਡਾਕਟਰ ਸਾਹਿਬ ਹਰ ਵਿਸ਼ੇ ਬਾਰੇ ਇੰਨੀ ਬਰੀਕੀ ਨਾਲ, ਹੁਣ ਜੇ ਸਾਹਿਤ ਬਾਰੇ ਗੱਲ ਕਰ ਰਹੇ ਨੇ ਤਾਂ ਇੰਨੀ ਸੰਜੀਦਗੀ ਨਾਲ, ਇੰਨੀ ਪਰਪੱਕਤਾ ਨਾਲ ਉਹਨਾਂ ਨੂੰ ਕੱਲੀ ਬਰੀਕੀ ਗੱਲ ਦਾ ਪਤਾ ਕਿ ਜੇ ਗੱਲ ਪਹਿਲਾਂ ਜੇ ਛਪਣੀ ਹੈ, ਜੇ ਉਹ ਉਸ ਚੀਜ਼ ਨੇ ਕੱਲ੍ਹ ਨੂੰ ਇਤਿਹਾਸ ਬਣਨਾ, ਤਾਂ ਉਸ ਚੀਜ਼ ਬਾਰੇ ਵੀ ਉਹ ਕਿੰਨੇ ਸੰਜੀਦਾ ਨੇ। ਸੋ ਡਾਕਟਰ ਸਾਹਿਬ ਸਾਹਿਤ ਤੁਸੀਂ ਪੜ੍ਹਿਆ, ਸਾਹਿਤ ਤੁਸੀਂ ਸਿਰਜਣਾ ਵੀ ਕਰ ਰਹੇ ਹੋ, ਸਾਹਿਤ ਦੇ ਖੇਤਰ ਵਿੱਚ ਤੁਹਾਨੂੰ ਕਵਿਤਾ, ਵਾਰਤਕ ਕਿਹੜੀ ਚੀਜ਼ ਨੇ ਜ਼ਿਆਦਾ ਤੁਸੀਂ ਮੁਤਾਸਰ ਹੋ, ਜਿਹਦੇ ਤੋਂ ਪ੍ਰਭਾਵਿਤ ਹੋ ਜ਼ਿਆਦਾ? ਦੇਖੋ ਜੀ, ਮੈਂ ਮੁੱਢਲੇ ਤੌਰ 'ਤੇ ਤਾਂ ਮੈਂ ਆਪਣੇ ਆਪ ਨੂੰ ਕਵੀ ਮੰਨਦਾ ਜੀ। ਹਾਂ ਵੀ ਮੈਂ ਕਵੀ ਤੇ ਗਾ ਵੀ ਲੈਣਾ ਮੈਂ, ਠੀਕ ਹੈ। ਕਹਿੰਦੇ ਹੁੰਦੇ ਵੀ ਜਦੋਂ ਗਾਇਆ ਜਾਵੇ ਤਾਂ ਉਹ ਗੀਤ ਬਣ ਜਾਂਦਾ। ਸੋ ਕਵੀ ਕਹਿ ਲਓ, ਗੀਤਕਾਰ ਕਹਿ ਲਓ, ਪਰ ਜਿਹੜਾ ਹੈਗਾ ਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਲੇਖ ਨੇ ਉਹ ਵਾਰਤਕ, ਅਸੀਂ ਉਹਨੂੰ ਵਾਰਤਕ ਦੇ ਵਿੱਚ ਲੈ ਜਾਂਦੇ ਹਾਂ। ਮੈਂ ਇਹ ਵੀ ਸਿੱਟਾ ਕੱਢਿਆ ਵੀ ਕੋਈ ਵੀ ਲੇਖਕ ਹੈ, ਚਾਹੇ ਉਹ ਕਹਾਣੀਕਾਰ ਆ, ਨਾਟਕਕਾਰ ਆ, ਵਾਰਤਕਾਰ ਆ, ਉਹ ਸਭ ਤੋਂ ਪਹਿਲਾਂ ਕਵੀ ਹੁੰਦਾ ਬਿਲਕੁਲ ਕਵੀ। ਕਿਉਂਕਿ ਕਵਿਤਾ ਜਿਹੜੀ ਇੱਕ ਐਸੀ ਚੀਜ਼ ਆ ਜਿਹੜੀ ਬੰਦੇ ਦੇ ਅੰਦਰੋਂ ਫੁੱਟਦੀ ਆ, ਠੀਕ ਆ। ਜਿਹੜੇ ਲੇਖ ਨੇ, ਆਰਟੀਕਲ ਨੇ ਜਾਂ ਕਹਾਣੀਆਂ, ਇਹ ਬੌਧਿਕਤਾ ਨਾਲ ਜੁੜੀਆਂ ਹੋਈਆਂ ਨੇ, ਇਹਦੇ ਲਈ ਸਾਨੂੰ ਸਮਾਂ ਕੱਢਣਾ ਪੈਂਦਾ। ਪਰ ਜਿਹੜੀ ਕਵਿਤਾ, ਉਹ ਤਾਂ ਕਈ ਵਾਰ ਮੈਂ ਦੇਖਿਆ ਵੀ ਬਾਜ਼ਾਰ 'ਚ ਗੇੜਾ ਕੱਢਣ ਗਏ ਸੀ, ਕਵਿਤਾ ਗੀਤ ਬਣ ਕੇ ਆ ਗਿਆ, ਘਰੇ ਆ ਕੇ ਲਿਖਤਾ। ਸੁਪਨੇ ਦੇ ਵਿੱਚ ਵੀ ਗੀਤ ਲਿਖੇ ਜਾਂਦੇ ਨੇ, ਪਰ ਜਿਹੜਾ ਦੂਸਰਾ ਕੰਮ ਆ ਉਹਦੇ ਲਈ ਥੋੜ੍ਹਾ ਜਿਹਾ ਸਾਨੂੰ ਬੈਠਕ ਵੀ ਤੇ ਟਾਈਮ ਵੀ ਦੇਣਾ ਪੈਂਦਾ। ਇਹ ਨਹੀਂ ਵੀ ਕਵਿਤਾ ਹੀ ਲਿਖੀ ਜਾਂਦੀ ਹੈ, ਪਰ ਕਵਿਤਾ ਜਿਹੜੀ ਹੈਗੀ ਆ ਉਹ ਇੱਕ ਕੁਦਰਤੀ ਝਰਨੇ ਵਾਂਗੂ ਆ, ਪਤਾ ਨਹੀਂ ਕਦੋਂ ਤੁਹਾਡੇ ਮਨ 'ਚ ਉਹ ਵਿਚਾਰ ਨਿਕਲ ਆਉਣਾ। ਸੋ ਦੋਸਤੋ ਬਹੁਤ ਸੋਹਣੀਆਂ ਗੱਲਾਂ ਨੇ। ਦੂਜੀ ਪਰਤ ਮੈਂ ਚੁੱਕ ਦਿੱਤੀ ਹੈ ਡਾਕਟਰ ਸਾਹਿਬ ਦੀ ਪਰਸਨੈਲਿਟੀ ਦੀ, ਕਿ ਡਾਕਟਰ ਹੋਣ ਤੋਂ ਇਲਾਵਾ ਇਹ ਸਾਹਿਤ ਸਿਰਜਣਾ ਵਾਲੇ ਪਾਸੇ ਲੱਗੇ ਹੋਏ ਨੇ। ਸਾਹਿਤ ਲਿਖਣਾ, ਸਾਹਿਤ ਪੜ੍ਹਨਾ ਰੋਜ਼ਮਰਰਾ ਦੀ ਜ਼ਿੰਦਗੀ ਦਾ ਇਹਨਾਂ ਦਾ ਹਿੱਸਾ ਹੈ। ਸੋ ਮੇਰੇ ਖਿਆਲ ਦੋ ਪਰਤਾਂ ਪੂਰੀਆਂ ਨੇ। ਡਾਕਟਰ ਸਾਹਿਬ ਤੁਸੀਂ ਇੱਕ ਡਾਕਟਰ ਦੇ ਤੌਰ 'ਤੇ ਵੀ ਦਰਸ਼ਕਾਂ ਨੂੰ ਬੜੀ ਬਰੀਕੀ ਨਾਲ ਹੋਮੋਪੈਥੀ ਬਾਰੇ ਦੱਸਿਆ ਜੀ। ਇੱਕ ਸਾਹਿਤਕਾਰ, ਸਾਹਿਤ ਰਸੀਆ ਦੇ ਤੌਰ 'ਤੇ ਵੀ ਤੁਸੀਂ ਜੋ ਮਹਿਸੂਸ ਕਰਦੇ ਹੋ, ਜੋ ਲਿਖਦੇ ਹੋ, ਉਹਦੇ ਬਾਰੇ ਵੀ ਤੁਸੀਂ ਬੜੀ ਬਰੀਕੀ ਨਾਲ ਦੱਸਿਆ। ਤੀਜੀ ਪਰਤ ਜਿਹੜੀ ਹੁਣ ਮੈਂ ਚੁੱਕਣ ਜਾ ਰਿਹਾ ਉਹ ਆ ਕਿ ਗਾਇਕੀ ਦੀ ਜੀ। ਤੁਸੀਂ ਬਹੁਤ ਸੋਹਣਾ ਗਾਉਂਦੇ ਹੋ, ਔਰ ਗਾਇਕੀ ਦੇ ਵਿੱਚ ਵੀ ਤੁਹਾਡੀ ਜਿਹੜੀ ਚੀਜ਼ ਮੈਨੂੰ ਬਹੁਤ ਚੰਗੀ ਲੱਗਦੀ ਉਹ ਕਿ ਤੁਸੀਂ ਕਵੀਸ਼ਰੀ ਵੀ ਗਾਉਂਦੇ ਹੋ। ਮੈਂ ਚਾਹੁੰਦਾ ਕਿ ਤੁਸੀਂ ਗੀਤਕਾਰੀ ਤੇ ਗਾਇਕੀ, ਇਹ ਤੁਹਾਡੇ ਵਿੱਚ ਦੋਵੇਂ ਕਲਾਵਾਂ ਨੇ। ਗੀਤਕਾਰੀ ਇੱਕ ਵੱਖਰੀ ਕਲਾ ਤੇ ਗਾਇਕੀ ਇੱਕ ਵੱਖਰੀ ਕਲਾ ਜੀ। ਤੁਸੀਂ ਮੈਨੂੰ ਵਾਰੀ ਦੱਸਣਾ ਕਿ ਗੀਤਕਾਰੀ ਕਿਵੇਂ ਸ਼ੁਰੂ ਹੋਈ ਤੇ ਫਿਰ ਗੀਤਕਾਰੀ ਤੋਂ ਗਾਇਕ ਵਾਲੇ ਪਾਸੇ ਕਿਵੇਂ ਗਏ? ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਗੀਤਕਾਰੀ ਤਾਂ ਜਿਵੇਂ ਕਹਿੰਦੇ 5ਵੀਂ ਕਲਾਸ 'ਚ ਸ਼ੁਰੂ ਹੋ ਗਈ ਸੀਗੀ। ਸੋ ਗੀਤ ਨਿਰੰਤਰ ਲਿਖਦਾ ਰਿਹਾ, ਉਹਨਾਂ ਨੂੰ ਕਾਪੀਆਂ ਦੇ ਵਿੱਚ ਸਾਂਭਦਾ ਰਿਹਾ ਜੀ। ਸੋਚਿਆ ਸੀ ਵੀ ਕਦੇ ਵੇਲਾ ਆਊਗਾ ਕੋਈ ਇਹਨਾਂ ਨੂੰ ਗਾਇਕ, ਵੱਡਾ ਗਾਇਕ ਹੈ ਜਿਹੜਾ ਉਹ ਗਾਵੇਗਾ ਜੀ। ਸੋ ਇਹ ਮਨ ਦੇ ਸੁਪਨੇ ਸੀ ਜਿਹੜੇ ਇਹ ਮਤਲਬ ਕਿ 10ਵੀਂ 12ਵੀਂ 'ਚ ਫੁੱਟਣੇ ਸ਼ੁਰੂ ਹੋ ਗਏ ਸੀਗੇ ਜੀ। ਸੋ ਉਦੋਂ ਕੋਈ ਬਹੁਤਾ ਵੱਡਾ ਸਰਕਲ ਨਹੀਂ ਸੀਗਾ। ਉਦੋਂ ਇਸ ਵੀ ਚਲੋ ਇੱਕ ਵਾਰ ਪੜ੍ਹਾਈ ਪੂਰੀ ਕਰੀਏ ਤੇ ਆਪਣੀ ਜਿਹੜੀ ਸਿਰਜਣ ਪ੍ਰਕਿਰਿਆ ਸੀ ਉਹ ਮੈਂ ਜਾਰੀ ਰੱਖੀ। ਸੋ ਡੈਡੀ ਦੇ ਨਾਲ ਜਿਹੜਾ ਕਵਿਸ਼ਰੀ ਜਥਾ, ਇਹ ਸਾਡਾ ਜਦੋਂ ਬਸ ਮੇਰੇ ਮੁੱਛ ਫੁੱਟਣ ਲੱਗੀ ਤਾਂ ਉਦੋਂ ਤੋਂ ਹੀ ਬਣ ਗਿਆ ਸੀਗਾ। ਸਾਡਾ ਇੱਕ ਤੀਜਾ ਸਾਥੀ ਦਰਸ਼ਨ ਸਿੰਘ ਗੁਰੂ,
ਜੋ ਅੱਜ ਕੱਲ੍ਹ ਕਾਨੂੰਗੋ ਬਣ ਗਏ ਨੇ। ਜੀ। ਸੋ ਅਸੀਂ ਅੱਜ ਤੋਂ ਲਗਭਗ 10 ਕੁ ਸਾਲ ਪਹਿਲਾਂ ਜੀ। ਇੱਕ ਕੈਸਟ ਕਵੀਸ਼ਰੀਆਂ ਦੀ ਦਿੱਤੀ ਸੀ, ਨਿਮਾਣਿਆਂ ਦੇ ਮਾਣ, ਜੀ। ਗੁਰੂ ਗੋਬਿੰਦ ਸਿੰਘ ਜੀ, ਜੀ। ਗੁਰੂ ਗੋਬਿੰਦ ਸਿੰਘ ਨਿਮਾਣਿਆਂ ਦੇ ਮਾਣ। ਉਹ ਕੈਸਟ ਦੇ ਰਾਹੀਂ ਅਸੀਂ ਆਪਣੇ ਮਤਲਬ ਕਿ ਜਿਹੜੀ ਸੀ ਕਵੀਸ਼ਰੀ ਦਾ ਲੋਹਾ ਮਨਵਾ ਲਿਆ ਕਹਿ ਸਕਦੇ ਹਾਂ। ਅਤੇ ਅਸੀਂ ਹਰੇਕ ਸਭਾ ਦੇ ਵਿੱਚ ਜਿੱਥੇ ਸਾਹਿਤ ਸਭਾ ਹੁੰਦੀ ਤਾਂ ਉੱਥੇ ਅਸੀਂ ਕਵੀਸ਼ਰੀ ਕਰਦੇ ਸੀ। ਅਤੇ ਕਵੀਸ਼ਰੀ ਦੇ ਤੌਰ 'ਤੇ ਤਾਂ ਮੈਨੂੰ ਜਾਣਿਆ ਜਾਣ ਲੱਗਿਆ, ਪਰ ਮੇਰੇ ਮਨ ਦੇ ਵਿੱਚ ਫਿਰ ਉਹ ਜਿਹੜੇ ਸੁਪਨੇ ਪਲੇ ਹੋਏ ਸੀ ਵੀ ਮੇਰੇ ਜਿਹੜੇ ਗੀਤ ਆ ਉਹਨਾਂ ਨੂੰ ਕੋਈ ਗਾਇਕ ਆਵਾਜ਼ ਦੇਵੇ। ਸੋ ਮੈਂ ਹੋਰਨਾਂ ਗੀਤਕਾਰਾਂ ਵਾਂਗ ਕਾਪੀਆਂ ਚੱਕ ਕੇ ਬਹੁਤ ਸਾਰੇ ਜਿਹੜੇ ਸੋ ਕਾਲਡ ਵੱਡੇ ਗਾਇਕ ਨੇ ਉਹਨਾਂ ਕੋਲ ਮੈਂ ਗਿਆ। ਕੋਈ ਨਾ ਕੋਈ ਸੱਜਣ ਬੇਲੀ ਮੈਨੂੰ ਲੈ ਕੇ ਜਾਂਦਾ, ਜਿਵੇਂ ਤੁਸੀਂ ਮੇਰੇ ਮਿੱਤਰੋਂ, ਤੁਸੀਂ ਕਹੋ ਵੀ ਮੈਨੂੰ ਫਲਾਨਾ ਗਾਇਕ ਜਾਣਦਾ ਤੇ ਆ ਚੱਲੀਏ, ਤੇਰੇ ਗੀਤ ਵਧੀਆ ਨੇ, ਉਹ ਗਾਊਗਾ। ਚਲੋ ਹੋ ਸਕਦਾ ਕਿਸੇ ਗਾਇਕ ਦੀਆਂ ਕੋਈ ਮਜਬੂਰੀਆਂ ਹੋਣ, ਮੈਂ ਤਾਂ ਨਹੀਂ ਕਹਿੰਦਾ, ਪਰ ਜਦੋਂ ਮੈਨੂੰ ਕਿਹਾ ਕਰਨ ਵੀ ਤੂੰ ਕਾਪੀ ਇੱਥੇ ਰੱਖ ਜਾ, ਮੇਰਾ ਹੀਆਂ ਨਾ ਪਿਆ ਕਰੇ ਵੀ ਮੈਂ ਇੱਥੇ ਰੱਖ ਜਾ, ਕਿਉਂਕਿ ਮੈਨੂੰ ਪਤਾ ਸੀਗਾ ਵੀ ਇਸ ਲਾਈਨ ਦੇ ਵਿੱਚ ਜਿਹੜਾ ਹੈ ਜਿਹੜੇ ਮੁਖੜੇ ਨੇ ਉਹ ਚੋਰੀ ਕੀਤੇ ਜਾਂਦੇ ਨੇ। ਸੋ ਜੇ ਜਿਵੇਂ ਆਪਾਂ ਕਹਿ ਦਈਏ ਵੀ ਕਿਸੇ ਲੇਖਕ ਦੀ ਇੱਕ ਰਚਨਾ ਹੀ ਚੋਰੀ ਹੋ ਜਾਵੇ, ਠੀਕ ਹੈ, ਲੇਖਕ ਲਈ ਸਭ ਕੁਝ ਉਹ ਹੁੰਦਾ ਗਾ। ਬਿਲਕੁਲ। ਸੋ ਮੈਂ ਨਹੀਂ ਚਾਹਿਆ ਵੀ ਮੈਂ ਉਹਨਾਂ ਕੋਲ ਕਾਪੀ ਰੱਖ ਕੇ ਆਵਾਂ। ਮੈਂ ਉਹਨਾਂ ਨੂੰ ਇਹ ਕਹਿ ਦਿੰਦਾ ਸੀ ਵੀ ਅਗਰ ਤੁਹਾਨੂੰ ਕਦੇ ਲੋੜ ਪਈ ਤਾਂ ਮੇਰੇ ਕੋਲੇ ਕਿਉਂਕਿ ਹਰ ਜਿਵੇਂ ਕਹਿੰਦੇ ਹੁੰਦੇ ਮਾਂ ਨੂੰ ਆਪਣਾ ਪੁੱਤ ਪਿਆਰਾ ਲੱਗਦਾ, ਸੋ ਮੈਨੂੰ ਤਾਂ ਇਹ ਸੀ ਮੇਰੇ ਸਾਰੇ ਗੀਤ ਬਹੁਤ ਪਿਆਰੇ ਨੇ। ਸੋ ਮੈਂ ਉਹਨਾਂ ਨੂੰ ਮਾੜਾ ਮੋਟਾ ਸੁਣਾ ਵੀ ਆਉਂਦਾ ਸੀਗਾ ਵੀ ਮੇਰੇ ਗੀਤ ਜਿਹੜੇ ਉਹ ਸਮਾਜਿਕ ਗੀਤ ਨੇ, ਠੀਕ ਹੈ ਨਾ, ਜੇ ਕਦੇ ਤੁਹਾਨੂੰ ਲੋੜ ਪਈ ਤਾਂ ਜੇ ਤੁਸੀਂ ਸਮਾਜਿਕ ਗਾਉਣਾ ਚਾਹੋ ਤਾਂ। ਪਰ ਸਮਾਂ ਬੀਤਦਾ ਗਿਆ, 5 ਸਾਲ 7 ਸਾਲ 10 ਸਾਲ ਲੰਘ ਗਏ। ਮੈਂ ਇੱਧਰੋਂ ਖਿਆਲ ਛੱਡ ਦਿੱਤਾ ਵੀ ਲੈ ਵੀ ਮਨਾ ਹੁਣ ਤੇਰੇ ਗੀਤ ਕੋਈ ਨਹੀਂ ਗਾਉਂਦਾ, ਤੂੰ ਸਾਹਿਤ ਸਭਾ ਦੇ ਵਿੱਚ ਜਿਹੜਾ ਹੈ ਗਾਇਆ ਕਰ ਤੇ ਆਪਣੇ ਮਨ ਦੀ ਭੜਾਸ ਕੱਢਿਆ ਕਰ। ਸੋ 5 ਕੁ ਸਾਲ ਦੀ ਗੱਲ ਹੈ, ਦਰਸ਼ਨ ਸਿੰਘ ਗੁਰੂ ਜਿਹੜੇ ਸਾਡੇ ਹੈਗੇ ਨੇ ਸਾਥੀ ਕਵੀਸ਼ਰੀ ਤੇ ਉਹ ਨਾਵਲਕਾਰ ਵੀ ਨੇ, ਉਹਨਾਂ ਦਾ ਬੇਟਾ KV ਸਿੰਘ ਉਹ ਇਸ ਇੰਡਸਟਰੀ 'ਚ ਆ ਗਿਆ, ਮਿਊਜ਼ਿਕ ਇੰਡਸਟਰੀ ਦੇ ਵਿੱਚ, ਤੇ ਉਹਦਾ ਨਾਮ ਵੀ ਬਹੁਤ ਆ। ਜਿਹੜੇ ਸਾਡੇ ਪ੍ਰਸਿੱਧ ਗਾਇਕ ਨੇ ਕਨਵਰ ਗਰੇਵਾਲ, ਉਹਨੂੰ ਸਟੇਜ 'ਤੇ ਲੈ ਕੇ ਆਉਣ ਵਾਲਾ ਉਹ ਬੰਦਾ। ਕਿਆ ਬਾਤ ਹੈ। ਸੋ ਉਹਦੇ ਨਾਲ ਫਿਰ ਮੈਂ ਜਦੋਂ ਦਿਲ ਦੀਆਂ ਗੱਲਾਂ ਕੀਤੀਆਂ ਤਾਂ ਉਹ ਕਹਿੰਦਾ ਬਾਈ ਗੱਲ ਹੀ ਕੋਈ ਨਹੀਂ, ਹੁਣ ਤੈਨੂੰ ਹੀ ਗਾਇਕ ਬਣਾਵਾਂਗੇ। ਸੋ ਜਿਹੜਾ ਅੰਨਾ ਕੀ ਭਾਲੇ ਦੋ ਅੱਖਾਂ, ਫਿਰ ਮੈਂ ਉਹਨੂੰ ਸੁਣਾਏ ਗੀਤ। ਮੈਂ ਕਿਹਾ ਵੀ ਮੈਂ ਸਮਾਜਿਕ ਹੀ ਮੇਰੇ ਗੀਤ ਨੇ, ਮੈਂ ਇਹਨਾਂ ਗੀਤਾਂ ਨੂੰ ਚਾਹੁੰਦਾ ਗਾ ਵੀ ਕਿਤੇ ਕਾਪੀਆਂ 'ਚ ਨਾ ਪਏ ਰਹਿਣ, ਤੇ ਇਹਨਾਂ ਨੂੰ ਮੈਂ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਣਾ ਚਾਹੁੰਦਾ ਗਾ, ਤੇ ਮੇਰੇ ਉਹ ਗੀਤ ਹੈ ਵੀ ਲੋਕ ਪੱਖੀ। ਸੋ ਇਸੇ ਕਰਕੇ ਤੁਹਾਨੂੰ ਲੋਕ ਗੀਤਕਾਰ ਵੀ ਕਹਿੰਦੇ ਆ, ਲੋਕ ਗਾਇਕ ਵੀ ਕਹਿੰਦੇ ਆ। ਤੇ ਇੱਕ ਮੈਂ ਇੱਥੇ ਡਾਕਟਰ ਸਾਹਿਬ ਕਿਤੇ ਮੇਰੇ ਮਨ 'ਚੋਂ ਸਵਾਲ ਰਹਿ ਨਾ ਜਾਏ, ਤੁਸੀਂ ਕਵੀਸ਼ਰੀ ਦੇ ਨਾਲ ਵਾਬਸਤਾ ਜੁੜੇ ਹੋਏ ਹੋ ਜੀ। ਉਸ ਦੌਰ 'ਚ ਕਵੀਸ਼ਰੀ ਤੁਸੀਂ ਕਿਹਾ ਕਿ ਤੁਸੀਂ ਲੋਹਾ ਵੀ ਮਨਵਾਇਆ। ਅੱਜ ਦੇ ਦੌਰ ਦੇ ਵਿੱਚ ਜਿਹੜੀ ਕਵੀਸ਼ਰੀ ਆ, ਮੈਨੂੰ ਲੱਗਦਾ ਆਪਣੇ ਤੌਰ ਤੇ ਕਿ ਉਸ ਲੈਵਲ ਤੇ ਪ੍ਰਮੋਟ ਨਹੀਂ ਹੋ ਰਹੀ ਜਿਸ ਲੈਵਲ ਤੇ ਅੱਜ ਕੋਈ ਮੰਡੀ 'ਚ ਗੀਤ ਚੱਲ ਰਿਹਾ, ਕੋਈ ਦੋ ਗਾਣਾ ਚੱਲ ਰਿਹਾ। ਸਿਰਫ ਕੁਝ ਨਾ ਕੁਝ ਧਾਰਮਿਕ ਮੇਲਿਆਂ ਤੋਂ ਇਲਾਵਾ ਕਿਤੇ ਵੀ ਇਸ ਵਿਧਾ ਨੂੰ ਲੋਕਾਂ ਦੇ ਸਨਮੁਖ ਨਹੀਂ ਕੀਤਾ ਜਾਂਦਾ। ਕੀ ਕਾਰਨ ਸਮਝਦੇ ਹੋ ਤੁਸੀਂ ਇਹਦੇ? ਬਿਲਕੁਲ ਤੁਹਾਡੀ ਗੱਲ ਸਹੀ ਆ। ਕਵੀਸ਼ਰੀ ਨੂੰ ਸਿਰਫ ਜਾਂ ਤਾਂ ਨਗਰ ਕੀਰਤਨ ਜਾਂ ਜੋੜ ਮੇਲਿਆਂ ਤੇ ਜਾਂ ਕਈ ਮਤਲਬ ਕਿ ਸੰਸਥਾਵਾਂ ਨੇ ਜਿੱਥੇ ਕਵੀਸ਼ਰੀ ਦੇ ਮੁਕਾਬਲੇ ਹੁੰਦੇ, ਸਿਰਫ ਉੱਥੋਂ ਤੱਕ ਕਵੀਸ਼ਰੀ ਸੀਮਿਤ ਹੋ ਗਈ ਹੈ ਜੀ। ਕਿਉਂਕਿ ਇਹ ਲੋਕ ਕਲਾਵਾਂ ਸੀ, ਅੱਗੇ ਸੱਥਾਂ ਦੇ ਵਿੱਚ ਅਖਾੜੇ ਲੱਗਦੇ, ਕਿੰਨੇ ਕਿੰਨੇ ਹਜ਼ਾਰ ਲੋਕ ਕਵੀਸ਼ਰੀ ਸੁਣਨ ਆਉਂਦੇ। ਅੱਜ ਦਾ ਸਮਾਂ ਬਦਲ ਗਿਆ। ਅੱਜ ਦੀ ਜਿਹੜੀ ਯੰਗ ਜਨਰੇਸ਼ਨ ਆ ਉਹ ਤਾਂ ਫਿਰ ਜਿਹੜੀ ਹੈਗੀ ਉਕਸਾਊ ਜਿਹੜੇ ਗਾਣੇ ਨੇ ਉਹ ਸੁਣ ਕੇ ਜ਼ਿਆਦਾ ਮਤਲਬ ਖੁਸ਼ ਹੁੰਦੇ। ਬਾਕੀ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਵੀ ਬਹੁਤ ਜ਼ਿਆਦਾ ਕੀਤਾ ਜਾਂਦਾ। ਕੁਛ ਕੁ TV ਚੈਨਲ ਨੇ ਚਲੋ ਪ੍ਰੋਗਰਾਮ ਕਰਵਾਉਂਦੇ ਨੇ, ਕਵੀਸ਼ਰੀ ਬਾਰੇ ਕਰਵਾਉਂਦੇ ਆ, ਢਾਡੀ ਬਾਰੇ ਕਰਵਾਉਂਦੇ ਨੇ। ਸੋ ਮਤਲਬ ਕਿ ਇਹਦੇ ਵਿੱਚ ਜਨਰੇਸ਼ਨ ਗੈਪ ਕਹਿ ਲਓ ਜਾਂ ਮੈਂ ਇਹ ਵੀ ਕਹੂੰਗਾ ਵੀ ਬਹੁਤ ਸਾਰੇ ਜਥੇ ਇਸ ਤਰ੍ਹਾਂ ਦੇ ਵੀ ਜਿਨ੍ਹਾਂ ਦੇ ਵਿੱਚ ਉਹ ਜੋਸ਼ ਵੀ ਨਹੀਂ ਹੈ। ਅੱਗੇ ਜਿਹੜੇ ਕਵੀਸ਼ਰ ਜਾਂ ਢਾਡੀ ਹੁੰਦੇ ਸੀ ਨਾ, ਉਹ ਲੋਕਾਂ ਦੇ ਵਿੱਚ ਇੱਕ ਜੋਸ਼ ਭਰਦੇ ਸੀਗੇ। ਸੋ ਹੁਣ ਉਹ ਜਿਹੀਆਂ ਆਵਾਜ਼ਾਂ ਵੀ ਨਹੀਂ ਰਹੀਆਂ। ਜੋ ਹੈਗੇ ਨੇ ਜਥੇ ਉਹ ਬਿਲਕੁਲ ਚੱਲ ਰਹੇ ਨੇ, ਉਹ ਲੋਕਾਂ ਦੀ ਰੂਹ ਨੂੰ ਸਰਸ਼ਾਰ ਕਰਦੇ ਨੇ, ਪਰ ਉਹ ਬਹੁਤ ਜਿਹੜੇ ਹੈਗੇ ਉਂਗਲਾਂ ਤੇ ਗਿਣੇ ਜਾਣ ਵਾਲੇ ਨੇ। ਤੇ ਕੁਛ ਕੁ ਦੋਨੇ ਗੱਲਾਂ ਹੀ ਨੇ ਵੀ ਉਹ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੀ ਇਹ ਪਸੰਦ ਵੀ ਘਟ ਗਈ, ਤੇ ਕੁਛ ਕੇ ਜਿਹੜੇ ਜਥੇ ਸੀਗੇ ਇਹ ਇਹਨਾਂ ਦੀਆਂ ਜਿਹੜੀਆਂ ਆਵਾਜ਼ਾਂ ਸੀਗੀਆਂ ਉਹਨਾਂ 'ਚ ਵੀ ਦਮ ਨਹੀਂ ਰਿਹਾ, ਤੇ ਉਹਨਾਂ ਦੀਆਂ ਲਿਖਤਾਂ ਵੀ ਜਿਹੜੀਆਂ ਹੋ ਗਈਆਂ ਉਹ ਆਮ ਜਿਹੀਆਂ ਲਿਖਤਾਂ ਬਣ ਗਈਆਂ, ਉਹਨਾਂ ਦੇ ਵਿੱਚ ਜੋਸ਼ ਨਹੀਂ ਭਰਦੇ। ਇੱਕ ਡਾਕਟਰ ਸਾਹਿਬ ਮੇਰੇ ਮਨ 'ਚ ਸਵਾਲ ਆ, ਹੋ ਸਕਦਾ ਕਿ ਮੇਰਾ ਸੋਚਣਾ ਇਹ ਸਹੀ ਨਾ ਹੋਵੇ। ਮੈਨੂੰ ਲੱਗਦਾ ਜਿਹੜੀ ਕਵੀਸ਼ਰੀ ਆ ਅਸੀਂ ਉਹਨੂੰ ਬਿਲਕੁਲ ਧਰਮ ਨਾਲ ਜੋੜ ਲਿਆ ਜੀ। ਜਿਹੜਾ ਉਹਦਾ ਲੋਕ ਪੱਖੀ ਇੱਕ ਸਮਾਜਿਕ ਸਰੋਕਾਰ ਸੀ, ਅਸੀਂ ਉਹਦੇ ਨਾਲ ਉਹਨੂੰ ਤੋੜ ਲਿਆ। ਸੋ ਮੈਨੂੰ ਲੱਗਦਾ ਸ਼ਾਇਦ ਤੁਸੀਂ ਮੇਰੇ ਨਾਲ ਤਵਾਰ ਕਿ ਅਸੀਂ ਉਹਦਾ ਜਿਹੜਾ ਏਰੀਆ ਸੀ, ਜਿਹੜਾ ਉਹਦੀ ਸੀਮਾ ਸੀ, ਅਸੀਂ ਉਹਨੂੰ ਸੁੰਗੜ ਦਿੱਤਾ।
ਕਿ ਉਹ ਸਿਰਫ ਧਾਰਮਿਕ ਰਚਨਾਵਾਂ, ਧਾਰਮਿਕ ਯੋਧਿਆਂ ਬਾਰੇ, ਧਾਰਮਿਕ ਗੁਰੂਆਂ ਬਾਰੇ ਗੱਲਾਂ ਕਰਨ ਲਈ ਰਹਿ ਗਿਆ। ਜਿਹੜੇ ਸਮਾਜਿਕ ਸਰੋਕਾਰ ਸੀ, ਜਿਹੜੇ ਸੋਸ਼ਲ ਇਸ਼ੂ ਸੀ, ਅਸੀਂ ਉਹਨਾਂ ਨਾਲ ਉਹਨੂੰ ਨਿਖੇੜ ਲਿਆ। ਹਾਂ ਬਿਲਕੁਲ, ਤੁਹਾਡੀ ਇਹ ਗੱਲ ਬਿਲਕੁਲ ਜਾਇਜ਼ ਹੈ ਕਿ ਕਵਿਸ਼ਰੀ ਇਕੱਲੀ ਧਾਰਮਿਕ ਨਹੀਂ, ਕਵਿਸ਼ਰੀ ਦੇ ਸਾਰੇ ਜਿਹੜੇ ਵਿਸ਼ੇ ਆ ਉਹ ਸਮੋਏ ਜਾ ਸਕਦੇ ਨੇ। ਜਿਵੇਂ ਅੱਗੇ ਗਜ਼ਲ ਬਾਰੇ ਕਿਹਾ ਜਾਂਦਾ ਸੀ ਵੀ ਗਜ਼ਲ ਆ ਜਿਹੜੀ ਇਹ ਤਾਂ ਇੱਕ ਮਹਿਬੂਬਾ ਨਾਲ ਗੱਲਾਂ ਨੇ, ਜਾਂ ਉਹ ਸਿਰਫ ਗਜ਼ਲ ਸੀ ਜਿਹੜੀ ਪਹਿਲਾਂ ਉਹ ਇੱਕ ਪਿਆਲੇ ਤੇ ਮਹਿਬੂਬਾ ਦੇ ਦੁਆਲੇ ਘੁੰਮਦੀ ਸੀ। ਅੱਜ ਪੰਜਾਬੀ ਗਜ਼ਲ ਦੇ ਵਿੱਚ ਸਾਰਾ ਕੁਝ ਸਮੋਇਆ ਜਾ ਰਿਹਾ। ਇਸੇ ਤਰ੍ਹਾਂ ਅਸੀਂ ਕਵਿਸ਼ਰੀ, ਮੈਂ ਨਹੀਂ ਜ਼ਿਆਦਾ ਲਿਖਦਾ, ਡੈਡੀ ਕਵਿਸ਼ਰੀ ਲਿਖਦੇ ਨੇ, ਉਹਨਾਂ ਨੇ ਸਾਰੇ ਵਿਸ਼ਿਆਂ ਨੂੰ ਛੋਹਿਆ ਗਾ ਤੇ ਬਹੁਤ ਜਲਦ ਕੋਸ਼ਿਸ਼ ਕਰਾਂਗੇ ਵੀ ਇਸ ਤਰ੍ਹਾਂ ਇੱਕ ਸਮਾਜਿਕ ਵਿਸ਼ਿਆਂ ਨੂੰ ਲੈ ਕੇ ਜਿਹੜੀ ਹੈ ਕਵਿਸ਼ਰੀਆਂ ਦੀ ਵੀ ਕੈਸਟ ਅਸੀਂ ਦਈਏ। ਸੋ ਹਾਂ, ਬਹੁਤ ਸਾਰੇ ਜਿਹੜੇ ਹੈਗੇ ਨੇ, ਜਿਹੜੇ ਜਥੇ ਨੇ ਸਾਡੇ, ਉਹ ਕਵਿਸ਼ਰੀ ਨੂੰ ਧਰਮ ਤੱਕ ਹੀ ਸੀਮਿਤ ਰੱਖਦੇ ਨੇ। ਜੀ ਬਿਲਕੁਲ। ਦੋਸਤੋ, ਤੁਹਾਡੇ ਮਨ ਦੇ ਵਿੱਚ ਵੀ ਇਹ ਹੁਣ ਹੋਣਾ ਕਿ ਅਸੀਂ ਗੀਤਕਾਰੀ ਬਾਰੇ ਗੱਲਾਂ ਬਹੁਤ ਕਰ ਲਈਆਂ, ਡਾਕਟਰ ਸਾਹਿਬ ਨੇ ਕਿਹਾ ਗੀਤ ਲਿਖਦੇ ਵੀ ਹੈ, ਗਾਉਂਦੇ ਵੀ ਹੈ, ਤੇ ਡਾਕਟਰ ਸਾਹਿਬ ਕੋਈ ਛੋਟੀ ਜਿਹੀ ਵੰਨਗੀ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਮੇਰੇ ਦਿਲ ਦੇ ਬਹੁਤ ਕਰੀਬ ਆ, ਜਾਂ ਜਿਵੇਂ ਕਹਿੰਦੇ ਕਿ ਤੁਸੀਂ ਕਿਹਾ ਕਿ ਲੇਖਕ ਨੂੰ, ਗੀਤਕਾਰ ਨੂੰ ਆਪਣੇ ਸਾਰੀਆਂ ਰਚਨਾਵਾਂ ਪੁੱਤਰਾਂ ਵਾਂਗੂ ਪਿਆਰੀਆਂ ਹੁੰਦੀਆਂ, ਪਰ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਠਾਹ ਕਰਕੇ ਸੀਨੇ ਵੱਜਦੀਆਂ, ਕੋਈ ਉਹੋ ਜਿਹੀ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨਾਲ? ਹਾਂ, ਮੈਂ ਬਸ ਪਿਛਲੇ 3 ਸਾਲਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ 1 ਸਾਲ ਦੇ ਵਿੱਚ ਅਬਲੀ ਤਾਂ 2 ਨਹੀਂ 1 ਗੀਤ ਅਸੀਂ ਜ਼ਰੂਰ ਦਿਆ ਕਰੀਏ। ਸੋ 2017-18 ਦੇ ਵਿੱਚ ਅਸੀਂ 1 ਗੀਤ ਦਿੱਤਾ। ਹੁਣ 2019 ਦੇ ਵਿੱਚ ਸਬੱਬ ਨਾਲ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ। ਸੋ ਉਸ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਸਾਹਿਬ ਬਾਰੇ 1 ਗੀਤ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ YouTube ਚੈਨਲ ਤੇ ਚੱਲੇਗਾ, ਉਹਦੇ ਵਿੱਚੋਂ ਮੈਂ ਤੁਹਾਨੂੰ ਇੱਕ, ਜੇ ਮੈਂ ਗੁਸਤਾਖੀ ਨਾ ਕਰ ਰਿਹਾ ਹਾਂ ਤੇ ਜੇ ਤੁਸੀਂ ਸਾਨੂੰ ਪਹਿਲਾਂ 17-18 ਵਾਲਾ ਸੁਣਾ ਦਿਓ, ਸਥਾਈ ਅੰਤਰਾ ਭਾਵੇਂ, ਉਹ ਸੁਣਾ ਦਿੰਦੇ ਆ। ਇੱਕ ਅੰਤਰਾ ਸਾਰੇ ਚੱਲਣਾ ਗੀਤਾਂ ਦਾ ਸੁਣਾ ਦਿੰਦਾ। 2017 ਦੇ ਵਿੱਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 31 ਜੁਲਾਈ ਨੂੰ ਉਹਨਾਂ ਦਾ ਸ਼ਹੀਦੀ ਦਿਨ ਹੁੰਦਾ, ਉਦੋਂ ਇੱਕ ਗੀਤ ਅਸੀਂ ਲੈ ਕੇ ਆਏ ਸੀਗੇ। ਮੇਰੇ ਗੀਤ ਦੇ ਵਿੱਚ ਉਹੀ ਮਿਊਜ਼ਿਕ ਡਾਇਰੈਕਟਰ ਨੇ KB ਸਿੰਘ, ਗੀਤ ਮੈਂ ਖੁਦ ਲਿਖਦਾ ਗਾਉਂਦਾ, ਉਹੀ ਸਾਡੀ ਸਾਰੀ ਟੀਮ ਆ ਜਿਹੜੀ ਅੱਜ ਤੱਕ ਜੁੜੇ ਹੋਏ ਆ, ਤੇ ਕੋਸ਼ਿਸ਼ ਕਰਾਂਗੇ ਅਸੀਂ ਟੀਮ ਨਾਲ ਜੁੜੇ ਰਹੀਏ ਤੇ ਆਏ ਸਾਲ ਇੱਕ ਨਾ ਇੱਕ ਪ੍ਰੋਜੈਕਟ ਕਰਦੇ ਰਹੀਏ। ਊਧਮ ਸਿੰਘ ਜੀ ਬਾਰੇ ਲਿਖਿਆ ਸੀ ਜੀ, ਇਰਸ਼ਾਦ। ਅਣਖ ਆਬਰੂ ਵਾਲੀ ਧਰਤੀ ਬਣ ਗਈ ਕੈਰਾਂ ਦੀ, ਅਣਖ ਆਬਰੂ ਵਾਲੀ ਧਰਤੀ ਬਣ ਗਈ ਕੈਰਾਂ ਦੀ, ਊਧਮ ਸਿੰਘ ਨੀ ਲੱਭਦਾ ਫਿਰਦੀ ਡਾਰ ਹੈ ਡੈਰਾਂ ਦੀ, ਊਧਮ ਸਿੰਘ ਨੀ ਲੱਭਦਾ ਫਿਰਦੀ ਡਾਰ ਹੈ ਡੈਰਾਂ ਦੀ। 1919 ਦੀ ਭੁੱਲੀ ਜਾਏ ਵਿਸਾਖੀ ਨਾ, ਅੱਖੀਂ ਡਿੱਠੀ ਸਾਥੋਂ ਭੁੱਲੀ ਜਾਏ 84 ਨਾ, ਅੱਖੀਂ ਡਿੱਠੀ ਸਾਥੋਂ ਭੁੱਲੀ ਜਾਏ 84 ਨਾ, ਨਹੀਂ ਭੁੱਲਦੀ ਤਸਵੀਰ ਗਲਾਂ ਵਿੱਚ ਪਾਏ ਟੈਰਾਂ ਦੀ, ਊਧਮ ਸਿੰਘ ਨੀ ਲੱਭਦਾ ਫਿਰਦੀ ਡਾਰ ਹੈ ਡੈਰਾਂ ਦੀ, ਊਧਮ ਸਿੰਘ ਨੀ ਲੱਭਦਾ ਫਿਰਦੀ ਡਾਰ ਹੈ ਡੈਰਾਂ ਦੀ। ਡਾਕਟਰ ਸਾਹਿਬ ਬਹੁਤ ਵਧੀਆ, ਬਹੁਤ ਵਧੀਆ। ਦਰਸ਼ਕੋ, ਕਿੰਨਾ ਵਧੀਆ ਲੱਗ ਰਿਹਾ ਹੈ ਨਾ। ਤੁਸੀਂ ਸੋਚ ਸਕਦੇ ਹੋ ਵੀ ਇੱਕ ਡਾਕਟਰ ਵੀ ਗਾ ਸਕਦਾ, ਤੇ ਗਾ ਵੀ ਕੀ ਰਹੇ ਨੇ। ਉਹ ਸਮਾਜ, ਸਾਡੇ ਹੀਰੋ, ਜਿਹੜਾ ਸਾਡਾ ਵਿਰਸਾ, ਸਾਡੀ ਵਿਰਾਸਤ, ਕਿੰਨਾ ਕੁਛ ਹੈ ਸਾਡੇ ਕੋਲ ਗਾਉਣ ਲਈ, ਕਿੰਨਾ ਕੁਛ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਉਹਨਾਂ ਵਾਸਤੇ ਛੱਡ ਕੇ ਜਾਈਏ। ਸਾਡੇ ਨਾਲ ਵੀ ਉਸ ਤੋਂ ਪਹਿਲਾਂ ਜਿਹੜਾ 2018 ਚ ਸੀ, ਉਹਦਾ ਵੀ ਮੈਂ ਇੱਕ ਬੰਦ ਤੁਹਾਨੂੰ ਸੁਣਾਉਂਗਾ। ਉਹ ਸੀ, ਪੂਜ ਪੂਜ ਕੇ ਬੁੱਤਾਂ ਨੂੰ ਖੁਦ ਹੀ ਨੇ ਬੁੱਤ ਬਣ ਗਏ ਲੋਕ, ਨਾ ਖੁਸ਼ਬੂ ਦਿੰਦੇ ਨਾ ਛਾਵਾਂ, ਪੱਤ ਚੜ੍ਹਦੀ ਰੁੱਤ ਬਣ ਗਏ ਲੋਕ, ਪੱਤ ਚੜ੍ਹਦੀ ਰੁੱਤ ਬਣ ਗਏ ਲੋਕ, ਪੂਜ ਪੂਜ ਕੇ ਬੁੱਤਾਂ ਨੂੰ ਡੰਗ ਟਪਾਈ ਜਾਂਦੇ ਸਾਰੇ, ਚੱਜ ਨਾਲ ਨਾ ਕੋਈ ਜਿਉਂਦਾ, ਚੜ੍ਹਦੀ ਕਲਾ 'ਚ ਰਹਿੰਦਾ ਹੋਵੇ, ਟਾਵਾਂ ਟਾਵਾਂ ਕੋਈ ਇੱਥੇ ਆਉਂਦਾ, ਟਾਵਾਂ ਟਾਵਾਂ ਕੋਈ ਇੱਥੇ ਆਉਂਦਾ, ਮੋਹ ਦੇ ਰਿਸ਼ਤੇ ਛੱਡਦੇ ਜਾਂਦੇ, ਪੈਸੇ ਦੇ ਪੁੱਤ ਬਣ ਗਏ ਲੋਕ, ਨਾ ਖੁਸ਼ਬੂ ਦਿੰਦੇ ਨਾ ਛਾਵਾਂ, ਪੱਤ ਚੜ੍ਹਦੀ ਰੁੱਤ ਬਣ ਗਏ ਲੋਕ, ਪੱਤ ਚੜ੍ਹਦੀ ਰੁੱਤ ਬਣ ਗਏ ਲੋਕ, ਪੂਜ ਪੂਜ ਕੇ ਬੁੱਤਾਂ ਨੂੰ। ਕੀ ਬਾਤ ਹੈ ਡਾਕਟਰ ਸਾਹਿਬ, ਬਸ ਮਹਿਫਲ ਦਾ ਸਵਾਦ ਆ ਗਿਆ। ਹੁਣ ਮੈਨੂੰ ਨਹੀਂ ਲੱਗਦਾ ਕਿ ਟਾਈਮ, ਮੇਰਾ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਨੇ ਉਹ ਵੀ ਸਾਹਮਣੇ ਇਸ਼ਾਰਾ ਕਰੀ ਜਾਂਦੇ ਕਿ ਮਿੰਟ ਰਹਿ ਗਿਆ, 2 ਮਿੰਟ ਰਹਿ ਗਿਆ, ਪਰ ਮੈਨੂੰ ਲੱਗਦਾ ਮੈਨੂੰ ਅੱਜ ਟਾਈਮ ਦੀ ਸੀਮਾ ਕੱਢਣੀ ਪੈਣੀ ਆ। ਤੇ ਮੈਂ ਲਾਹਾ ਲੈਣਾ ਨਾਲ ਦੀ ਨਾਲ ਹੀ, ਤੇ ਸਾਡੇ ਨਾਲ 2 ਲਾਈਨਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਜਾਣ।
ਨੀਵਿਆਂ ਨਾਲ ਨਿਭਾਉਂਦਾ ਆਇਆ, ਉਹ ਵੱਡਿਆਂ ਦਾ ਯਾਰ ਨਹੀਂ ਹੈ। ਕੀ ਬਾਤ ਹੈ। ਉਹਦੇ ਘਰ ਵਿੱਚ ਕਿਰਤ ਦੀ ਪੂਜਾ, ਵੇਲੜ ਦਾ ਸਤਕਾਰ ਨਹੀਂ ਹੈ। ਉਹਦੇ ਘਰ ਵਿੱਚ ਕਿਰਤ ਦੀ ਪੂਜਾ, ਵੇਲੜ ਦਾ ਸਤਕਾਰ ਨਹੀਂ ਹੈ। ਗੁਰੂ ਗਿਆਨ ਦੇ ਦੀਪ ਦਾ ਦੀਵਾ, ਗੁਰੂ ਗਿਆਨ ਦਾ ਦੀਵਾ ਆਪਣੇ ਮਨ ਮਸਤਕ ਦੇ ਵਿੱਚ ਜਗਾਈਏ। ਗੁਰੂ ਨਾਨਕ ਦੀ ਆਖੀ ਗੱਲ ਨੂੰ ਆਓ ਦੁਨੀਆ ਤੱਕ ਪਹੁੰਚਾਈਏ। ਗੁਰੂ ਨਾਨਕ ਦੀ ਆਖੀ ਗੱਲ ਨੂੰ ਆਓ ਦੁਨੀਆ ਤੱਕ ਪਹੁੰਚਾਈਏ। ਵਾਹ ਜੀ ਵਾਹ ਡਾਕਟਰ ਸਾਹਿਬ, ਸਵਾਦ ਆ ਗਿਆ। ਤੇ ਮੈਨੂੰ ਲੱਗਦਾ ਕਿ ਬਾਬਾ ਜੀ ਨੂੰ ਜਿਹੜੀ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਜਿਹੜਾ ਤੁਸੀਂ ਸ਼ਬਦ, ਮੈਂ ਇਹਨੂੰ ਸ਼ਬਦ ਹੀ ਕਹੂੰਗਾ, ਮੈਂ ਇਹਨੂੰ ਗੀਤ ਨਹੀਂ ਕਹੂੰਗਾ, ਕਿਉਂਕਿ ਅੱਜ ਇਹਨਾਂ ਚੀਜ਼ਾਂ ਦੀ ਲੋੜ ਆ ਜਿਹੜੀ ਬਾਬਾ ਨਾਨਕ ਜੀ ਸਾਨੂੰ ਸਿੱਖਿਆ ਦੇ ਕੇ ਗਏ ਸੀ, ਜਿਹੜੀ ਉਹਨਾਂ ਦੀ ਗੁਰਬਾਣੀ ਆ, ਜਿਹੜੀ ਉਹਨਾਂ ਨੇ ਸਾਨੂੰ ਜੀਵਨ ਜਾਂਚ ਦੇਣ ਦੀ ਕੋਸ਼ਿਸ਼ ਕੀਤੀ ਆ। ਅਸੀਂ ਸਿਰਫ ਉਹਨੂੰ ਰੱਟੇ ਲਾ ਰਹੇ ਹਾਂ, ਪੜ੍ਹ ਰਹੇ ਹਾਂ, ਪਰ ਅਸੀਂ ਅਮਲੀ ਜਾਮਾ ਉਹਨੂੰ ਨਹੀਂ, ਆਪਣੇ ਆਪ ਨੂੰ ਅਮਲ ਰੂਪ ਵਿੱਚ ਨਹੀਂ ਲੈ ਰਹੇ। ਸੋ ਡਾਕਟਰ ਸਾਹਿਬ, ਇਸ ਤੋਂ ਇਲਾਵਾ ਕੁਝ ਹੋਰ ਕੁਝ ਕਰਨਾ ਤੁਹਾਡੇ ਮਨ ਦੇ ਵਿੱਚ ਹੋਵੇ ਕਿ ਮੈਂ ਆ ਵੀ ਅੱਜ ਗੱਲ ਦਰਸ਼ਕਾਂ ਨਾਲ ਸਾਂਝੀ ਕਰਨੀ, ਤੁਹਾਡੇ ਕੋਲ ਟਾਈਮ ਹੈ? ਮੇਰਾ ਮਨ ਖੁੱਲ੍ਹ ਗਿਆ ਹੁਣ ਇਸ ਗੱਲ 'ਚ। ਦੇਖੋ, ਮੈਂ ਜਿੱਥੇ ਸਿਹਤ ਨੂੰ ਜਿਹੜਾ ਸਾਹਿਤ ਦੇ ਰੂਪ ਵਿੱਚ, ਵਾਰਤਕ ਦੇ ਰੂਪ ਵਿੱਚ ਲਿਖਿਆ ਜੀ, ਉੱਥੇ ਮੈਂ ਕੋਸ਼ਿਸ਼ ਕੀਤੀ ਆ ਵੀ ਕਵਿਤਾਵਾਂ ਦੇ ਰੂਪ ਵਿੱਚ ਵੀ ਉਹਨੂੰ ਮੈਂ ਲਿਖਿਆ। ਮੈਂ ਇੱਕ ਆਵਾਜਾਈ ਜਿਹੜੇ ਹੈ ਕਿ ਸਾਡੇ ਨੇ ਸੜਕ ਹਾਦਸੇ ਵਧੇ ਹੋਏ ਆ, ਉਹਦੇ 'ਤੇ ਵੀ ਮੈਂ ਕੁਝ ਕਵਿਤਾ ਰੂਪੀ ਲਿਖਿਆ। ਅਤੇ ਮੈਂ ਕੋਸ਼ਿਸ਼ ਵੀ ਕਰ ਰਿਹਾ ਵੀ ਉਹ ਜਿਹੜੇ ਹੈਗੇ ਟ੍ਰੈਫਿਕ ਵਾਲੇ, ਉਹਨਾਂ ਕੋਲ ਜਾ ਕੇ ਉਹਨੂੰ ਇੱਕ ਵੱਡੇ ਸਾਰੇ ਪੋਸਟਰ ਦੇ ਰੂਪ ਵਿੱਚ ਥਾਂ ਥਾਂ 'ਤੇ ਜਿਹੜਾ ਉਹਨੂੰ ਲਿਖਾਇਆ ਜਾਵੇ। ਸੋ ਮੈਂ ਉਹ 2-3 ਉਹਦੇ ਤੁਹਾਨੂੰ ਕੋਸ਼ਿਸ਼ ਕਰਦਾ, ਜੇ ਮੇਰੇ ਯਾਦ ਆਇਆ ਉਹ ਲਿਖਿਆ ਮੈਂ ਵੀ। ਆਪ ਬਚੋ ਹੋਰਾਂ ਨੂੰ ਬਚਾਓ ਬੇਲੀਓ, ਗੱਡੀ ਬਹੁਤੀ ਤੇਜ਼ ਨਾ ਚਲਾਓ ਬੇਲੀਓ। ਘਰੇ ਬੈਠਾ ਤੁਹਾਡੀ ਕੋਈ ਉਡੀਕ ਕਰਦਾ, ਫਿਕਰਾਂ 'ਚ ਪਾਓ ਨਾ ਕੋਈ ਜੀ ਕਰਦਾ। ਚਾਈ ਚਾਈ ਘਰੋਂ ਆਓ ਜਾਓ ਬੇਲੀਓ, ਗੱਡੀ ਬਹੁਤੀ ਤੇਜ਼ ਨਾ ਚਲਾਓ ਬੇਲੀਓ। ਵਕਤ ਦੇ ਨਾਲੋਂ ਜ਼ਿੰਦਗੀ ਪਿਆਰੀ ਹੈ। ਆਪਾਂ ਹੁਣ ਅੱਜ ਕੱਲ੍ਹ ਪੜ੍ਹਿਆ ਲਿਖਦੇ ਨਾ ਵੀ ਵਕਤ ਬਹੁਤ ਕੀਮਤੀ ਹੈ, ਵਕਤ ਬਹੁਤ ਨਹੀਂ। ਵਕਤ ਦੇ ਨਾਲੋਂ ਜ਼ਿੰਦਗੀ ਪਿਆਰੀ ਹੈ, ਇਹ ਕਾਹਤੋਂ ਗੱਲ ਮਨਾਂ 'ਚੋਂ ਵਿਸਾਰੀਏ। ਸੱਦੇ ਦੇ ਕੇ ਮੌਤ ਨਾ ਬੁਲਾਓ ਬੇਲੀਓ, ਆਪ ਬਚੋ ਹੋਰਾਂ ਨੂੰ ਬਚਾਓ ਬੇਲੀਓ। ਇਸੇ ਤਰ੍ਹਾਂ ਇੱਕ ਮੈਂ ਸਿਹਤ ਸਿੱਖਿਆ ਜਿਹੜੀ ਹੈ ਉਹ ਮੇਰੇ ਜ਼ਿਹਨ 'ਚ ਆ ਗਈ ਆ, ਮੈਂ ਉਹ ਸੁਣਾਉਣਾ ਤੁਹਾਨੂੰ ਜੀ। ਉਹ ਹੈ ਜੀ, ਭੁੱਖ ਪਿਆਸ ਨੀਂਦ ਤਾਈਂ ਮਾਰਨਾ ਨਹੀਂ ਚਾਹੀਦਾ, ਰੋਟੀ ਵੇਲੇ ਚਾਹ ਨਾਲ ਸਾਰਨਾ ਨਹੀਂ ਚਾਹੀਦਾ। ਕੀ ਬਾਤ ਹੈ। ਭੁੱਖ ਪਿਆਸ ਨੀਂਦ ਤਾਈਂ ਮਾਰਨਾ ਨਹੀਂ ਚਾਹੀਦਾ, ਰੋਟੀ ਵੇਲੇ ਚਾਹ ਨਾਲ ਸਾਰਨਾ ਨਹੀਂ ਚਾਹੀਦਾ। ਰੱਖੋ ਨਾ ਵਰਤ ਨਾ ਹੀ ਖਾਓ ਬਹੁਤਾ ਰੱਜ ਜੀ, ਇੱਥੋਂ ਹੀ ਬਿਮਾਰੀਆਂ ਦਾ ਮੁੱਢ ਜਾਂਦਾ ਵੱਜ ਜੀ। ਕੀ ਬਾਤ ਹੈ ਜੀ। ਜਿੰਨਾ ਕੁ ਸਰੀਰ ਵਿੱਚ ਹੋਵੇ ਦਮ ਜੀ, ਜਿੰਨਾ ਕੁ ਸਰੀਰ ਵਿੱਚ ਹੋਵੇ ਦਮ ਜੀ, ਓਨਾ ਹੀ ਸਰੀਰ ਕੋਲੋਂ ਲਵੋ ਕੰਮ ਜੀ। ਧੱਕੇ ਨਾਲ ਐਵੇਂ ਨਾ ਘਸਾਓ ਹੱਡ ਜੀ, ਇੱਥੋਂ ਹੀ ਬਿਮਾਰੀਆਂ ਦਾ ਮੁੱਢ ਜਾਂਦਾ ਵੱਜ ਜੀ। ਜਿਹੜਾ ਬੰਦਾ 3 ਮੀਲ ਕਰੇ ਸੈਰ ਜੀ, ਜਿਹੜਾ ਬੰਦਾ 3 ਮੀਲ ਕਰੇ ਸੈਰ ਜੀ, ਚਿੱਤ ਵਿੱਚ ਰੱਖੇ ਈਰਖਾ ਨਾ ਵੈਰ ਜੀ, ਸ਼ੂਗਰ ਨਾ ਹੁੰਦੀ ਵਧੇ ਨਾ ਬਲੱਡ ਜੀ, ਇੱਥੋਂ ਹੀ ਬਿਮਾਰੀਆਂ ਦਾ ਮੁੱਢ ਜਾਂਦਾ ਵੱਜ ਜੀ। ਨਿੱਕੀ ਨਿੱਕੀ ਗੱਲ ਪਿੱਛੇ ਰੁੱਸਣਾ ਨਹੀਂ ਚਾਹੀਦਾ, ਨਿੱਕੀ ਨਿੱਕੀ ਗੱਲ ਪਿੱਛੇ ਰੁੱਸਣਾ ਨਹੀਂ ਚਾਹੀਦਾ। ਭੈਣਾਂ ਭਾਈਆਂ ਨਾਲੋਂ ਕਦੇ ਟੁੱਟਣਾ ਨਹੀਂ ਚਾਹੀਦਾ। ਕਰੋ ਸਤਿਕਾਰ ਰਹਿੰਦਾ ਦਿਲਾਂ ਵਿੱਚ ਰੱਬ ਜੀ, ਨਹੀਂ ਤਾਂ ਬਿਮਾਰੀਆਂ ਦਾ ਮੁੱਢ ਜਾਂਦਾ ਵੱਜ ਜੀ, ਨਹੀਂ ਤਾਂ ਬਿਮਾਰੀਆਂ ਦਾ ਮੁੱਢ ਜਾਂਦਾ ਵੱਜ ਜੀ। ਰੋਸੇ ਗਿਲੇ ਸ਼ਿਕਵੇ ਨਾ ਦਿਲ ਵਿੱਚ ਰੱਖੀਏ ਜੀ, ਕਿਉਂਕਿ ਸਾਰੀਆਂ ਬਿਮਾਰੀਆਂ ਉੱਥੇ ਪੈਦਾ। ਰੋਸੇ ਗਿਲੇ ਸ਼ਿਕਵੇ ਨਾ ਦਿਲ ਵਿੱਚ ਰੱਖੀਏ, ਗੱਲ ਤੋਂ ਬਿਨਾਂ ਵੀ ਯਾਰੋ ਖਿੜਖਿੜ ਹੱਸੀਏ। ਮਹਿਫਲਾਂ 'ਚ ਦਿਲ ਦੀ ਭੜਾਸ ਲਈਏ ਕੱਢ ਜੀ, ਨਹੀਂ ਤਾਂ ਬਿਮਾਰੀਆਂ ਦਾ ਮੁੱਢ ਜਾਂਦਾ ਵੱਜ ਜੀ। ਤੇ ਅੰਤਮ ਸ਼ੇਰ ਆ ਇਹਦਾ, ਕੌਫੀ ਚਾਹ ਤੰਬਾਕੂ ਤੇ ਸ਼ਰਾਬ ਛੱਡ ਦਿਓ ਜੀ। ਕੌਫੀ ਚਾਹ ਤੰਬਾਕੂ ਤੇ ਸ਼ਰਾਬ ਛੱਡ ਦਿਓ, ਤਲੀ ਚੀਜ਼ ਕਰਦੀ ਖਰਾਬ ਛੱਡ ਦਿਓ। ਟੱਲੇ ਵਾਲੀਏ ਦੇ ਆਖੇ ਜਾਓ ਲੱਗ ਜੀ, ਨਹੀਂ ਤਾਂ ਬਿਮਾਰੀਆਂ ਦਾ ਮੁੱਢ ਜਾਣਾ ਵੱਜ ਜੀ, ਨਹੀਂ ਤਾਂ ਬਿਮਾਰੀਆਂ ਦਾ ਮੁੱਢ ਜਾਣਾ ਵੱਜ। ਕੀ ਬਾਤ ਹੈ ਡਾਕਟਰ ਸਾਹਿਬ। ਸੋ ਦੋਸਤੋ, ਸਮਾਂ ਜਿਹੜਾ ਉਹ ਕਈ ਵਾਰੀ ਭਾਈ ਵੀਰ ਸਿੰਘ ਕਹਿੰਦੇ ਕਿ ਲੰਘ ਗਿਆ ਨਾ ਮੁੜ ਕੇ ਆਉਂਦਾ, ਇਹ ਪਰਤ ਕੇ ਨਹੀਂ ਆਉਣਾ। ਇਸ ਸਮੇਂ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ, ਇਹ ਆਉਣ ਵਾਲਾ ਇਤਿਹਾਸ ਬਣਨਾ। ਤੁਹਾਡੀਆਂ ਗੱਲਾਂ, ਤੁਸੀਂ ਸਿਹਤ ਬਾਰੇ, ਤੁਸੀਂ ਸਮਾਜਿਕ ਸਰੋਕਾਰਾਂ ਬਾਰੇ ਗੱਲਾਂ ਕਰ ਰਹੇ ਹੋ ਜੀ। ਸਾਹਿਤ ਦੇ ਖੇਤਰ ਦੇ ਵਿੱਚ ਔਰ ਸਮਾਜਿਕ ਸਰੋਕਾਰ ਜਿਹੜੇ ਨੇ, ਹੋਰ ਸਰੋਕਾਰ ਨੇ, ਜਿਵੇਂ ਅਸੀਂ ਸੋਸ਼ਲ ਵਰਕ ਕਹਿ ਦਿੰਦੇ ਹਾਂ ਜੀ, ਕੋਈ ਆਪਣੀਆਂ ਇਹਨਾਂ ਵਿਧਾਵਾਂ ਤੋਂ ਇਲਾਵਾ ਕੋਈ ਸਮਾਜਿਕ ਸੇਵਾ ਦੇ ਕੰਮ, ਜਿਵੇਂ ਕੈਂਪ ਵਗੈਰਾ ਕੋਈ ਲਾਉਂਦੇ ਹੋਵੋ, ਜਾਂ ਕੋਈ ਹੋਰ ਰੁਝੇਵਾਂ ਜਿਹੜਾ
ਸਾਹਿਤ ਤੋਂ ਥੋੜਾ ਜਿਹਾ ਹਟ ਕੇ ਹੋਵੇ ਪਰ ਲੋਕਾਂ ਨਾਲ ਡਾਇਰੈਕਟ ਵਾਬਸਤਾ ਹੋਵੇ, ਸਿੱਧਾ ਉਸ ਤਰ੍ਹਾਂ ਦਾ ਕੁਝ ਕੰਮ ਕਰਦੇ ਹੋ? ਜੀ ਮੈਂ ਪਹਿਲਾਂ ਤੋਂ ਡੈਡੀ ਹੋਰ ਜਦੋਂ ਹੋਮਿਓਪੈਥੀ ਪ੍ਰੈਕਟਿਸ ਕਰਦੇ ਸੀ, ਉਹ ਕੈਂਪ ਲਾਉਂਦੇ ਸੀ, ਉਹਨਾਂ ਨਾਲ ਵੀ ਕੈਂਪਾਂ ਦੇ ਵਿੱਚ ਜਾਂਦਾ ਰਿਹਾ ਅਤੇ ਆਪਣੇ ਤੌਰ 'ਤੇ ਵੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਮੈਂ ਕੈਂਪ ਲਗਾਉਂਦਾ ਰਿਹਾ। ਇਹ ਕੈਂਪ ਜਿਹੜਾ ਥੋੜਾ ਜਿਹਾ ਡਿਟੇਲ ਚ ਦੱਸ ਦਿਓ ਕਿਹੜੀ ਚੀਜ਼ ਦੇ? ਹਾਂਜੀ, ਕੈਂਪ ਇਹ ਹੋਮਿਓਪੈਥੀ ਕੈਂਪ ਹੁੰਦੇ ਨੇ ਜਿੱਥੇ ਲੋੜਵੰਦ ਮਰੀਜ਼ਾਂ ਨੂੰ, ਕਹਿਣ ਨੂੰ ਤਾਂ ਲੋੜਵੰਦ ਹੁੰਦੇ, ਲੋੜਵੰਦ ਮਰੀਜ਼ਾਂ ਨੂੰ ਜੀ ਜਿਹੜੀਆਂ ਨਾਲੇ ਤਾਂ ਚੈੱਕਅਪ ਕੀਤਾ ਜਾਂਦਾ, ਨਾਲੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ। ਜੀ ਬਿਲਕੁਲ। ਸੋ ਮੈਂ ਪਿਛਲੇ ਕਈ ਸਾਲਾਂ ਤੋਂ ਕੈਂਪ ਲਾਉਣੇ ਬੰਦ ਕਰ ਦਿੱਤੇ। ਉਹਦੇ ਪਿੱਛੇ ਇੱਕ ਕਾਰਨ ਸੀਗਾ, ਕਿਉਂਕਿ ਜਦੋਂ ਅਸੀਂ ਕੈਂਪ ਲਗਾਉਣੇ ਆ, ਜਿਹੜੀ ਕੋਈ ਸੰਸਥਾ ਕੈਂਪ ਲਗਾਉਂਦੀ ਹੈ, ਕੋਈ ਧਾਰਮਿਕ ਜਾਂ ਸਮਾਜਿਕ ਸੰਸਥਾ, ਉਹਦੇ ਵਿੱਚ ਦੇਖਣ ਨੂੰ ਆਇਆ ਵੀ ਉਹ ਕੈਂਪ ਨਾਮ ਉਹਨਾਂ 'ਤੇ ਲੋੜਵੰਦ ਲਿਖਿਆ ਹੁੰਦਾ ਜੀ, ਪਰ ਲੋੜਵੰਦ ਲੋਕ ਤਾਂ ਜਿਹੜੇ ਹੈ ਉਹ ਤਾਂ ਵਿਚਾਰੇ ਪਿੱਛੇ ਰਹਿ ਜਾਂਦੇ ਨੇ। ਜਿਹੜੇ ਆਰਗੇਨਾਈਜ਼ਰ ਹੁੰਦੇ ਨੇ ਉਹ ਆਪਦੀਆਂ ਰਿਸ਼ਤੇਦਾਰੀਆਂ 'ਚੋਂ ਬੁਲਾ ਲੈਂਦੇ ਨੇ, ਆ ਮੇਰੀ ਭੂਆ ਜੀ ਆ, ਮਾਸੀ ਆ, ਉਹ ਆਪਣੇ ਮਿੱਤਰਾਂ ਬੇਲੀਆਂ ਨੂੰ। ਮੈਂ ਕਿ ਇਹ ਮੰਨੋ ਜੇ ਕੈਂਪ ਦੇ 10 ਆਰਗੇਨਾਈਜ਼ਰ ਨੇ, ਉਹਨਾਂ ਨੇ ਆਪਦੇ ਪਰਿਵਾਰ ਵਾਲੇ ਜੀਆਂ ਨੂੰ, ਆਪਣੇ ਮਤਲਬ ਕਿ ਰਿਸ਼ਤੇਦਾਰਾਂ ਨੂੰ ਪਹਿਲਾਂ ਸੱਦਿਆ ਹੁੰਦਾ ਤੇ ਉਹ ਸਾਨੂੰ ਮਜਬੂਰ ਕਰ ਦਿੰਦੇ ਆ, ਡਾਕਟਰ ਸਾਹਿਬ ਆਹ ਪਹਿਲਾਂ ਜੀ ਮੇਰਾ ਮਰੀਜ਼ ਦੇਖੋ। ਜਦੋਂ ਨੂੰ ਲੋੜਵੰਦ ਜਿਹੜੇ ਲੋਕ ਹੁੰਦੇ ਉਹਨਾਂ ਦੀ ਵਾਰੀ ਆਉਂਦੇ ਆ, ਉਦੋਂ ਨੂੰ ਟਾਈਮ ਹੋ ਜਾਂਦਾ ਜੀ ਹੁਣ ਕੈਂਪ ਜਿਹੜਾ ਹੈਗਾ ਓਵਰ ਹੋ ਰਿਹਾ। ਸੋ ਮੈਂ ਹੁਣ ਕੈਂਪ ਲਾਉਣੇ ਛੱਡ ਦਿੱਤੇ। ਮੈਂ ਐਲਾਨ ਕਰਦਾਗਾ ਇਸ ਮਤਲਬ ਕਿ ਤੁਹਾਡੀ ਇੰਟਰਵਿਊ ਦੇ ਜ਼ਰੀਏ ਵੀ, ਵੈਸੇ ਵੀ ਕੋਈ ਲੋੜਵੰਦ ਮਰੀਜ਼ ਆ ਮੇਰੇ ਕੋਲ ਲੈ ਕੇ ਆਵੋ, ਮੈਂ ਉਹਨੂੰ ਫ੍ਰੀ ਦਵਾਈ ਦੇਵਾਂਗਾ, ਮੈਂ ਉਹਦੇ ਟੈਸਟ ਵੀ ਕਰਵਾਉਂਗਾ। ਪਰ ਮੈਂ ਕੈਂਪਾਂ ਦੇ ਵਿੱਚ ਜਾਣਾ ਅੱਜ ਕੱਲ੍ਹ ਛੱਡ ਦਿੱਤਾ, ਕਿਉਂਕਿ ਉੱਥੇ ਜਿਹੜੇ ਲੋੜਵੰਦ ਮਰੀਜ਼ ਸੀ ਉਹ ਹਰ ਵੇਲੇ ਰਹਿੰਦੇ ਨੇ ਤੇ ਜਿਹੜੇ ਉਹ ਰਿਸ਼ਤੇਦਾਰ ਆ ਉਹੀ ਟੇਕਲ ਹੁੰਦੇ ਨੇ, ਤੇ ਉੱਥੇ ਬਹੁਤੀਆਂ ਫਾਰਮੈਲਿਟੀਆਂ ਹੋ ਜਾਂਦੀਆਂ ਨੇ। ਹੁਣ ਜੀ ਤੁਹਾਨੂੰ ਆਏ ਹੋਊਗਾ, ਹੁਣ ਜੀ ਤੁਹਾਨੂੰ ਖਾਣਾ ਖਿਲਾਉਂਦਾ ਜਾਓ, ਹੁਣ ਜੀ ਤੁਹਾਡਾ ਸਨਮਾਨ ਹੋਊਗਾ। ਮੈਂ ਕਿਹਾ ਟਾਈਮ ਨੂੰ ਜਿਹੜਾ ਹੈਗਾ ਮਤਲਬ ਲੈਕਚਰਾਂ ਦੇ ਵਿੱਚ ਹੀ ਲੰਘ ਜਾਂ, ਤੇ ਉਹ ਸੰਸਥਾ ਆਪਦੇ ਆਪ ਨੂੰ ਹਾਈਲਾਈਟ ਕਰਨ ਲਈ ਹੋਈ ਉਹ ਰਹਿ ਜਾਂਦੀ ਆ। ਸੋ ਮੈਂ ਹੋਰ ਵੀ ਸਾਡੇ ਡਾਕਟਰ ਸਾਹਿਬਾਨ ਨੂੰ ਇਹ ਬੇਨਤੀ ਕਰਦਾ ਹੁੰਦਾ ਵੀ ਕੈਂਪ ਜਿਹੜੇ ਹੈਗੇ ਆ, ਚਲੋ ਜੇ ਇੱਛਾ ਤੁਹਾਡੀ ਲਾਓ, ਪਰ ਕੋਸ਼ਿਸ਼ ਕਰੋ ਵੀ ਤੁਹਾਡੇ ਕੋਲ ਜੇ ਕੋਈ ਗਰੀਬ ਆਦਮੀ ਆਉਂਦਾ ਤਾਂ ਉਹਦਾ ਇਲਾਜ ਮੁਫਤ ਕਰੋ। ਬਿਲਕੁਲ। ਉਹਦੇ ਟੈਸਟ ਵੀ ਜੇ ਹੁੰਦੇ ਆ ਤਾਂ ਕੋਸ਼ਿਸ਼ ਕਰੋ ਵੀ ਉਹਨਾਂ ਦੇ ਟੈਸਟ ਵੀ ਕਰਵਾਓ। ਸੋ ਮੈਂ ਇਹ ਕਰ ਰਿਹਾ ਗਾ। ਸੋ ਬਾਕੀ ਇੱਥੇ ਬਰਨਾਲੇ ਦੇ ਵਿੱਚ ਕੁੱਲੀਆਂ ਵਾਲੇ ਜਿਹੜੇ ਗਰੀਬ ਲੋਕ ਨੇ, ਅਸੀਂ ਉੱਥੇ ਜਾ ਕੇ ਵੀ ਕੈਂਪ ਲਗਾਉਂਦੇ ਰਹੇ ਹਾਂ। ਬਹੁਤ ਵਧੀਆ ਜੀ। ਤੇ ਮੈਂ ਉੱਥੇ ਵੀ ਇਹ ਐਲਾਨ ਕਰਕੇ ਆਇਆ ਸੀ ਵੀ ਦੇਖੋ ਅਸੀਂ ਕੈਂਪ ਲਾਉਣੇ, ਇੱਕ ਵਾਰੀ ਲਾ ਲਾਂਗੇ, 2 ਵਾਰੀ ਲਾ ਲਵਾਂਗੇ, ਕਿਉਂਕਿ ਇਹ ਟ੍ਰੀਟਮੈਂਟ ਲੰਬੇ ਚੱਲਦੇ ਨੇ। ਵੀ ਮੈਂ ਇੱਥੇ ਹੁਣ ਕੈਂਪ ਲਾ ਚੱਲਿਆ, ਜਦੋਂ ਤੁਹਾਨੂੰ ਲੋੜ ਹੋਵੇ ਤੁਸੀਂ ਮੇਰੇ ਕੋਲੇ ਕਲੀਨਿਕ ਤੇ ਆਓ, ਮੈਂ ਤੁਹਾਨੂੰ ਉੱਥੇ ਫ੍ਰੀ ਦਵਾਈ ਦਊਂਗਾ। ਤੇ ਉਹ ਪੇਸ਼ੈਂਟ ਹਾਲੇ ਤੱਕ ਵੀ ਕਈ ਚੱਲ ਰਹੇ ਨੇ, ਪਰ ਉਹ ਸਾਡੇ ਲੋਕ ਕਈ ਇਹੋ ਜਿਹੇ ਹੁੰਦੇ, ਉਹ ਕਹਿੰਦੇ ਸਾਡੇ ਕੋਲ ਇੱਥੇ ਹੀ ਆਓ। ਦੇਖੋ ਹਰ ਵਾਰੀ ਜਾਣਾ ਉੱਥੇ, ਮਹੀਨੇ ਬਾਅਦ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਗਾ, ਕਿਉਂਕਿ ਕੈਂਪ ਆਰਗੇਨਾਈਜ਼ ਕਰਨੇ ਔਖਾ। ਤਾਂ ਮੈਂ ਤਾਂ ਇਹੀ ਕਹਿ ਕੇ ਆਉਣਾ ਹੁੰਦਾ, ਭਾਈ ਕਿਸੇ ਵੀ ਸੰਸਥਾ ਨੂੰ ਕੋਈ ਵੀ ਗਰੀਬ ਮਰੀਜ਼ ਦਿਸਦਾ ਗਾ, ਲੋੜਵੰਦ ਦਿਸਦਾ, ਤਾਂ ਉਹਨੂੰ ਮੇਰੇ ਕੋਲ ਲੈ ਕੇ ਆਓ। ਅਸੀਂ ਉਹਦੀ ਸਮਰੱਥਾ ਅਨੁਸਾਰ ਜਿਹੜਾ ਹੈਗਾ, ਜਿੰਨਾ ਸਾਡੇ ਵੱਸ ਦੇ ਵਿੱਚ ਅਸੀਂ ਉਹਦਾ ਇਲਾਜ ਕਰਵਾਵਾਂਗੇ। ਸੋ ਇਸ ਤੋਂ ਇਲਾਵਾ ਅਸੀਂ ਹੋਰ ਜਿਹੜੇ ਹੈਗੇ ਪੌਦੇ ਲਾਉਣ ਦੀ ਮੁਹਿੰਮ ਹੈਗੀ ਹੈ ਜਿਹੜੀ, ਉਹ ਵੀ ਅਸੀਂ ਕੋਸ਼ਿਸ਼ ਕਰਦੇ ਹਾਂ। ਸੋ ਪੌਦੇ ਆਮ ਤੌਰ 'ਤੇ ਜਿਹੜੇ ਹੁੰਦੇ ਸਾਉਣ ਦੇ ਮਹੀਨੇ ਦੇ ਵਿੱਚ ਜ਼ਿਆਦਾ ਲੱਗਦੇ ਨੇ, ਉਹਨਾਂ ਦਿਨਾਂ ਦੇ ਵਿੱਚ ਪੌਦੇ ਲਗਾਉਣੇ ਆ। ਅਤੇ ਸਾਡੀਆਂ ਮੈਂ ਹੋਰ ਵੀ ਕਈ ਸੰਸਥਾਵਾਂ ਨਾਲ ਜੁੜਿਆ ਹਾਂ, ਕਈ ਥਾਵਾਂ 'ਤੇ ਮੈਂ ਨਹੀਂ ਵੀ ਜਾ ਸਕਦਾ, ਤਾਂ ਆਰਥਿਕ ਤੌਰ 'ਤੇ ਕੋਈ ਨਾ ਕੋਈ ਮਦਦ ਕਰਦਾ। ਇਸ ਤੋਂ ਇਲਾਵਾ ਜਿਹੜੀ ਹੈ ਸਾਡੀ ਇੱਕ ਸਭਾ ਬਣਾਈ ਹੋਈ ਆ, ਮਾਲਵਾ ਸਾਹਿਤ ਸਭਾ ਬਰਨਾਲਾ, ਉਹਦਾ ਮੈਂ ਮੀਤ ਪ੍ਰਧਾਨ ਆ। ਸੋ ਸਾਡੀ ਇਹ ਕੋਸ਼ਿਸ਼ ਆ ਵੀ ਲੋਕਾਂ ਨਾਲ ਸਿੱਧਾ ਜੁੜਿਆ ਜਾਵੇ। ਜਿਹੜੇ ਨਵੇਂ ਮੁੰਡੇ ਕੁੜੀਆਂ ਲਿਖਣ ਵਾਲੇ ਨੇ, ਅਸੀਂ ਉਹਨਾਂ ਨੂੰ ਪ੍ਰਮੋਟ ਕਰੀਏ, ਅਸੀਂ ਉਹਨਾਂ ਨੂੰ ਇੱਕ ਪਲੇਟਫਾਰਮ ਦਿੰਦੇ ਹਾਂ ਜਿੱਥੇ ਉਹਨਾਂ ਤੋਂ ਗੀਤ ਕਵਿਤਾ ਸੁਣੇ ਜਾਂਦੇ ਨੇ, ਉਹਨਾਂ 'ਚ ਸੁਧਾਈ ਵੀ ਕੀਤੀ ਜਾਂਦੀ ਹੈ। ਸੋ ਉਹਨਾਂ ਦੀਆਂ ਕਿਤਾਬਾਂ ਬੇਸ਼ੱਕ ਉਹ ਆਪਣੇ ਤੌਰ 'ਤੇ ਛਪਵਾਉਂਦੇ ਨੇ, ਪਰ ਉਹਨਾਂ ਨੂੰ ਜਿਹੜੀ ਹੈਗੀ ਲੋਕ ਅਰਪਣ ਕਰਦੇ ਆ ਅਤੇ ਉਹਨਾਂ 'ਤੇ ਕੋਈ ਨਾ ਕੋਈ ਗੋਸ਼ਟੀ ਰਚਾਉਂਦੇ, ਇਹਦੇ ਨਾਲ ਇੱਕ ਲੇਖਕ ਦਾ ਹੌਸਲਾ ਵੱਧਦਾ। ਸੋ ਇਹ ਵੀ ਸਾਡਾ 10 ਸਾਲਾਂ ਤੋਂ ਜਿਹੜਾ ਹੈਗਾ, ਮਹੀਨੇ ਦੇ ਦੂਸਰੇ ਐਤਵਾਰ ਇਹ ਪ੍ਰੋਗਰਾਮ ਹਰ ਵਾਰ ਹੁੰਦਾ ਗਾ। ਸੋ ਇੰਨੀਆਂ ਕੁ ਜਿਹੜੀਆਂ ਹੈਗੀਆਂ ਸਮਾਜਿਕ। ਬਾਕੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਸਰਦਾਰ ਪ੍ਰਿੰਸੀਪਲ ਕਰਮ ਸਿੰਘ ਭੰਡਾਰੀ ਜੀ ਨੇ, ਉਹਨਾਂ ਦੀ ਰਹਿਨੁਮਾਈ ਦੇ ਹੇਠ ਗੁਰਪੁਰਬ 'ਤੇ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ, ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 'ਤੇ, ਸ਼ਹੀਦੀ ਦਿਹਾੜਿਆਂ 'ਤੇ ਅਸੀਂ ਇੱਕ ਬੱਚਿਆਂ ਦੇ ਨਾ ਮੁਕਾਬਲੇ ਕਰਵਾਉਣੇ ਆ। ਸਕੂਲਾਂ ਦੇ ਬੱਚੇ ਆਉਂਦੇ ਆ ਉੱਥੇ, ਉਹ ਉੱਥੇ ਲੰਮੇ ਕੇਸ ਮੁਕਾਬਲੇ, ਜਪਜੀ ਸਾਹਿਬ ਸ਼ੁੱਧ ਉਚਾਰਨ, ਸੋਹਣੀ ਪੱਗ ਸਜਾਉਣੀ, ਦਮਾਲੇ ਸਜਾਉਣੇ। ਮੈਂ ਕਿ ਉਹ ਸਿੱਖੀ ਵਿਰਸੇ ਨਾਲ ਵੀ ਅਸੀਂ ਜਿਹੜੀ ਹੈਗੀ ਆ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਉੱਥੇ ਜਿਹੜੀ ਹੈਗੀ ਮੇਰੀ ਡਿਊਟੀ ਕਦੇ ਜੱਜਮੈਂਟ 'ਤੇ ਲੱਗਦੀ ਹੈ ਕਵਿਤਾ, ਜਾਂ ਮਤਲਬ ਕਦੇ ਸਟੇਜ 'ਤੇ ਹੁੰਦੀ ਹੈ। ਸੋ ਉਹ ਵੀ ਇੱਕ ਸਾਡੀ ਕੋਸ਼ਿਸ਼ ਆ ਜਿਹੜੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਵੀ ਜੋੜਿਆ ਜਾਵੇ। ਕੁੱਲ ਮਿਲਾ ਕੇ ਤੁਹਾਡੇ ਜਿਹੜੇ ਸਰੋਕਾਰ ਨੇ, ਇੱਕ ਮੈਂ ਗੱਲ ਸੁਣ ਰਿਹਾ ਸੀ ਡਾਕਟਰ ਸਾਹਿਬ ਕਿ ਕੋਈ
ਗੱਲ ਵੈਸੇ ਕਈ ਗੱਲਾਂ ਹੁੰਦੀਆਂ ਕਿ ਅਸੀਂ ਸੁਣੀਆਂ ਸੁਣਾਈਆਂ ਹੁੰਦੀਆਂ, ਪਰ ਮੈਂ ਤੁਹਾਡੇ ਤੋਂ ਗੱਲ ਕਨਫਰਮ ਕਰਨੀ ਚਾਹੁੰਦਾ। ਇੱਕ ਸੁਣਿਆ ਸੀ ਕਿ ਬਰਨਾਲੇ ਏਰੀਏ ਦੇ ਵਿੱਚ ਕੋਈ ਹੋਮੋਪੈਥੀ ਯੂਨੀਵਰਸਿਟੀ ਬਾਰੇ ਵੀ ਚਰਚਾ ਕੋਈ ਚੱਲੀ ਹੈ? ਜੀ ਬਿਲਕੁਲ, ਸਾਡੇ MP ਭਗਵੰਤ ਮਾਨ ਜੀ ਨੇ ਪਿੱਛੇ ਜਿਹੜਾ ਸੀ ਕਿ ਲੋਕ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਸੀਗਾ ਵੀ ਪੰਜਾਬ ਨੂੰ ਇੱਕ ਹੋਮੋਪੈਥਿਕ ਜਿਹੜੀ ਹੈਗਾ ਯੂਨੀਵਰਸਿਟੀ ਦਿੱਤੀ ਜਾਵੇ। ਸੋ ਉਹਨਾਂ ਨੇ ਜਿਹੜਾ ਕਾਗਜ਼ਾਂ ਦੇ ਵਿੱਚ ਤਾਂ ਉਹ ਕਾਰਵਾਈਆਂ ਸੁਣਨ ਚ ਆਇਆ ਵੀ ਉਹ ਪੂਰੀਆਂ ਹੋ ਗਈਆਂ। ਸੰਗਰੂਰ ਦੇ ਏਰੀਏ ਦੇ ਵਿੱਚ ਘਰਾਚੋਂ ਪਿੰਡ ਦੀ ਪੰਚਾਇਤ ਨੇ ਉੱਥੇ ਜ਼ਮੀਨ ਵੀ ਦਿੱਤੀ ਆ। ਸੋ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਬਿਲਕੁਲ ਹੋਮੋਪੈਥਿਕ ਯੂਨੀਵਰਸਿਟੀ ਜਿਹੜੀ ਹੈਗੀ ਉਹ ਇੱਕ ਪੰਜਾਬ ਦੇ ਵਿੱਚ ਜ਼ਰੂਰ ਆਵੇ। ਸੋ ਇਹਦੇ ਲਈ ਅਸੀਂ ਸਾਡੇ MP ਸਾਹਿਬ ਦਾ ਧੰਨਵਾਦ ਵੀ ਕਰਦੇ ਹਾਂ ਵੀ ਜੋ ਇੰਨਾ ਤਰੱਦਦ ਕਰ ਰਹੇ ਨੇ। ਸੋ ਇਹਨੂੰ ਅਮਲ ਦੇ ਵਿੱਚ ਲਿਆਉਣ ਲਈ ਦੇਖੋ ਕਿੰਨਾ ਟਾਈਮ। ਗੱਲ ਤਾਂ ਇਹ ਆ ਵੀ ਅਮਲਾਂ ਦੇ ਵਿੱਚ ਕਿਹੜੀਆਂ ਗੱਲਾਂ ਆਉਂਦੀਆਂ ਨੇ, ਅਸੀਂ ਤਾਂ ਉਹਦੇ ਵਿੱਚ ਯਕੀਨ ਰੱਖਦੇ ਹਾਂ। ਕਾਗਜ਼ੀ ਕਾਰਵਾਈਆਂ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਤੇ ਹੁਣ ਵੀ ਹੋ ਰਹੀਆਂ ਨੇ। ਤੇ ਡਾਕਟਰ ਸਾਹਿਬ ਇੱਥੇ ਇੱਕ ਹੋਰ ਗੱਲ ਜਿਹੜੀ ਮੇਰੇ ਜ਼ਿਹਨ 'ਚ ਆਉਂਦੀ ਆ ਕਿ ਤੁਸੀਂ ਸੋਸ਼ਲ ਵਰਕ ਕਰ ਰਹੇ ਹੋ, ਤੁਸੀਂ ਡਾਕਟਰੀ ਦਾ ਆਪਣਾ ਕਿੱਤਾ ਵੀ ਬੜੀ ਬਾਖੂਬੀ ਨਿਭਾ ਰਹੇ ਹੋ, ਤੁਸੀਂ ਇੱਕ ਸਾਹਿਤ ਸਿਰਜਣਾ ਨੂੰ ਵੀ ਬੜੀ ਬਾਖੂਬੀ ਨਿਭਾ ਰਹੇ ਹੋ, ਇੱਕ ਗੀਤਕਾਰ ਦੇ ਤੌਰ 'ਤੇ ਵੀ, ਇੱਕ ਗਾਇਕ ਦੇ ਤੌਰ 'ਤੇ ਵੀ, ਕਵੀਸ਼ਰ ਦੇ ਤੌਰ 'ਤੇ ਵੀ। ਬਹੁਤ ਸਾਰੀਆਂ ਤੁਹਾਡੀ ਜ਼ਿੰਦਗੀ ਦੇ ਵੱਖ-ਵੱਖ ਰੰਗ ਨੇ ਜਿਨ੍ਹਾਂ ਨੂੰ ਤੁਸੀਂ ਮਾਣ ਰਹੇ ਹੋ। ਕੋਈ ਜਾਣ ਲੱਗਿਆ ਸਾਡੇ ਦਰਸ਼ਕਾਂ ਨੂੰ, ਸਾਡੇ ਵੀਵਰਸ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੇ ਉਹ ਤੁਹਾਡੇ ਕੋਲ ਖੁੱਲ੍ਹਾ ਸਮਾਂ? ਹਾਂ, ਸੁਨੇਹਾ ਤਾਂ ਇਹੀ ਆ ਵੀ ਅਸੀਂ ਜਿਹੜਾ ਹੈ ਹੁਣ ਸਭ ਤੋਂ ਵੱਡਾ ਜਿਹੜਾ ਸਾਨੂੰ ਖਤਰਾ ਹੈਗਾ, ਦੇਖੋ ਜੀਵਨ ਨੂੰ ਜਿਉਣ ਲਈ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ 'ਚ ਲਿਖਿਆ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਸਾਡਾ ਸਾਰਾ ਕੁਝ ਗੰਦਲਾ ਹੋ ਰਿਹਾ ਹੈਗਾ, ਇਸ ਨੂੰ ਬਚਾਉਣ ਦਾ ਹੀਲਾ ਕਰੀਏ। ਜੇ ਸਾਡੇ ਕੋਲੇ ਪੀਣ ਲਈ ਪਾਣੀ ਨਾ ਰਿਹਾ, ਸਾਹ ਲੈਣ ਲਈ ਸਾਡੇ ਕੋਲ ਹਵਾ ਨਾ ਰਹੀ, ਤੇ ਸਾਡੇ ਕੋਲ ਅੰਨ ਉਗਾਉਣ ਲਈ ਉਹ ਵਧੀਆ ਜ਼ਰਖੇਜ਼ ਜ਼ਮੀਨ ਨਾ ਰਹੀ, ਤਾਂ ਅਸੀਂ ਕੀ ਕਰਾਂਗੇ? ਕਿਵੇਂ ਜਿਉਵਾਂਗੇ? ਕਿਵੇਂ ਅਸੀਂ? ਸੋ ਅਸੀਂ ਸਮੂਹ ਲੋਕ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਇਸ ਗੰਦਲ ਰਹੇ ਵਾਤਾਵਰਨ ਨੂੰ ਅਸੀਂ ਕਿਸੇ ਨੂੰ ਦੂਸਰੇ ਨੂੰ ਦੋਸ਼ੀ ਨਾ ਠਹਿਰਾਉਂਦੇ ਹੋਏ ਆਪਦੇ ਪਹਿਲਾਂ ਜਿਹੜੇ ਹੈਗਾ, ਮੈਂ ਹਰ ਇੱਕ ਨੂੰ ਕਹਿੰਦਾ ਹੁੰਦਾ ਵੀ ਕਿਸੇ ਨੂੰ ਮੱਤਾਂ ਦੇਣੀਆਂ ਬਹੁਤ ਸੌਖੀਆਂ ਨੇ, ਪਰ ਉਹਦੇ ਤੋਂ ਪਹਿਲਾਂ ਆਪ ਅਮਲ ਕਰਨਾ ਸ਼ੁਰੂ ਕਰੋ। ਪਹਿਲਾਂ ਘਰ ਤੋਂ ਕਿ ਪਹਿਲਾਂ ਆਪਦੇ ਤੋਂ, ਆਪਣੇ ਆਪ ਤੋਂ ਤੁਸੀਂ ਜਿਹੜਾ ਹੈਗਾ ਉਸ ਰਸਤੇ 'ਤੇ ਚੱਲੋ। ਫਿਰ ਆਪਣੇ ਪਰਿਵਾਰ ਨੂੰ, ਆਪਦੇ ਆਲੇ ਦੁਆਲੇ ਨੂੰ, ਆਂਢ ਗੁਆਂਢ ਨੂੰ ਉਹ ਸੇਧ ਲੈ ਕੇ ਆਓ। ਸੋ ਗੰਦਲ ਰਹੇ ਵਾਤਾਵਰਨ ਨੂੰ, ਇਹਨੂੰ ਠੀਕ ਕਰੋ। ਅਤੇ ਇੱਕ ਮੈਂ ਹੋਰ ਵੀ ਸੁਨੇਹਾ ਦੇਣਾ ਚਾਹੁੰਦਾ, ਅੱਜ ਕੱਲ੍ਹ ਘਰਾਂ ਦੇ ਵਿੱਚ ਲੋਕ ਪੰਜਾਬੀ ਨਾਲੋਂ ਟੁੱਟਦੀ ਜਾ ਰਹੇ ਨੇ, ਬੱਚਿਆਂ ਨੂੰ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਜਿਹੜੀਆਂ ਹੈਗੀਆਂ ਗੱਲਾਂ ਕਰਨ ਲਈ ਮਜਬੂਰ ਕਰਦੇ ਨੇ। ਸੋ ਪੰਜਾਬੀ ਸਾਡੀ ਮਾਂ ਬੋਲੀ ਆ, ਪੰਜਾਬੀ ਸਾਡੀ ਮਿੱਠੜੀ ਬੋਲੀ ਆ, ਇਹਦੇ ਨਾਲੋਂ ਦੂਰ ਨਾ ਹੋਵੋ। ਇਹਨੂੰ ਮਤਲਬ ਕਿ ਬੱਚਿਆਂ ਦੇ ਨਾਲ ਜਿਹੜਾ ਵੱਧ ਤੋਂ ਵੱਧ ਪੰਜਾਬੀ ਦੇ ਵਿੱਚ ਗੱਲ ਕਰੋ, ਪੰਜਾਬੀ ਬੋਲੀ ਨੂੰ ਉੱਚਾ ਚੁੱਕਣ ਲਈ ਅਸੀਂ ਉਪਰਾਲਾ ਕਰੀਏ। ਸੋ ਇੰਨੀਆਂ ਕਿ ਮੇਰੀਆਂ ਜਿਹੜੀਆਂ ਹੈਗੀਆਂ ਬੇਨਤੀਆਂ ਨੇ, ਇੰਨੇ ਕਿ ਮੇਰੇ ਸੁਝਾਅ ਨੇ। ਦੋਸਤੋ, ਡਾਇਰੈਕਟਰ ਸਾਹਿਬ ਮੈਨੂੰ ਵਾਰ-ਵਾਰ ਇਸ਼ਾਰਾ ਕਰ ਰਹੇ ਆ ਕਿ ਬਸ ਕਰੋ, ਗੱਲਾਂ ਬਹੁਤ ਹੋ ਗਈਆਂ, ਕਿਉਂਕਿ ਇਹ ਵੀ ਇੱਕ ਸਮੇਂ ਦੀ ਸੀਮਾ ਹੈ। ਪਰ ਦਿਲ ਨਹੀਂ ਕਰਦਾ ਡਾਕਟਰ ਸਾਹਿਬ ਇੰਨੀਆਂ ਬਾਖੂਬੀ ਅਤੇ ਬੜੇ ਜਿਹਨੂੰ ਕਹਿੰਦੇ ਸੁਚੱਜੇ ਢੰਗ ਨਾਲ ਹਰ ਗੱਲ ਨੂੰ ਬੜਾ ਬਰੀਕੀ ਨਾਲ ਐਕਸਪਲੇਨ ਕਰ ਰਹੇ ਆ। ਔਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਰਸਨੈਲਿਟੀ ਦੇ ਵਿੱਚ, ਕਿਸੇ ਸ਼ਖਸੀਅਤ ਦੇ ਵਿੱਚ ਇੰਨੀਆਂ ਬਾਕਮਾਲ ਗੱਲਾਂ ਹੋਣ ਜਿਹੜੀਆਂ ਡਾਕਟਰ ਸਾਹਿਬ ਨੇ ਅੱਜ ਸਾਂਝੀਆਂ ਕੀਤੀਆਂ। ਔਰ ਜੇ ਉਹਨਾਂ ਨੇ ਡਾਕਟਰੀ ਪੇਸ਼ੇ ਬਾਰੇ ਗੱਲ ਕੀਤੀ, ਉਹ ਵੀ ਪੂਰੀ ਬਰੀਕੀ 'ਚ, ਜੇ ਸਾਹਿਤ ਬਾਰੇ ਕੀਤੀ ਆ ਜਾਂ ਗਾਇਕੀ ਬਾਰੇ ਕੀਤੀ ਆ। ਸੋ ਦੋਸਤੋ, ਮੈਨੂੰ ਲੱਗਦਾ ਅੱਜ ਦੀ ਇਸ ਇੰਟਰਵਿਊ ਤੋਂ ਤੁਸੀਂ ਬਹੁਤ ਲਾਭ ਉਠਾਇਆ ਹੋਣਾ, ਅਤੇ ਇੱਕ ਹੋਰ ਨਵੀਂ ਪਰਸਨੈਲਿਟੀ ਨੂੰ ਲੈ ਕੇ ਆਉਣ ਦਾ ਵਾਅਦਾ ਕਰਦਾ ਹੋਇਆ ਤੁਹਾਡਾ ਆਪਣਾ ਜਗਤਾਰ ਵਿਰਕ ਹੁਣ ਤੁਹਾਡੇ ਤੋਂ ਵਿਦਾ ਲੈਂਦਾ। ਅਗਲੀ ਮੁਲਾਕਾਤ ਦੇ ਵਿੱਚ ਕਿਸੇ ਹੋਰ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰੂੰਗਾ ਅਤੇ ਤੁਹਾਡੇ ਨਾਲ ਉਹਦੀ ਸਤਿ ਸ਼੍ਰੀ ਅਕਾਲ ਕਰਾਊਂਗਾ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ, ਸ਼ਬਾ ਖੈਰ।